ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬ ਦੇ ਇਸ ਧਿਆਨ ਮੰਚ ਦੇ ਉੱਤੇ। ਅਸੀਂ ਪਿਛਲੇ 4 ਦਿਨ ਤੋਂ ਲਗਾਤਾਰ ਧਿਆਨ ਦੀ ਇਸ ਯਾਤਰਾ ਵਿੱਚ ਆਪਣੀ ਜੀਵਨ ਵਿੱਚ ਭਰਪੂਰਤਾ ਕਿਸ ਤਰ੍ਹਾਂ ਲੈ ਕੇ ਆਣੀ ਹੈ, ਆਪਣੇ ਮਾਈਂਡ ਨੂੰ ਅਬੰਡੈਂਸ ਨਾਲ ਕਿੱਦਾਂ ਸੈੱਟ ਕਰਨਾ ਹੈ, ਇਸ ਬਾਰੇ ਜਾਣ ਰਹੇ ਹਾਂ ਹਰਲੀਨ ਜੀ ਪਾਸੋਂ। ਅੱਜ 5th ਡੇ ਤੇ 5ਵਾਂ ਦਿਨ ਵੀ ਹਰਲੀਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਹਰਲੀਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਅਸੀਂ ਪਹਿਲਾਂ 1 ਘੰਟਾ ਹਰਲੀਨ ਜੀ ਨਾਲ ਧਿਆਨ ਕਰਾਂਗੇ, ਫਿਰ ਆਪਣੇ ਜੀਵਨ ਵਿੱਚ ਭਰਪੂਰਤਾ ਲਿਆਉਣ ਬਾਰੇ ਗਿਆਨ ਹਾਸਲ ਕਰਾਂਗੇ। ਵੈਲਕਮ ਜੀ, ਵੈਲਕਮ ਹਰਲੀਨ ਜੀ। ਥੈਂਕ ਯੂ ਟੀਪੀ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅਸੀਂ ਅੱਜ ਦੀ ਆਪਣੀ ਧਿਆਨ ਦੀ ਯਾਤਰਾ ਸ਼ੁਰੂ ਕਰਦੇ ਹਾਂ। ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ 3 ਲੌਕ ਲਗਾਉਂਦੇ ਹਾਂ। ਅੱਖਾਂ ਨੂੰ ਬੰਦ ਕਰਦੇ ਹਾਂ, ਹੱਥਾਂ ਨੂੰ ਕ੍ਰਾਸ ਕਰਦੇ ਹਾਂ ਤੇ ਪੈਰਾਂ ਨੂੰ ਕ੍ਰਾਸ ਕਰਦੇ ਹਾਂ। ਅੱਖਾਂ ਤੋਂ ਸਾਡੀ 80% ਊਰਜਾ ਵੇਸਟ ਹੁੰਦੀ ਹੈ, ਹੱਥਾਂ ਤੋਂ 10% ਤੇ ਪੈਰਾਂ ਤੋਂ 10%। ਤੇ ਸਾਰੇ ਹੁਣ ਬੈਠ ਜਾਓ ਤੇ ਜਿਨ੍ਹਾਂ ਨੇ ਗਲਾਸਿਸ ਜਾਂ ਸਪੈਕਸ ਪਾ ਰੱਖੇ ਪਲੀਜ਼ ਉਤਾਰ ਦਿਓ। ਹੱਥਾਂ 'ਚ ਹੱਥ, ਅੱਖਾਂ ਬੰਦ, ਪੈਰਾਂ ਨੂੰ ਕ੍ਰਾਸ ਕਰ ਲਓ ਤੇ ਆਪਣੇ ਆਂਦੇ ਜਾਂਦੇ ਸਾਹਾਂ ਨਾਲ ਜੁੜ ਜਾਓ। इस सुंदर ध्यान लिए अपने आप की क्लैपिंग करो। और जे तुहाडे आस-पास पानी पे ते पानी जरूर पी लो। टीपी सर, मैं स्टार्ट करा? हाँ जी, करो शुरू। यस, करो स्टार्ट। ਤੇ ਹੁਣ ਸਾਰੇ ਸੈਟਲ ਹੋ ਗਏ ਤੇ ਅਸੀਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਸਾਡਾ ਟੌਪਿਕ ਹੈ ਅਬੰਡੈਂਸ ਮਾਈਂਡਸੈਟ। ਅਬੰਡੈਂਸ ਇਜ਼ ਦ ਫਲੋ ਆਫ ਕ੍ਰੀਏਟਿਵ ਡਿਵਾਈਨ એનર્ਜੀ। 2 ਟਾਈਪ ਦੀ ਚੇਤਨਾ ਹੈਗੀ ਹੈ, ਬੇਅੰਤ ਚੇਤਨਾ ਤੇ ਘਾਟ ਦੀ ਚੇਤਨਾ। ਅਸੀਂ ਹਮੇਸ਼ਾ ਬੇਅੰਤ ਚੇਤਨਾ ਤੋਂ ਸੋਚਣਾ ਹੈ। ਅਬੰਡੈਂਸ ਦੇ ਪ੍ਰਿੰਸੀਪਲਸ ਕੀ ਹੈ? ਹਰ ਚੀਜ਼ ਬੇਅੰਤ ਹੈ, ਹਰ ਚੀਜ਼ ਨੂੰ ਫਲੋ ਹੋਣਾ ਜ਼ਰੂਰੀ ਹੈ। ਆਪਣੀ ਜਿਹੜੀ ਇੰਟੈਂਸ਼ਨ ਹੈ ਉਹ ਹਮੇਸ਼ਾ ਬੇਅੰਤ ਚੇਤਨਾ ਤੇ ਰੱਖਣੀ ਹੈ। ਡੀਕਲਟਰ ਕਰਨਾ ਹੈ, ਹਰ ਚੀਜ਼ ਨੂੰ ਜ਼ੀਰੋ ਤੋਂ ਸਟਾਰਟ ਕਰਨਾ ਹੈ ਔਰ ਫੋਕਸ ਹਮੇਸ਼ਾ ਬੇਅੰਤ ਚੇਤਨਾ ਤੇ ਹੋਣਾ ਚਾਹੀਦਾ ਹੈ। ਮਾਈਂਡ ਪਾਵਰ, ਸਾਡੇ 2 ਮਾਈਂਡ ਹੈ, ਅਨਕੌਂਸ਼ੀਅਸ ਤੇ ਕੌਂਸ਼ੀਅਸ। ਅਵਚੇਤਨ ਮਨ ਤੇ ਜਾਗਰਿਤ ਮਨ। ਅਵਚੇਤਨ ਮਨ ਦੀ ਜਿਹੜੀ ਪਾਵਰ ਹੈ ਉਹ ਹੈ 95% ਔਰ ਜਿਹੜੇ ਜਾਗਰਿਤ ਮਨ ਦੀ ਪਾਵਰ ਹੈ ਉਹ ਹੈ ਸਿਰਫ 5%। ਜਿਹੜੇ ਅਸੀਂ ਮਿਸਬਿਹੇਵੀਅਰਸ ਕਰਦੇ ਹਾਂ, ਬੈਗਿੰਗ, ਬਾਰਗੇਨਿੰਗ ਐਂਡ ਥ੍ਰੈਟਨਿੰਗ। ਸਾਡੀਆਂ 4 ਟਾਈਪਸ ਦੀਆਂ ਥਿੰਕਿੰਗ ਹੈ, ਡਿਜ਼ਾਸਟਰਸ, ਨੈਗੇਟਿਵ, ਪੋਜ਼ਿਟਿਵ ਐਂਡ ਮਿਰਾਕੂਲਸ। ਅਸੀਂ ਹਮੇਸ਼ਾ ਮਿਰਾਕੂਲਸ ਤੋਂ ਸੋਚਣਾ ਹੈ। ਗ੍ਰੈਟੀਟਿਊਡ ਪਲੱਸ ਜਨਰੋਸਿਟੀ ਇਜ਼ ਇਕੁਅਲ ਟੂ ਅਬੰਡੈਂਸ। ਜਦੋਂ ਵੀ ਅਸੀਂ ਸ਼ੁਕਰਾਨੇ ਦੇ ਭਾਵ ਚ ਹੁੰਦੇ ਹਾਂ, ਅਸੀਂ ਹਮੇਸ਼ਾ ਅਬੰਡੈਂਸ ਨੂੰ ਅਟਰੈਕਟ ਕਰਦੇ ਹਾਂ। ਅਸੀਂ ਉਹ ਮੈਗਨੇਟ ਬਣ ਜਾਂਦੇ ਹਾਂ ਕਿ ਜੋ ਸਿਰਫ ਤੇ ਸਿਰਫ ਅਬੰਡੈਂਸ ਨੂੰ ਅਟਰੈਕਟ ਕਰਦਾ ਹੈ। ਸ਼ੁਕਰਾਨੇ ਦੇ ਭਾਵ ਹੋਣ ਨਾਲ ਅਸੀਂ ਹਮੇਸ਼ਾ ਬੇਅੰਤਤਾ ਵੱਲ ਵੇਖਦੇ ਹਾਂ। ਸਾਡੇ ਸਾਰੇ ਦੁੱਖ ਖੁਸ਼ੀਆਂ ਚ ਬਦਲ ਜਾਂਦੇ ਹੈ। ਜਿਹੜੇ ਵੀ ਸਾਡੇ ਪੁਰਾਣੇ ਸਿਚੁਏਸ਼ਨਸ ਆਈਆਂ ਹੈ ਉਹਨਾਂ ਤੋਂ ਅਸੀਂ ਉਹਨਾਂ ਤੋਂ ਜ਼ਰੂਰ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਸਾਡੀ ਕਨਫਿਊਜ਼ਨ ਕਲੈਰਿਟੀ ਚ ਬਦਲ ਜਾਂਦੀ ਹੈ ਤੇ ਜਿਹੜੇ ਵੀ ਗੋਲਸ ਹੈ ਉਹ ਹਮੇਸ਼ਾ ਵਿਜ਼ਨ ਉਹ ਸਾਡੇ ਮੈਨੀਫੈਸਟ ਹੋਣੇ ਸ਼ੁਰੂ ਹੋ ਜਾਂਦੇ ਨੇ। ਬੇਅੰਤ ਸ਼ੁਕਰਾਨੇ ਦਾ ਭਾਵ ਸਾਡਾ ਫੇਥ ਵਧਾਉਂਦਾ ਹੈ। ਨੈਗੇਟਿਵਿਟੀ ਸਾਡੀ ਸਿਹਤ ਬਣਾਉਂਦਾ ਹੈ, ਸਾਨੂੰ ਪੀਸਫੁਲ ਮਾਈਂਡ ਦਿੰਦਾ ਹੈ, ਸਾਨੂੰ ਭਰਪੂਰ ਖੁਸ਼ੀ ਦਿੰਦਾ ਹੈ, ਸਾਡਾ ਕੌਨਫੀਡੈਂਸ ਵਧਾਉਂਦਾ ਹੈ। ਸਾਡੀ ਮੈਨੀਫੈਸਟੇਸ਼ਨ ਜੋ ਵੀ ਅਸੀਂ ਡ੍ਰੀਮ ਕਰ ਰਹੇ ਹਾਂ ਉਹਨੂੰ ਬੜੀ ਜਲਦੀ ਪੂਰਾ ਕਰਨ ਐਂਪਲੀਫਾਈ ਕਰਦਾ ਹੈ ਤੇ ਸਾਡੀ ਫ੍ਰੀਕੁਐਂਸੀ ਲੈਵਲ ਬਹੁਤ ਜ਼ਿਆਦਾ ਵਧਾ ਦਿੰਦਾ ਹੈ। Then is magic of positive affirmations. 2 टाइप ਦੀ affirmations ਹੈ, ਪੋਜ਼ਿਟਿਵ ਤੇ ਨੈਗੇਟਿਵ। ਅਸੀਂ ਹਮੇਸ਼ਾ ਪੋਜ਼ਿਟਿਵ affirmations ਨਾਲ ਕੰਮ ਕਰਨਾ ਹੈ। ਪੋਜ਼ਿਟਿਵ affirmations ਚ 2 ਚੀਜ਼ਾਂ ਜ਼ਰੂਰੀ ਹੈ, ਕੰਟੈਂਟ ਜਿਹੜੀ ਕਿ ਅਸੀਂ ਕਿਉਂ ਚਾਹੀਦਾ ਹੈ, ਫਾਈਂਡ ਆਊਟ ਵਾਈ, ਐਂਡ ਗੋਲ ਕੀ ਹੈ, ਬਹੁਤ ਔਰ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਦੂਸਰੀ ਹੈ ਫਾਰਮ ਕਿ ਸਾਨੂੰ ਡਿਟੇਲਸ ਦਿਓ ਤੇ ਸਪੈਸਿਫਿਕ ਚੀਜ਼ਾਂ ਲਈ ਕਰੋ।
दूसरी है ਅਸੀਂ ਕਿੱਦਾਂ ਸਟਾਰਟ ਕਰਨੀ ਐਫਰਮੇਸ਼ਨਸ ਹਮੇਸ਼ਾ ਆਪਣੀ ਐਫਰਮੇਸ਼ਨਸ ਆਈ ਐਮ ਤੋਂ ਸ਼ੁਰੂ ਕਰਨੀਆਂ ਹੈ ਪ੍ਰੈਜ਼ੈਂਟ ਟੈਂਸ ਜਿੱਦਾਂ ਸਾਨੂੰ ਆਲਰੇਡੀ ਸਾਡੀ ਉਸ ਲਾਈਫ 'ਚ ਆ ਚੁੱਕੀ ਹੈ ਹਮੇਸ਼ਾ ਉਹਦੇ ਵਿੱਚ ਪੋਜ਼ਿਟਿਵ 'ਚ ਦੇਖਣਾ ਹੈ ਜੋ ਕਿ ਸਾਨੂੰ ਚਾਹੀਦਾ ਹੈ ਜੋ ਨਹੀਂ ਚਾਹੀਦਾ ਉਸ ਪਰ ਧਿਆਨ ਨਹੀਂ ਦੇਣਾ ਉਹਨੂੰ ਬਹੁਤ ਸਿੰਪਲ ਤੇ ਛੋਟਾ ਰੱਖਣਾ ਹੈ ਇੱਕ ਟਾਈਮ ਤੇ ਹਮੇਸ਼ਾ 3 ਜਾਂ 5 ਤੋਂ ਜ਼ਿਆਦਾ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਬਹੁਤ ਸਪੈਸੀਫਿਕ ਹੋਣਾ ਹੈ ਕਿ ਸਾਨੂੰ ਐਗਜ਼ੈਕਟਲੀ ਉਹਦੇ ਵਿੱਚ ਕੀ ਚਾਹੀਦਾ ਹੈ ਉਹ ਹਰ ਐਫਰਮੇਸ਼ਨ 'ਚ ਆਪਣੇ ਇਮੋਸ਼ਨਸ ਨੂੰ ਐਡ ਜ਼ਰੂਰ ਕਰਨਾ ਹੈ ਔਰ ਹਮੇ ਐਫਰਮੇਸ਼ਨ ਸਿਰਫ ਸਾਡੇ ਲਈ ਹੈ ਅਸੀਂ ਕਿਸੇ ਹੋਰ ਲਈ ਐਫਰਮੇਸ਼ਨਸ ਨਹੀਂ ਕਰ ਸਕਦੇ ਉਹ ਉਹਨਾਂ ਦੀ ਆਪਣੀ ਜਰਨੀ ਹੈ ਐਫਰਮੇਸ਼ਨਸ ਦਾ ਬੈਸਟ ਟਾਈਮ ਕੀ ਹੈ ਜਦੋਂ ਅਸੀਂ ਇੱਕਦਮ ਨੀਂਦ 'ਚ ਉੱਠਦੇ ਹਾਂ ਹਜੇ ਜਦੋਂ ਸਿਰਫ ਹਜੇ ਸਾਡਾ ਉਸ ਟਾਈਮ ਸਾਡਾ ਲੌਜਿਕ ਮਾਈਂਡ ਅਲਰਟ ਨਹੀਂ ਹੁੰਦਾ ਬਿਲਕੁਲ ਜਦੋਂ ਸੌਣ ਲੱਗਦੇ ਹਾਂ ਨਾ ਸੁੱਤੇ ਹਾਂ ਨਾ ਜਾਗੇ ਜਦੋਂ ਅਸੀਂ ਅੱਧੀ ਨੀਂਦ 'ਚ ਹੁੰਦੇ ਹਾਂ ਔਰ ਹਮੇਸ਼ਾ ਮੈਡੀਟੇਸ਼ਨ ਤੋਂ ਬਾਅਦ ਹੁਣ ਅੱਜ ਹੈ ਪਾਵਰ ਆਫ ਵਿਜ਼ੂਅਲਾਈਜ਼ੇਸ਼ਨ ਹੁਣ ਵਿਜ਼ੂਅਲਾਈਜ਼ੇਸ਼ਨ ਕੀ ਹੈ ਜਦੋਂ ਵੀ ਅਸੀਂ ਕੋਈ ਵੀ ਚੀਜ਼ ਅਸੀਂ ਪਿਕਚਰਸ ਜਾਂ ਕੋਈ ਵੀ ਵਿਜ਼ੂਅਲਾਈਜ਼ ਕਰ ਰਹੇ ਹਾਂ ਆਪਣੇ ਅੰਦਰ ਦੇ ਮਨ ਤੋਂ ਮਤਲਬ ਆਪਣੇ ਸਬਕੌਂਸ਼ੀਅਸ ਮਾਈਂਡ ਤੋਂ ਜਿਹੜਾ ਤੁਹਾਡਾ ਆਂਤਰਿਕ ਮਨ ਹੈ ਜਿਹੜੀ ਆਪਣੀ ਅੰਦਰ ਦੀ ਅੱਖਾਂ ਨਾਲ ਦੇਖਦੇ ਹਾਂ ਬਾਹਰ ਦੀ ਅੱਖਾਂ ਨਾਲ ਨਹੀਂ ਜੋ ਸਾਡੀਆਂ ਅਸੀਂ ਆਸ-ਪਾਸ ਦੇਖੇ ਉਹ ਨਹੀਂ ਜੋ ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨਾਲ ਜਾਂ ਜੋ ਵੀ ਤੁਸੀਂ ਆਪਣੇ ਅੰਦਰ ਦੀ ਅੱਖਾਂ ਨਾਲ ਦੇਖੇ ਹੋ ਉਹਨੂੰ ਵਿਜ਼ੂਅਲਾਈਜ਼ੇਸ਼ਨਸ ਕਹਿੰਦੇ ਹੈ ਸਾਇੰਸ ਕਹਿੰਦੀ ਹੈ ਕਿ ਵਿਜ਼ੂਅਲਾਈਜ਼ ਜਿਹੜਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ ਉਹ ਇੱਕ ਸੁਪਰ ਪਾਵਰ ਹੈ ਇਟਸ ਅ ਸੁਪਰ ਪਾਵਰ ਮਤਲਬ ਉਹ ਅਲਾਦੀਨ ਦਾ ਚਿਰਾਗ ਹੈ ਜੇ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਚੈਨਲਾਈਜ਼ ਕਰ ਲਿਆ ਤੇ ਤੁਹਾਡੀ ਲਾਈਫ 'ਚ ਐਵਰੀਥਿੰਗ ਇਜ਼ ਸੈਟ ਜਿਹੜਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ ਉਹ ਇੰਨਾ ਕੁ ਜ਼ਿਆਦਾ ਪਾਵਰਫੁਲ ਹੈ ਕਿ ਤੁਸੀਂ ਕੁਝ ਵੀ ਆਪਣੇ ਇਸ ਬ੍ਰਹਮਾਂਡ ਤੋਂ ਜਾਂ ਯੂਨੀਵਰਸ ਤੋਂ ਅਟਰੈਕਟ ਕਰ ਸਕਦੇ ਹੋ ਦੇ ਸੇ ਜਿਹੜਾ ਤੁਹਾਡਾ ਨਾਰਮਲ ਜਿਹੜਾ ਤੁਹਾਡਾ ਕੌਨਸ਼ੀਅਸ ਮਾਈਂਡ ਹੈ ਜਿਹੜਾ ਤੁਹਾਡਾ ਜਾਗਰਿਤ ਮਨ ਹੈ ਉਹ ਇੱਕ ਟਾਈਮ ਤੇ ਸਿਰਫ 4 ਜਾਂ 5 ਕੰਮ ਕਰ ਸਕਦਾ ਹੈ ਜਿੱਦਾਂ ਤੁਸੀਂ ਗੱਡੀ ਚਲਾ ਰਹੇ ਹੋ ਤੁਸੀਂ ਨਾਲ ਥੋੜਾ ਜਿਹਾ ਕੁਝ ਖਾ ਲੋਗੇ ਜਾਂ ਆਪਣੇ ਬੱਚੇ ਨਾਲ ਥੋੜੀ ਜਿਹੀ ਗੱਲ ਕਰ ਲੋਗੇ ਜਾਂ ਤੁਸੀਂ ਫੋਨ ਤੇ ਗੱਲ ਕਰ ਲੋਗੇ ਥੋੜਾ ਤੁਸੀਂ ਆਪਣਾ ਰੇਡੀਓ ਨੂੰ ਚੇਂਜ ਕਰ ਲੋਗੇ ਤੁਸੀਂ ਇਸ ਤੋਂ ਜ਼ਿਆਦਾ ਹੋਰ ਤੁਹਾਡਾ ਫੋਕਸ ਜੇ ਇੱਧਰ ਉੱਧਰ ਕਹੋਗੇ ਤਾਂ ਯੂ ਵਿਲ ਗੈਟ ਇਨ ਐਨ ਐਕਸੀਡੈਂਟ ਤੁਹਾਡਾ ਐਕਸੀਡੈਂਟ ਹੋ ਜਾਏਗਾ ਪਰ ਜਿਹੜਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ ਉਹ ਇੱਕ ਟਾਈਮ ਤੇ 30 ਤੇ 40 ਹਜ਼ਾਰ ਕੰਮ ਨੂੰ ਇੱਕ ਉਹਦੀ ਇੰਨੀ ਪਾਵਰਫੁਲ ਹੈ ਕਿ ਉਹ ਇੱਕ ਟਾਈਮ ਤੇ 30 ਤੋਂ 40 ਹਜ਼ਾਰ ਕੰਮਾਂ ਨੂੰ ਕਰ ਸਕਦੇ ਤੁਸੀਂ ਇੱਕ ਟਾਈਮ ਤੇ ਸਬਕੌਂਸ਼ੀਅਸ ਮਾਈਂਡ ਨਾਲ ਤੁਸੀਂ ਕਿਤੇ ਵੀ ਜਾ ਸਕਦੇ ਹੋ ਤੁਸੀਂ ਖਾਣਾ ਵੀ ਬਣਾ ਮਤਲਬ you can visualize everything ਤੁਸੀਂ ਕੁਝ ਵੀ ਵਿਜ਼ੂਅਲਾਈਜ਼ ਕਰੋ ਤੇ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਉਹ ਬਹੁਤ ਜ਼ਿਆਦਾ ਪਾਵਰਫੁਲ ਹੈ ਉਹ ਇਹ ਵੀ ਕਹਿੰਦੇ ਆ ਕਿ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹ ਤੁਹਾਡਾ ਬਲੂਪ੍ਰਿੰਟ ਹੈ ਲਾਈਫ ਦਾ ਔਰ ਜੇ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਪ੍ਰੋਗਰਾਮ ਕਰ ਲਿਆ ਚੈਨਲਾਈਜ਼ ਕਰ ਲਿਆ ਜਿਹੜਾ ਤੁਸੀਂ ਚਾਹੁੰਦੇ ਹੋ ਤੁਸੀਂ ਆਪਣੀ ਲਾਈਫ ਦਾ ਬਲੂਪ੍ਰਿੰਟ ਵੀ ਚੇਂਜ ਕਰ ਸਕਦੇ ਜਿੱਦਾਂ ਅਸੀਂ ਸਾਰੇ ਸੇ ਕਹਿੰਦੇ ਆ ਸਾਡੇ ਕਰਮ ਸੀ ਅਸੀਂ ਉੱਪਰੋਂ ਇਹੀ ਲਿਖਵਾ ਕੇ ਆਏ ਸਾਡੇ ਰੱਬ ਨੇ ਸਾਡੀ ਲਾਈਫ 'ਚ ਇਹ ਲਿਖਤਾ ਪਰ ਜੇ ਅਸੀਂ ਆਪਣੀ ਸਬਕੌਂਸ਼ੀਅਸ ਮਾਈਂਡ ਨੂੰ ਰੀਪ੍ਰੋਗਰਾਮ ਕਰਦਾ ਤਾਂ ਅਸੀਂ ਆਪਣਾ ਉਹ ਬਲੂਪ੍ਰਿੰਟ ਵੀ ਚੇਂਜ ਕਰ ਸਕਦੇ ਹਾਂ ਤਾਂ ਹੀ ਉਹ ਸੇਥ ਮਟੀਰੀਅਲ ਜੇਨ ਰੌਬਰਟਸ ਨੇ ਲਿਖਿਆ ਸੀ ਕਿ ਵੀ ਆਰ ਦ ਕ੍ਰੀਏਟਰਸ ਆਫ ਆਰ ਓਨ ਲਾਈਫ ਅਸੀਂ ਆਪਣੀ ਰਿਐਲਿਟੀ ਦੇ ਆਪ ਕ੍ਰੀਏਟਰ ਹਾਂ ਤਾਂ ਸਾਡੇ ਕੋਲ ਉਹ ਪਾਵਰ ਹੈ ਕਿ ਅਸੀਂ ਆਪਣੀ ਸਬਕੌਂਸ਼ੀਅਸ ਮਾਈਂਡ ਨੂੰ ਚੈਨਲਾਈਜ਼ ਕਰਕੇ ਉਹਨੂੰ ਬਿਲਕੁਲ ਆਪਣੇ ਹਿਸਾਬ ਨਾਲ ਕਰਕੇ ਅਸੀਂ ਯੂਨੀਵਰਸ ਤੋਂ ਆਪਣੀ ਲਾਈਫ 'ਚ ਜੋ ਵੀ ਚੀਜ਼ ਵੀ ਆਪਣੀ ਲਾਈਫ ਚੇਂਜ ਕਰ ਹੁਣ ਤੱਕ ਜੋ ਹੋਇਆ ਉਹਨੂੰ ਛੱਡ ਦੋ ਕਿ ਮੇਰੀ ਲਾਈਫ 'ਚ ਕੀ ਸੀ ਮੈਨੂੰ ਰੱਬ ਨੇ ਕੀ ਦਿੱਤਾ ਜਾਂ ਜੋ ਵੀ ਮੇਰੇ ਕਰਮ ਸੀ ਹੁਣ ਤੋਂ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਆਪਣੇ ਚੇਤਨ ਮਨ ਨੂੰ ਤੁਸੀਂ ਬਿਲਕੁਲ ਚੈਨਲਾਈਜ਼ ਕਰਕੇ ਉਹਨੂੰ ਆਪਣੇ ਹਿਸਾਬ ਨਾਲ ਰੀਪ੍ਰੋਗਰਾਮ ਕਰਕੇ ਮੈਡੀਟੇਸ਼ਨ ਦੇ ਨਾਲ ਤੇ ਉਹਨੂੰ ਰੀਪ੍ਰੋਗਰਾਮ ਕਰਕੇ ਤੁਸੀਂ ਆਪਣੀ ਯੂਨੀਵਰਸ ਤੋਂ ਕੁਝ ਵੀ ਅਟਰੈਕਟ ਕਰ ਸਕਦੇ ਹੋ ਮੈਂ ਤੁਹਾਨੂੰ 2 ਐਗਜ਼ਾਮਪਲਸ ਦੇਣੀ ਆ ਯੂਕੇ 'ਚ ਇੱਕ ਸਟੱਡੀ ਹੋਈ ਸੀ ਜਿਸ 'ਚ ਉਹਨਾਂ ਨੇ 2 ਲਏ ਸੀਗੇ ਗਰੁੱਪ ਬੱਚਿਆਂ ਦੇ ਗਰੁੱਪ ਸਕੂਲ ਦੇ ਉਸ 'ਚੋਂ ਪਿਆਨੋ ਸੀਗਾ 2 ਬੱਚੇ ਦਾ ਗਰੁੱਪ ਪਿਆਨੋ ਵਜਾ ਰਿਹਾ ਪਿਆਨੋ ਦੇ ਲਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇੱਕ ਗਰੁੱਪ ਹੈ ਉਹ ਨਾਰਮਲ ਪਿਆਨੋ ਵਜਾਏਗਾ ਜਿੱਦਾਂ ਨਾਰਮਲ ਵਜਾਉਂਦੇ ਆ 15 ਮਿੰਟ ਲਈ ਔਰ ਜਿਹੜਾ ਦੂਸਰਾ ਗਰੁੱਪ ਹੈ ਉਹ ਸਿਰਫ ਆਪਣੇ ਮਨ 'ਚ ਸੋਚੇਗਾ ਸਿਰਫ ਵਿਜ਼ੂਅਲਾਈਜ਼ ਕਰੇਗਾ ਕਿ ਅਸੀਂ ਪਿਆਨੋ ਵਜਾ ਰਹੇ ਹਾਂ ਉਹਨਾਂ ਨੇ ਵਜਾਣਾ ਨਹੀਂ ਹੈ ਸਿਰਫ ਆਪਣੇ ਅੰਦਰ ਆਪਣੀ ਉਹ ਪਿਕਚਰ ਬਣਾਣੇ ਕੇ ਵਜਾ ਰਹੇ ਆ ਫਿਰ ਉਹਨਾਂ ਨੇ ਕਿਹਾ ਜਦੋਂ ਤੁਸੀਂ ਵਜਾ ਵੀ ਰਹੇ ਹੋ ਤੁਸੀਂ ਜਿੱਦਾਂ ਅਸੀਂ ਪਿਆਨੋ ਨਾਲ ਵਜਾ ਰਹੇ ਉਹਨੂੰ ਫੀਲ ਵੀ ਕਰੋ ਚੂਮੋ ਬਾਹਰ ਨਹੀਂ ਅੰਦਰ ਹੀ ਤੁਸੀਂ ਜਦੋਂ ਪਿਆਨੋ ਵਜਾ ਰਹੇ ਹੋ ਤੁਸੀਂ ਉਹਨੂੰ ਇੰਜੋਏ ਕਰ ਰਹੇ ਹੋ ਤੇ ਉਹਨਾਂ ਨੇ 3 ਮਹੀਨੇ ਦੀ ਸਟੱਡੀ ਕੀਤੀ ਸੀ ਮੰਡੇ ਟੂ ਫਰਾਈਡੇ 15 ਮਿੰਟ ਲਈ ਦੋਨੋਂ ਗਰੁੱਪਸ ਨੂੰ ਕਰਾਉਂਦੇ ਸੀ ਔਰ ਸੈਟਰਡੇ ਸੰਡੇ ਬੱਚਿਆਂ ਦੀ ਛੁੱਟੀ ਹੁੰਦੀ ਹੈ ਸਕੂਲ ਤੋਂ ਉਹਨਾਂ ਨੇ ਨਹੀਂ ਕਰਾਇਆ 3 ਮਹੀਨੇ ਬਾਅਦ ਉਹਨਾਂ ਨੇ ਦੇਖਿਆ ਕਿ ਜਿਹੜੇ ਦਾ ਨਾਰਮਲ ਸੀਗਾ ਉਹ ਤਾਂ ਠੀਕ ਹੈ ਪਰ ਜਿਹਨਾਂ ਨੇ ਸਿਰਫ ਵਿਜ਼ੂਅਲਾਈਜ਼ ਕੀਤਾ ਸੀ ਉਹਨਾਂ ਦੇ ਵੀ ਮਸਲ 35% ਉਹਨਾਂ ਦੇ ਵੀ ਉਹ ਮਸਲਸ ਡਿਵੈਲਪ ਹੋ ਗਏ ਸੀ ਜਿਹੜੇ ਨਾਰਮਲ ਪਿਆਨੋ ਵਜਾ ਰਹੇ ਸੀ ਉਹਨਾਂ ਦੇ ਨਾਲ ਸਿਰਫ ਵਿਜ਼ੂਅਲਾਈਜ਼ ਕਰਨ ਨਾਲ ਉਹਨਾਂ ਦੇ 35% ਮਸਲ ਡਿਵੈਲਪ ਹੋ ਚੁੱਕੇ ਸੀ
दूसरी स्टडी मैं अमेरिका च होई सी जिस उन्होंने 2 ग्रुप्स लाई सी लेडीज दे जिन्हां नु ब्रेस्ट कैंसर सीगा। तो एक तो उन्होंने नॉर्मल ग्रुप नु नॉर्मल दवाई ते सारा कुछ जिहड़ा नॉर्मल चल रहा सी ओ दिता। दूजियां नु उन्होंने मेडिटेशन कराई और सेकंड उन्होंने एक मूवी दिखाई, कार्टून दिखाया जिस उन्होंने दिखाया कि जो तुसी गोली खा रहे हो ਤੁਹਾਡੇ ਉਹ ਗੋਲੀ ਅੰਦਰ ਜਾ ਕੇ ਤੁਹਾਡੇ ਜਿਹੜੇ ਕੈਂਸਰ ਸੈਲਸ ਨੂੰ ਸ਼ੂਟ ਕਰ ਰਹੀ ਹੈ, ਮਤਲਬ ਉਹਨਾਂ ਲੜਾਈ ਕਰ ਰਹੀ ਹੈ ਤੇ ਉਹ ਸਾਰੇ ਕੈਂਸਰ ਸੈਲਸ ਨੂੰ ਸ਼ੂਟ ਕਰੀ ਜਾ ਰਹੀ ਹੈ। ਸੋ ਉਹਨਾਂ ਨੇ ਉਹ ਦਿਖਾਈ, ਫਿਰ ਉਹਨਾਂ ਨੇ ਕਿਹਾ ਜਦੋਂ ਵੀ ਤੁਸੀਂ ਹੁਣ ਦਵਾਈ ਖਾਓਗੇ, ਤੁਸੀਂ ਮੈਡੀਟੇਸ਼ਨ ਤੋਂ ਬਾਅਦ ਜਦੋਂ ਵੀ ਦਵਾਈ ਖਾਓਗੇ ਤੁਸੀਂ ਇਹ ਦੇ ਵਿਜ਼ੂਅਲਾਈਜ਼ ਕਰਨਾ ਕਿ ਉਹ ਦਵਾਈ ਅੰਦਰ ਜਾ ਕੇ ਤੁਹਾਡੇ ਹਰ ਕੈਂਸਰ ਸੈਲਸ ਨੂੰ ਸ਼ੂਟ ਕਰ ਰਹੀ ਹੈ। ਤੇ ਉਹਨਾਂ ਨੇ ਇਹ ਸਟੱਡੀ 6 ਕੇ ਸਾਲ ਮਹੀਨੇ ਕੀਤੇ। ਜਦੋਂ ਉਹਨਾਂ ਨੇ ਦੇਖਿਆ ਜਦੋਂ ਜਿੰਨੀ ਵਾਰ ਵੀ ਟੈਸਟ ਲੈਂਦੇ ਸੀ ਹਰ ਟਾਈਮ ਉਹਨਾਂ ਦੇ ਕੈਂਸਰ ਸੈਲਸ ਘਟਨੇ ਸ਼ੁਰੂ ਹੋ ਗਏ। ਸੋ ਇਹ ਹੈ ਸਾਡੀ ਵਿਜ਼ੂਅਲਾਈਜੇਸ਼ਨ ਦੀ ਪਾਵਰ। ਅਸੀਂ ਵਿਜ਼ੂਅਲਾਈਜ਼ ਕਰਕੇ ਈਵਨ ਆਪਣੀ ਬਿਮਾਰੀ ਨੂੰ ਵੀ ਜੇ ਅਸੀਂ ਸੋਚੀਏ ਕਿ ਸਾਨੂੰ ਦਵਾਈ ਜੋ ਵੀ ਸਾਰੀ ਚੀਜ਼ਾਂ ਠੀਕ ਹੋ ਰਹੀ ਹੈ ਉਹਦੇ ਨਾਲ ਅਸੀਂ ਆਪਣੀ ਬਿਮਾਰੀਆਂ ਵੀ ਠੀਕ ਕਰ ਸਕਦੇ ਹਾਂ, ਔਰ ਇਹ ਰਿਸਰਚ ਨੇ ਪ੍ਰੂਵ ਕਰਤਾ ਸੀ। ਦੂਸਰਾ ਹੈ ਨਿਊਰੋ ਸਾਇੰਟਿਸਟ ਕਹਿੰਦੇ ਆ ਕਿ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ, ਸਾਡਾ ਜਿਹੜਾ ਮਾਈਂਡ ਹੈ ਉਹਨੂੰ ਅਸੀਂ ਬੜੇ ਆਰਾਮ ਨਾਲ ਫੂਲ ਕਰ ਸਕਦੇ ਹਾਂ, ਉਹਨੂੰ ਅਸੀਂ ਮਤਲਬ ਪਾਗਲ ਮਤਲਬ ਉਹਨੂੰ ਅਸੀਂ ਫੂਲ ਕਰ ਸਕਦੇ ਹਾਂ। ਕਿਵੇਂ? ਕਿਉਂਕਿ ਸਾਡੇ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹਨੂੰ ਇਹ ਨਹੀਂ ਪਤਾ ਕਿ ਰਿਐਲਿਟੀ ਕੀ ਹੈ ਔਰ ਵਿਜ਼ੂਅਲਾਈਜੇਸ਼ਨ ਕੀ ਹੈ। ਜਦੋਂ ਤੁਸੀਂ ਵਿਜ਼ੂਅਲਾਈਜ਼ ਕਰਦੇ ਹੋ ਉਹਦੇ ਲਈ ਉਹ ਵੀ ਰਿਐਲਿਟੀ ਹੈ। ਸੋ ਉਹ ਰਿਐਲਿਟੀ ਚ ਜਿਹੜਾ ਤੁਹਾਡਾ ਹਕੀਕਤ ਹੈ ਔਰ ਜਿਹੜਾ ਤੁਸੀਂ ਵਿਜ਼ੂਅਲਾਈਜ਼ ਕਰ ਰਹੇ ਹੋ ਉਹਦੇ ਚੋਂ ਡਿਫਰੈਂਸ ਨਹੀਂ ਕਰ ਪਾਉਂਦਾ। ਸੋ ਇਸ ਲਈ ਉਹ ਕਹਿੰਦੇ ਕਿ ਸਬਕੌਂਸ਼ੀਅਸ ਮਾਈਂਡ ਨੂੰ ਉਹਦੇ ਬਹੁਤ ਈਜ਼ੀਲੀ ਤੁਸੀਂ ਫੂਲ ਕਰ ਸਕਦੇ ਹੋ। ਤੁਸੀਂ ਤਾਂ ਹੀ ਆਪਣੇ ਸਬਕੌਂਸ਼ੀਅਸ ਮਾਈਂਡ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ। ਹੁਣ ਦੇਖੋ ਜਿੱਦਾਂ ਜਿਵੇਂ ਹੈ ਅੱਜ ਕੱਲ 3D ਮੂਵੀਜ਼ ਬਹੁਤ ਚੱਲ ਰਹੀਆਂ, ਅਸੀਂ ਸਾਰੇ 3D ਮੂਵੀਜ਼ ਦੇਖਦੇ ਹਾਂ, ਪਰ ਜਦੋਂ ਅਸੀਂ 3D ਮੂਵੀ ਦੇਖਣ ਜਾਂਦੇ ਸਾਨੂੰ ਪਤਾ ਕਿ ਉਹ ਸਕਰੀਨ ਤੇ ਹੋ ਰਿਹਾ, ਸਾਡੇ ਲੌਜਿਕ ਮਾਈਂਡ ਨੂੰ ਪਤਾ ਕਿ ਉਹ ਸਕਰੀਨ ਤੇ ਹੋ ਰਿਹਾ। ਪਰ ਜਦੋਂ ਅਸੀਂ ਉਹ 3D ਮੂਵੀ ਦੇਖ ਰਹੇ ਹਾਂ, ਅਸੀਂ ਹਵਾ 'ਚ ਉੱਡ ਰਹੇ ਹਾਂ, ਅਸੀਂ ਗਿਰ ਰਹੇ ਹਾਂ ਜਾਂ ਸਾਨੂੰ ਉਹ ਡਰ ਲੱਗ ਰਿਹਾ ਜੋ ਸਾਨੂੰ ਮਾਰਨ ਆ ਰਿਹਾ, ਅਸੀਂ ਉਸ ਟਾਈਮ ਤੇ ਉਹ ਰਿਐਲਿਟੀ ਨੂੰ ਅਸੀਂ ਉਹੀ ਹਕੀਕਤ ਮੰਨਦੇ ਹਾਂ। ਦੋ ਸਾਡੇ ਲੌਜੀਕਲ ਮਾਈਂਡ ਨੂੰ ਪਤਾ ਹੈ ਕਿ ਉਹ ਸਭ ਕੁਝ ਸਕਰੀਨ ਤੇ ਹੋ ਰਿਹਾ, ਪਰ ਤੁਸੀਂ ਹਰ ਇਮੋਸ਼ਨ ਨੂੰ ਹਰ ਚੀਜ਼ ਨੂੰ ਉਸੇ ਤਰ੍ਹਾਂ ਫੀਲ ਕਰਦੇ ਹੋ ਕਿਉਂਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਨੂੰ ਰਿਐਲਿਟੀ ਦੇ ਉਹਦਾ ਫਰਕ, ਈਵਨ ਤੁਹਾਡਾ ਲੌਜੀਕਲ ਮਾਈਂਡ ਕਹਿ ਵੀ ਰਿਹਾ ਉਹ ਰਿਐਲਿਟੀ, ਪਰ ਜੇ ਤੁਹਾਡਾ ਸਬਕੌਂਸ਼ੀਅਸ ਮਾਈਂਡ ਨੇ ਮੰਨ ਲਿਆ ਕਿ ਜੋ ਹੋ ਰਿਹਾ ਉਹ ਰਿਐਲਿਟੀ ਨਹੀਂ, ਉਹ ਰਿਐਲਿਟੀ ਹੈ, ਤੁਹਾਡਾ ਲੌਜੀਕਲ ਮਾਈਂਡ ਜੋ ਮਰਜ਼ੀ ਲੌਜਿਕ ਦੇ ਦੇ, ਤੁਹਾਡਾ ਸਬਕੌਂਸ਼ੀਅਸ ਬਿਕਾਜ਼ ਤੁਹਾਡਾ ਸਬਕੌਂਸ਼ੀਅਸ ਮਾਈਂਡ ਬਹੁਤ ਪਾਵਰਫੁਲ ਹੈ। ਇਸੇ ਤਰ੍ਹਾਂ ਨਾਲ ਜਦੋਂ ਤੁਸੀਂ ਕੋਈ ਮੂਵੀਜ਼ ਦੇਖਦੇ ਹੋ, ਸੀਰੀਅਲ ਦੇਖ ਰਹੇ ਹੋ, ਉਸ 'ਚ ਤੁਹਾਨੂੰ ਪਤਾ ਹੈ ਕਿ ਉਹ ਐਕਟਰ ਹੈ, ਉਹਦੀ ਜੇ ਉਹ ਮਰ ਗਿਆ ਹੈ, ਜੇ ਉਹਦੀ ਲੜਾਈ ਹੋ ਰਹੀ ਹੈ ਤੇ ਉਹ ਸਿਰਫ ਐਕਟਿੰਗ ਹੋ ਰਹੀ ਹੈ, ਬਟ ਅਸੀਂ ਉਸ ਚੀਜ਼ 'ਚ ਕਿੰਨਾ ਡੁੱਬ ਜਾਂਦੇ ਹਾਂ। ਕਿਉਂ? ਅਗੇਨ ਕਿਉਂਕਿ ਸਾਡਾ ਸਬਕੌਂਸ਼ੀਅਸ ਮਾਈਂਡ ਉਸ ਚੀਜ਼ ਨੂੰ ਪਰਸੀਵ ਕਰਦਾ ਹੈ, ਉਸ ਚੀਜ਼ ਨੂੰ ਕਰ ਦਿੰਦਾ ਹੈ ਕਿ ਅਸੀਂ ਕਿ ਉਹ ਚੀਜ਼ ਰਿਐਲਿਟੀ ਹੈ। तो इसलिए जो ਅਸੀਂ ਆਪਣੇ ਮਾਈਂਡ ਨੂੰ ਜਦੋਂ ਅਸੀਂ ਐਫਰਮੇਸ਼ਨਸ ਕਰਾਂਗੇ ਮੈਡੀਟੇਸ਼ਨ ਤੋਂ ਬਾਅਦ, ਅਸੀਂ ਜਦੋਂ ਵੀ ਅਸੀਂ ਐਫਰਮੇਸ਼ਨਸ ਕਰਨੇ, ਜੇ ਅਸੀਂ ਉਹਨਾਂ ਨੂੰ ਆਪਣੇ ਮਨ ਚ ਉਹਨਾਂ ਦੀ, ਜਿੱਦਾਂ ਮੈਂ ਕੱਲ ਮੈਂ ਕਿਸੇ ਨਾਲ ਗੱਲ ਸੀ ਕਿ ਮੇਰੇ ਨੀਜ਼ ਹੈ, ਜੇ ਉਹ ਆਪਣੇ ਨੀਜ਼ ਨੂੰ ਠੀਕ ਹੁੰਦੇ ਦੇਖਣਗੇ ਤਾਂ ਜਦੋਂ ਵੀ ਉਹ ਉੱਤੇ ਮਸਾਜ ਕਰ ਰਿਹਾ ਹੈ, ਜੋ ਵੀ ਉਹ ਦਵਾਈ ਖਾ ਰਿਹਾ ਹੈ, ਜਾਂ ਐਕਚੁਅਲੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਆਈ ਐਮ ਰਨਿੰਗ ਵਿਦ ਮਾਈ ਨੀਜ਼, ਮੈਂ ਆਪਣੇ ਉਹ ਨੀਜ਼ ਨਾਲ ਰਨ ਕਰ ਰਹੀ ਹਾਂ, ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰੋ। ਮੈਂ ਤੁਸੀਂ ਜੇ ਘਰ ਮੈਨੀਫੈਸਟ ਕਰਨਾ ਤੇ ਉਸ ਘਰ ਚ ਆਪਣੇ ਆਪ ਨੂੰ ਰਹਿੰਦੇ ਦੇਖੋ, ਪੂਰੀ ਇੱਕ 30 ਸੈਕਿੰਡ ਦੀ ਪਿਕਚਰ ਬਣਾਓ ਜਦੋਂ ਤੁਸੀਂ ਸਵੇਰੇ ਉੱਠ ਕੇ ਆਪਣੀ ਐਫਰਮੇਸ਼ਨਸ ਕਰਨੀਆਂ ਸ਼ੁਕਰਾਨੇ ਤੋਂ ਬਾਅਦ, ਉੱਥੇ ਉਹ ਉਸ ਚੀਜ਼ ਨੂੰ ਪੂਰਾ ਮਹਿਸੂਸ ਕਰੋ, ਉਹਨੂੰ ਦੇਖੋ। ਕਿਉਂਕਿ ਅਸੀਂ ਜੋ ਵੀ ਚੀਜ਼ ਦੇਖਦੇ ਹਾਂ, ਅਸੀਂ ਜੋ ਵੀ ਚੀਜ਼ ਕਰਦੇ ਹਾਂ, ਅਸੀਂ ਹਮੇਸ਼ਾ ਪਿਕਚਰਸ ਦੇ ਦੇਖਦੇ ਹਾਂ, ਇਹ ਸਾਡੇ ਮਾਈਂਡ ਦਾ ਹੈਗਾ। ਜਦੋਂ ਤੁਸੀਂ ਕਿਸੇ ਪੁਰਾਣੀ ਚੀਜ਼ ਨੂੰ ਵੀ ਯਾਦ ਕਰਦੇ ਹੋ, ਤੁਹਾਡੀ ਕਿਸੇ ਨਾਲ ਲੜਾਈ ਹੋਈ ਜਾਂ ਕੋਈ ਚੰਗੀ ਚੀਜ਼ ਦੇਖੋਗੇ, ਤੁਸੀਂ ਹਮੇਸ਼ਾ ਉਹ ਪਿਕਚਰਸ ਦੇਖੋਗੇ, ਉਹਨੂੰ ਵੀ ਵਿਜ਼ੂਅਲਾਈਜੇਸ਼ਨ ਕਹਿੰਦੇ ਆ। ਅਸੀਂ ਸ਼ੁਰੂ ਤੋਂ, ਤੁਸੀਂ ਅੱਜ ਵੀ ਤੁਹਾਨੂੰ ਆਪਣੀ ਕੋਈ ਪੁਰਾਣਾ ਸਿਚੁਏਸ਼ਨ ਨੂੰ ਯਾਦ ਕਰੋ ਜਾਂ ਇਨਸੀਡੈਂਟ ਨੂੰ ਯਾਦ ਕਰੋ, ਤੁਹਾਨੂੰ ਦੇਖੋ ਕਿ ਤੁਹਾਨੂੰ ਪੂਰੀ ਪਿਕਚਰ ਉਹਦੇ ਅੱਗੇ ਆ ਜਾਏਗੀ, ਉਸ ਟਾਈਮ ਤੁਸੀਂ ਕਿੱਦਾਂ ਗਏ, ਉਹਨੇ ਤੁਹਾਨੂੰ ਕੀ ਕਿਹਾ, ਜਾਂ ਜੋ ਚਾਹੇ ਖੁਸ਼ੀ ਦੀ ਹੋਏ, ਪਾਸ ਦੀ ਹੋਏ, ਜੋ ਵੀ ਹੋਏ। ਇਸੇ ਤਰ੍ਹਾਂ ਅਸੀਂ ਜਦੋਂ ਵੀ ਐਫਰਮੇਸ਼ਨਸ ਕਰਨੀਆਂ, ਅਸੀਂ ਹਮੇਸ਼ਾ ਉਹਨੂੰ ਵਿਜ਼ੂਅਲਾਈਜ਼ ਕਰਨਾ, ਔਰ ਬਹੁਤ ਨਹੀਂ ਕਿ ਤੁਸੀਂ ਬੈਠ ਕੇ ਘੰਟਾ ਕਰੋ, ਸਿਰਫ 5 ਜਾਂ 10 ਸੈਕਿੰਡ ਦੀ ਉਹ ਕਹਿੰਦੇ ਨਾ ਇੱਕ ਪੂਰੀ ਅੱਛੀ ਜੀ ਖੂਬਸੂਰਤ ਜੀ ਪਿਕਚਰ ਬਣਾਓ। ਔਰ ਇੱਕ ਤਾਂ ਵਿਜ਼ੂਅਲਾਈਜ਼ੇਸ਼ਨ ਹਮੇਸ਼ਾ ਕਰੋ ਕਿ ਅਸੀਂ ਮੇਰੇ ਪੂਰੀ ਫੈਮਿਲੀ ਮੈਂਬਰ, ਮੇਰੇ ਪੂਰੇ ਬੱਚੇ, ਸਪੈਸ਼ਲੀ ਕਿਉਂਕਿ ਹਰ ਇੱਕ ਮਾਂ ਨੂੰ ਕੱਲ ਆਈ ਸੀਗਾ ਕਿ ਬੱਚਿਆਂ ਲਈ ਕੀ ਕਰੀਏ। ਮੈਂ ਕੱਲ ਵੀ ਕਿਹਾ ਸੀ ਬੱਚਿਆਂ ਲਈ ਬਸ ਇਹ ਦੇਖੋ ਔਰ ਇਹ ਇਨਫੋਰਮ ਕਰੋ ਕਿ ਮੇਰੇ ਬੱਚੇ ਮੇਰੇ ਨਾਲ ਮੈਡੀਟੇਸ਼ਨ ਕਰ ਰਹੇ, ਕਿਉਂਕਿ ਜੇ ਸਾਡੇ ਬੱਚੇ ਮੈਡੀਟੇਸ਼ਨ 'ਚ ਆ ਗਏ ਫਿਰ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਬਿਕੋਜ਼ ਫਿਰ ਉਹ ਆਪਣੇ ਰਸਤੇ 'ਚ ਆਪੇ, ਫਿਰ ਉਹਨਾਂ ਨੂੰ ਆਪੇ ਸਾਰੀ ਕਲੈਰਿਟੀ ਮਿਲ ਜਾਏਗੀ। ਹੁਣ ਅੱਜ ਅਸੀਂ ਮੈਡੀਟੇਸ਼ਨ 'ਚ ਆਏ ਹਾਂ, ਸਾਨੂੰ ਕਿੰਨੀ ਕਲੈਰਿਟੀ ਮਿਲ ਰਹੀ ਹੈ, ਸਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਉਹ ਪੜ੍ਹ ਰਹੇ ਹੈ, ਉਹ ਵੈਲ ਮੈਨਰਡ ਹੈ, ਬਸ ਅਸੀਂ ਜੇ ਮੈਡੀਟੇਸ਼ਨ ਮੰਗ ਲਈ। ਸੋ ਵਿਜ਼ੂਅਲਾਈਜ਼ ਕਰੋ ਕਿ ਇਹ ਤਾਂ ਜ਼ਰੂਰ ਵਿਜ਼ੂਅਲਾਈਜ਼ੇਸ਼ਨ ਕਿ ਤੁਹਾਡੇ ਸਾਰੇ ਫੈਮਿਲੀ ਮੈਂਬਰ ਘਰ 'ਚ ਬੈਠ ਕੇ ਇਕੱਠੇ ਮੈਡੀਟੇਸ਼ਨ ਕਰ ਰਹੇ, ਐਫਰਮੇਸ਼ਨ ਔਰ ਮੈਡੀਟੇਸ਼ਨ। ਤਾਂ ਇਸ ਲਈ ਜਦੋਂ ਵੀ ਐਫਰਮੇਸ਼ਨਸ ਕਰੋ ਉਹਨੂੰ ਵਿਜ਼ੂਅਲਾਈਜ਼ ਜ਼ਰੂਰ ਕਰੋ, ਹਮੇਸ਼ਾ ਇੱਕ 30 ਸੈਕਿੰਡ ਦੀ ਪਿਕਚਰ ਬਣਾਓ, ਔਰ ਦਿਨ 'ਚ ਜਦੋਂ ਵੀ ਐਫਰਮੇਸ਼ਨਸ ਕਰੋ, ਨਈ ਵੀ ਐਫਰਮੇਸ਼ਨ ਤੁਸੀਂ ਕਰ ਰਹੇ ਹੋ, ਤੁਸੀਂ ਗੱਡੀ 'ਚ ਵੀ ਬੈਠ ਕੇ ਉਹ ਤੁਹਾਡੀ ਇੱਕ ਕਹਿੰਦੇ ਨਾ ਹਮੇਸ਼ਾ ਉਹ ਰੀਪਲੇ ਤੇ ਰੱਖੋ, ਕਿਉਂਕਿ ਜਿੰਨਾ ਤੁਸੀਂ ਉਹਨੂੰ ਸੋਚੋਗੇ ਉਹਨੂੰ ਕਰੀ ਜਾਓਗੇ, ਤੁਹਾਡਾ ਜਿਹੜਾ ਤੁਹਾਡਾ ਅਵਚੇਤਨ ਮਨ ਹੈ ਉਹਨੂੰ ਰਿਐਲਿਟੀ ਮੰਨ ਲੇਗਾ।
ਜਦੋਂ ਉਹਨੇ ਉਹਨੂੰ ਰਿਐਲਿਟੀ ਮੰਨਣਾ ਸ਼ੁਰੂ ਕਰਤਾ, ਫਿਰ ਉਹ ਯੂਨੀਵਰਸ ਤੇ ਉਹੀ ਵਾਈਬ੍ਰੇਸ਼ਨਸ ਭੇਜੇਗਾ, ਕਿਉਂਕਿ ਉਹ ਹੈਗੀ ਹੈ, ਔਰ ਫਿਰ ਉਹੀ ਵਾਈਬ੍ਰੇਸ਼ਨਸ ਅਟਰੈਕਟ ਹੋ ਕੇ ਤੁਹਾਡੀ ਉਹ ਚੀਜ਼ ਜਲਦੀ ਜਲਦੀ ਮੈਨੀਫੈਸਟ ਹੋ ਜਾਏਗੀ। ਅਗਲਾ ਹੈ 4 ਰੂਲਸ ਆਫ ਮੈਨੀਫੈਸਟੇਸ਼ਨ। ਇਹ ਸਭ ਤੋਂ ਇੰਪੋਰਟੈਂਟ ਰੂਲਸ ਹੈ। ਅਸੀਂ ਹੁਣ 5 ਦਿਨ ਸਾਰਾ ਕੁਝ ਸਮਝ ਲਿਆ। ਅਸੀਂ ਸ਼ੁਕਰਾਨੇ ਦੇ ਬਾਰੇ ਗੱਲ ਕੀਤੀ, ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਬਾਰੇ ਗੱਲ ਕੀਤੀ, ਅਸੀਂ ਐਫਰਮੇਸ਼ਨਸ ਬਾਰੇ ਗੱਲ ਕੀਤੀ, ਅਸੀਂ ਅਬੰਡੈਂਸ ਸਾਰੀ ਬੇਅੰਤ ਚੇਤਨਾ ਬਾਰੇ ਗੱਲ ਕੀਤੀ, ਅੱਜ ਅਸੀਂ ਵਿਜ਼ੂਅਲਾਈਜ਼ੇਸ਼ਨ। ਬਟ ਜੇ ਅਸੀਂ ਇਹ 4 ਚੀਜ਼ਾਂ ਫੋਲੋ ਨਹੀਂ ਕੀਤੀਆਂ, ਦੈਨ ਅਸੀਂ ਜ਼ੀਰੋ ਤੇ ਆ। ਫਰਸਟ ਇਜ਼ ਪੇਸ਼ੈਂਸ। ਪੇਸ਼ੈਂਸ ਰੱਖਣੀ ਬੜੀ ਜ਼ਰੂਰੀ ਹੈ, ਕਿਉਂਕਿ ਕੋਈ ਵੀ ਅਸੀਂ ਪ੍ਰੋਸੈਸ ਕਰ ਰਹੇ ਹਾਂ ਉਸ ਚ ਪੇਸ਼ੈਂਸ ਦੇ। ਹੁਣ ਤੁਸੀਂ ਹੋਗੇ ਵੀ ਮੈਂ ਹੁਣ 4 ਦਿਨ ਕਰ ਲਿਆ ਜਾਂ ਮੈਂ 15 ਦਿਨ ਕਰ ਲਿਆ, ਹੁਣ ਮੈਨੂੰ ਕੋਈ ਰਿਜ਼ਲਟ ਨਹੀਂ ਆਇਆ ਤਾਂ ਨਹੀਂ ਹੈ, ਜਾਂ ਮੇਰੇ ਨਾਲ ਨਾ ਜੇ ਸਪੋਜ਼ ਤੁਸੀਂ 2 ਫਰੈਂਡਸ ਨੇ ਸ਼ੁਰੂ ਕੀਤਾ ਵੀ ਉਹਦੀ ਜਲਦੀ ਮੈਨੀਫੈਸਟੇਸ਼ਨ ਹੋ ਗਈ, ਮੇਰੀ ਮੈਨੀਫੈਸਟੇਸ਼ਨ ਨਹੀਂ ਹੋਈ, ਤਾਂ ਅਗੇਨ ਤੁਸੀਂ ਫੇਰ ਉਹ ਹਿਲ ਜਾਂਦੇ ਹੋ। ਤੁਸੀਂ ਪੇਸ਼ੈਂਸ ਨਾਲ ਇਸ ਪ੍ਰੋਸੈਸ ਨੂੰ ਚੱਲਣਾ, ਬਿਕੋਜ਼ ਇਹ ਅਗੇਨ ਮੈਂ ਉਸ ਦਿਨ ਬੋਲਿਆ ਸੀ, ਇਹ ਇੱਕ ਪ੍ਰੋਸੈਸ ਨਹੀਂ ਹੈ, ਇਹ ਹੁਣ ਸਾਡਾ ਲਾਈਫ ਸਟਾਈਲ, ਇਹ ਸਾਡਾ ਹੁਣ ਜ਼ਿੰਦਗੀ ਜੀਣ ਦਾ ਤਰੀਕਾ ਬਣ ਗਿਆ। ਸੋ ਪੇਸ਼ੈਂਸ ਸਭ ਤੋਂ ਬਹੁਤ 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 ਜ਼ਰੂਰੀ ਹੈ। ਦੂਸਰਾ ਹੈ ਟਰਸਟ, ਵਿਸ਼ਵਾਸ। ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਕਿ ਜੋ ਵੀ ਮੈਂ ਕਰ ਰਹੀ ਹਾਂ ਉਹ ਮੈਂ ਬਿਲਕੁਲ ਸਹੀ ਕਰ ਰਹੀ ਹਾਂ, ਮੈਂ ਬਿਲਕੁਲ ਸਹੀ ਰਸਤੇ ਜਾ ਰਹੀ। ਜੇ ਤੁਹਾਨੂੰ ਵਿੱਚ ਇਹ ਲੱਗੀ ਜਾਏਗਾ ਕਿ ਵੀ ਨਹੀਂ ਮੈਂ ਗਲਤ ਰਸਤੇ ਤੇ, ਇਹ ਚੀਜ਼ ਕੰਮ ਨਹੀਂ ਕਰ ਰਹੀ ਹੈ, ਔਰ ਤੁਸੀਂ ਫਿਰ ਆਪਣੇ ਥਾਟਸ ਪਾਈ ਜਾਓਗੇ ਕਿ ਸ਼ਾਇਦ ਕੰਮ ਨਹੀਂ ਕਰੀ, ਫਿਰ ਜਿੰਨਾ ਤੁਸੀਂ ਅੱਜ ਤੱਕ ਸਬਕੌਂਸ਼ੀਅਸ ਮਾਈਂਡ ਤੇ ਕੰਮ ਕੀਤਾ, ਫਿਰ ਯੂ ਹੈਵ ਟੂ ਸਟਾਰਟ, ਤੁਹਾਨੂੰ ਜ਼ੀਰੋ ਤੇ ਆ ਜਾਓਗੇ। ਸੋ ਟਰਸਟ, ਜਿੱਦਾਂ ਮੈਂ ਤੁਹਾਨੂੰ ਉਸ ਦਿਨ ਸੁਣਾਇਆ ਸੀ, ਜੇ ਅਸੀਂ ਰੇਡੀਓ ਤੇ ਹੈਗੇ ਆ 95.5, ਤੁਸੀਂ 100 ਤੇ ਜਾਣਾ, ਤੁਸੀਂ ਟਿਊਨ ਇਨ ਕਰੋ, ਤੁਹਾਨੂੰ ਵਿੱਚ ਆਵਾਜ਼ ਵੀ ਆਏਗੀ, ਡਿਸਟਰਬੈਂਸ ਵੀ ਆਏਗੀ, ਉਹ ਸਟੈਟਿਕ ਨੋਇਜ਼ ਵੀ ਆਏਗੀ, ਬਟ ਤੁਸੀਂ ਉਹਦੀ ਬਾਰੇ ਟੈਨਸ਼ਨ ਨਹੀਂ ਲੈਣੀ। ਤੁਹਾਨੂੰ ਪਤਾ ਕਿ ਤੁਸੀਂ ਟਿਊਨ ਇਨ ਕਰਦੇ ਰਹਿਣਾ ਤਾਂ ਕਿ ਤੁਸੀਂ 100.5 ਤੇ ਪਹੁੰਚੋ। ਜੇ ਤੁਸੀਂ ਵਿੱਚ ਕਰੋਗੇ ਨਹੀਂ ਨਹੀਂ ਬੜੀ ਪਤਾ ਨਹੀਂ ਸ਼ਾਇਦ ਮੈਂ ਗਲਤ ਟਿਊਨ ਇਨ ਕਰ ਰਹੀ ਹਾਂ, ਮੈਨੂੰ ਪਿੱਛੇ ਜਾਣਾ ਚਾਹੀਦਾ ਹੈ, ਮੈਨੂੰ ਇੱਦਾਂ ਕਿਉਂਕਿ ਆਵਾਜ਼ ਡਿਸਟਰਬੈਂਸ, ਦੈਨ ਅਗੇਨ ਤੁਸੀਂ ਜ਼ੀਰੋ ਤੇ ਆ ਜਾਓਗੇ। ਸੋ ਟਰਸਟ ਬਹੁਤ ਜ਼ਰੂਰੀ ਹੈ। ਚੌਥਾ ਹੈ ਪਰਸਿਸਟੈਂਸ। ਪਰਸਿਸਟੈਂਸ ਕੀ ਹੈ? ਬਾਰ-ਬਾਰ, ਜਿੱਦਾਂ ਇੱਕ ਬੱਚਾ ਹੈ, ਉਹ ਚੱਲਣਾ ਸ਼ੁਰੂ ਕਰਦਾ ਹੈ, ਜਦੋਂ ਚੱਲਣਾ ਸ਼ੁਰੂ ਕਰਦਾ, ਖੜਾ ਹੋਣਾ, ਉਹ ਕਿੰਨੀ ਕੁ ਵਾਰ ਗਿਰਦਾ, ਕਿੰਨੀ ਮਤਲਬ ਉਹ ਦਿਨ ਜਦੋਂ ਖੜਾ ਗਿਰਦਾ ਉਹ ਫੇਰ ਖੜਾ ਹੁੰਦਾ, ਉਹ ਪਰਸਿਸਟੈਂਟ ਹੈ। ਔਰ ਫਿਰ ਇੱਕ ਦਿਨ ਆਉਂਦਾ ਕਿ ਉਹ ਇੱਕਦਮ ਫਸਟ ਕਲਾਸ ਪੂਰੇ ਬੈਲੈਂਸ ਨਾਲ ਚੱਲਣਾ ਸ਼ੁਰੂ ਕਰਦਾ, ਦੌੜਨ ਲੱਗ ਜਾਂਦਾ। ਪਰ ਜੇ ਉਹ ਪਹਿਲੇ ਟਾਈਮ ਤੇ ਜਿਸ ਦਿਨ ਡਿੱਗਦਾ ਉਸ ਦਿਨ ਖੜਾ ਨਾ ਹੁੰਦਾ ਕਿ ਵੀ ਨਹੀਂ ਮੈਂ ਨਹੀਂ ਕਰਨਾ, ਚਲੋ 4 ਵਾਰ ਗਿਰ ਕੇ ਖੜਾ ਨਾ ਹੁੰਦਾ, ਫਿਰ ਉਹ ਕਦੀ ਚੱਲ ਨਹੀਂ ਪਾਉਂਦਾ। ਇਸ ਲਈ ਪਰਸਿਸਟੈਂਸ ਬੜੀ 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 ਜ਼ਰੂਰੀ ਹੈ। ਅਸੀਂ ਗਿਰਾਂਗੇ ਵੀ, ਅਸੀਂ ਫੇਲ ਵੀ ਹੋਵਾਂਗੇ, एवरीथिंग इज परफेक्टली फाइन, कोई प्रॉब्लम नहीं है। फेल होना गलत नहीं है, फेल होकर दोबारा ट्राई ना करना गलत है। गिरना गलत नहीं है, गिर के उठना नहीं उठना गलत है। सो परसिस्टेंस बहुत 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 जरूरी है। ट्रस्ट, पेशेंस ते परसिस्टेंस ए बहुत जरूरी है कि ए जिथे भी तुम चल रहे हो, ਅਸੀਂ ਬਿਲਕੁਲ ਸਹੀ ਰਸਤੇ ਚੱਲ ਰਹੇ ਹਾਂ। ਜੇ ਮੈਂ ਇੱਕ ਵਾਰ ਫੇਲ ਹੋਈ, ਮੇਰੀ ਇੱਕ ਵਾਰ ਚੀਜ਼ ਮੈਨੀਫੈਸਟ ਨਹੀਂ, ਕੋਈ ਗੱਲ ਨਹੀਂ, ਮੈਂ ਦੁਬਾਰਾ ਤੋਂ ਕਰਾਂਗੀ, ਨਹੀਂ ਤੇ ਮੈਂ ਦੁਬਾਰਾ ਤੋਂ ਕਰਾਂਗੀ ਚੀਜ਼ਾਂ। ਕਿਉਂਕਿ ਜਦੋਂ ਤੁਸੀਂ ਇੰਨੇ ਪਰਸਿਸਟੈਂਟ ਹੋ, ਫਿਰ ਕਹਿੰਦੇ ਨਾ ਕਿ ਜਦੋਂ ਤੁਸੀਂ ਇੰਨੀ ਸ਼ਿੱਦਤ ਨਾਲ ਚੀਜ਼ ਮੰਗਦੇ ਹੋ, ਯੂਨੀਵਰਸ ਤੁਹਾਨੂੰ ਆਪੇ ਆ ਕੇ ਦਿੰਦਾ ਹੈ। ਸੋ ਇੱਥੇ ਹੋਈ ਹੈ ਪਰਸਿਸਟੈਂਸ ਬਹੁਤ ਜ਼ਰੂਰੀ ਹੈ। ਦੂਸਰਾ ਹੈ ਫੋਕਸ। अपना फोकस नहीं हटाना अपने गोल तो। जे तो जो भी ਤੁਹਾਡਾ गोल है उस ਤੁਹਾਨੂੰ ਲੱਗ ਰਿਹਾ ਹੈ ਕਿ ਨਹੀਂ, ਕਈ ਵਾਰ ਤੁਹਾਨੂੰ ਲੱਗੇਗਾ ਕਿ ਮੇਰੀ ਚੀਜ਼ਾਂ ਹੋ ਨਹੀਂ ਰਿਹਾ, ਸ਼ਾਇਦ ਮੈਂ ਗੋਲ ਵੱਡਾ ਕਰ ਲਿਆ, ਛੋਟਾ ਕਰ ਲਿਆ। ਜਿੱਦਾਂ ਕਹਿੰਦੇ ਨਾ ਅਰਜੁਨ ਨੇ ਮੱਛਲੀ ਦੀ ਅੱਖ ਤੇ ਉਹਦਾ ਗੋਲ ਸੀ, ਤੁਹਾਡਾ ਗੋਲ ਉਹੀ ਹੋਣਾ ਚਾਹੀਦਾ ਹੈ, ਲੇਜ਼ਰ ਫੋਕਸ ਥਾਟਸ। ਇਹਨੂੰ ਕਹਿੰਦੇ ਮਿਰਾਕਲਸ ਥਿੰਕਿੰਗ। ਆਪਣੇ ਗੋਲ ਤੋਂ ਨਹੀਂ ਫੋਕਸ, ਜੇ ਤੁਸੀਂ ਆਪਣੇ ਗੋਲ ਤੋਂ ਫੋਕਸ ਹਟਾ ਲੋਗੇ, then again ਅਸੀਂ ਫੇਰ ਉਹ ਜ਼ੀਰੋ ਤੇ ਆ ਜਾਵਾਂਗੇ। ਬਿਕੋਜ਼ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ, ਫ੍ਰੀਕੁਐਂਸੀ ਵਧਾਣੀ ਔਖੀ ਨਹੀਂ ਹੈ, ਫ੍ਰੀਕੁਐਂਸੀ ਨੂੰ ਮੈਚ ਕਰਨਾ, ਉਸ ਤੇ ਰਹਿਣਾ, ਉਸ ਨੂੰ ਚੀਜ਼ ਤੇ ਰਹਿਣਾ, ਉਹ ਜ਼ਰੂਰੀ ਹੈ। ਤੁਸੀਂ ਅੱਜ ਫ੍ਰੀਕੁਐਂਸੀ ਵਧਾ ਰਹੇ ਹੋ, ਕੱਲ ਤੁਸੀਂ ਫੇਰ ਥੱਲੇ ਜਾ ਰਹੇ ਹੋ, ਫੇਰ ਤੁਸੀਂ ਉੱਪਰ ਥੱਲੇ ਗ੍ਰਾਫ 'ਚ ਰਹਿ ਜਾਓ। ਸੋ ਫੋਕਸ ਬੜਾ। ਸੋ ਇਸ ਲਈ 4 ਚੀਜ਼ਾਂ ਇਹ ਰੂਲਸ ਹੈ। ਜੇ ਤੁਸੀਂ ਇਹਨਾਂ 4 ਤੋਂ ਇੱਕ ਵੀ ਛੱਡਤਾ, ਦੈਨ ਜੋ ਤੁਸੀਂ 5 ਦਿਨ ਸਿੱਖਿਆ, ਜੋ ਤੁਸੀਂ ਅੱਜ ਤੱਕ ਗ੍ਰੈਟੀਟਿਊਡ ਲਿਖ ਰਹੇ ਹੋ, ਕੁਝ ਵੀ ਲਿਖ ਰਹੇ ਹੋ, ਤੁਸੀਂ ਫੇਰ ਜ਼ੀਰੋ ਤੇ ਆ ਰਹੇ ਹੋ। ਸੋ पेशेंस बहुत जरूरी है। ट्रस्ट, फेथ रखो कि भी नहीं मैनू ये चीज मिलेगी सब जरूर, और मैं सही रस्ते चल रहा। दूसरा परसिस्टेंस, बार बार फेल हो रहे हो, कोई गल नहीं, दोबारा उठ के ट्राई करो, दोबारा उठ के। और फोकस, अपना फोकस अपने गोल तो नहीं रहना, तुहाडा फोकस सिर्फ तुहाडे गोल ते। हुण ओह किवें होएगा, यूनीवर्स किद्दां लियाएगा, कित्थों अपॉर्चुनिटीज आउणगीआं, ओह भी यूनीवर्स, तुसीं तैयार हो, तुसीं ओहदे लई राइट एक्शन लै रहे हो। बिकॉज अगेन ਹੁਣ ਇਹ ਵੀ ਨਹੀਂ ਕਿ ਤੁਸੀਂ ਲਿਖਤਾ, ਗ੍ਰੈਟੀਟਿਊਡ ਕਰਤਾ, ਤੁਸੀਂ ਘਰ ਮੰਗਿਆ, ਤੁਸੀਂ ਆਰਾਮ ਨਾਲ ਹੁਣ ਬੈਠ ਕੇ ਵੀ ਅਸੀਂ ਹੁਣ ਕੁਝ ਨਹੀਂ ਕਰਨਾ। ਉਹਦੇ ਲਈ ਰਾਈਟ ਐਕਸ਼ਨ ਲੈਣਾ ਵੀ ਜ਼ਰੂਰੀ ਹੈ। ਉਹਦੇ ਲਈ ਜੇ ਤੁਸੀਂ ਨਵੀਂ ਜੌਬ ਮੰਗੀ ਹੈ ਤਾਂ ਆਫਕੋਰਸ ਤੁਸੀਂ ਬਾਹਰ ਜਾ ਕੇ ਆਪਣਾ ਰਿਜ਼ਿਊਮੇ ਪਾਓਗੇ, ਆਪਣਾ ਬਾਇਓਡਾਟਾ ਪਾਓਗੇ, ਤਾਂ ਕਿ ਉਹ ਤੁਹਾਨੂੰ ਤਾਂ ਕਿ ਬਾਹਰ ਤੁਹਾਡਾ ਹੋਏ। ਫਿਰ ਯੂਨੀਵਰਸ ਤੁਹਾਨੂੰ ਓਪਰਚੁਨਿਟੀਜ਼ ਆਪੇ ਭੇਜੇਗਾ, ਬਟ ਰਿਜ਼ਿਊਮੇ ਤੁਸੀਂ ਪਾਣਾ। ਹੁਣ ਤੁਹਾਨੂੰ ਘਰ ਆ ਕੇ ਕੋਈ ਬੈਲ ਮਾਰ ਕੇ ਨਹੀਂ ਕਹੇਗਾ ਕਿ ਵੀ ਆ ਕੇ ਸਾਡੀ ਜੌਬ ਲੈ ਲੈ। ਜੇ ਹੁਣ ਕੱਲ ਕਿਸੇ ਨੇ ਉਹ ਕੋਚਿੰਗ ਸੈਂਟਰ ਖੋਲਾ ਸੀ, ਉਹ ਠੀਕ ਹੈ, ਬਟ ਉਹਦੇ ਲਈ ਤੁਸੀਂ ਕੀ ਰਾਈਟ ਐਕਸ਼ਨਸ ਲੈਣੇ ਆ। ਯੂਨੀਵਰਸ ਤੁਹਾਡੀ ਕਹਿੰਦੇ ਨੇ ਯੂਨੀਵਰਸ ਤਿਆਰ ਹੁੰਦੇ, ਯੂਨੀਵਰਸ ਤੁਹਾਨੂੰ ਓਪਰਚੁਨਿਟੀਜ਼ ਭੇਜਦਾ ਤੁਸੀਂ, ਬਟ ਤੁਸੀਂ ਐਕਸ਼ਨ ਵੀ ਲੈਣਾ ਬਹੁਤ ਜ਼ਰੂਰੀ ਹੈ। then is celebrating the abundant life। ਹੁਣ ਅਸੀਂ ਸਾਰਾ ਕੁਝ ਸਿੱਖ ਲਿਆ, ਹੁਣ ਅਸੀਂ
abundant life ਕਿੱਦਾਂ ਰਹਿਣੀ ਹੈ? Again, ਹਮੇਸ਼ਾ abundant life means ਤੁਹਾਡੀ vibrations high ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾ is meditation। meditation ਹਰ ਚੀਜ਼ ਦਾ ਇਲਾਜ ਹੈ, ਔਰ ਉਹ ਕਹਿੰਦੇ ਨਾ ਕਿ ਉਹ ਕੋਰ ਹੈ। ਜੇ ਉਹ ਤੁਹਾਡਾ ਉਹਦਾ ਬੇਸ ਹੈ ਇੱਕ ਬਿਲਡਿੰਗ ਦਾ, ਜੇ ਤੁਹਾਡਾ ਬੇਸ ਹੀ ਨਹੀਂ ਸਟਰੋਂਗ ਹੈ, ਤਾਕਤ ਜਾਂ ਉਸੇ ਤਾਕਤਵਰ ਹੈ, ਤੁਸੀਂ ਜਿੰਨੀ ਮਰਜ਼ੀ ਲੰਬੀ ਤੇ ਸੋਹਣੀ ਬਿਲਡਿੰਗ ਬਣਾ ਲਓ, ਉਹਨੇ 2 ਮਹੀਨੇ ਤੋਂ ਬਾਅਦ ਡਿੱਗ ਜਾਣਾ। ਸੋ ਹਮੇਸ਼ਾ ਤਾਂ ਕਹਿੰਦੇ ਨਾ ਕਿ ਨੀਆਂ ਬੜੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ। ਸੋ ਮੈਡੀਟੇਸ਼ਨ ਤਾਂ ਹਰ ਚੀਜ਼ ਦਾ ਸੋਲੂਸ਼ਨ ਹੈ। ਤੁਸੀਂ ਮੇਰੇ ਤੋਂ ਕੁਝ ਵੀ ਕਰ ਲਓ, ਐਫਰਮੇਸ਼ਨ ਵਗੈਰਾ ਸਭ ਹੈਗੀ ਹੈ, ਬਟ ਜੇ ਅਸੀਂ ਮੈਡੀਟੇਸ਼ਨ ਨਹੀਂ ਕਰ ਰਹੇ, ਅਸੀਂ ਜ਼ੀਰੋ ਤੇ ਹਾਂ। ਸੋ ਸਭ ਤੋਂ ਪਹਿਲਾ ਇਜ਼ ਮੈਡੀਟੇਸ਼ਨ, ਦੈਨ ਅਗੇਨ ਤੁਹਾਡਾ ਬ੍ਰੈਥ ਵਰਕ, ਜਿਹੜਾ ਅਸੀਂ ਅਲੋਮ ਵਿਲੋਮ, ਕਿਉਂਕਿ ਬਰੀਥਿੰਗ ਵੀ ਬਹੁਤ ਜ਼ਰੂਰੀ ਹੈ। ਬਹੁਤ ਲੋਕੀ ਮੈਡੀਟੇਸ਼ਨ ਅਸੀਂ ਕੀ ਕਰ ਰਹੇ, ਅਸੀਂ ਆਪਣੇ ਸਾਹਾਂ ਨੂੰ ਦੇਖ ਰਹੇ ਹਾਂ। ਕਿੰਨੀ ਵਾਰ ਕਹਿੰਦੇ ਨਾ ਕਿ ਅਸੀਂ ਤਾਂ ਸਾਹ ਵੀ ਪ੍ਰੋਪਰਲੀ ਨਹੀਂ ਲੈਂਦੇ। ਅਗੇਨ ਆਪਣੇ ਤੁਸੀਂ ਪਾਠ ਕਰ ਰਹੇ ਹੋ, ਅੱਛਾ ਖਾਣਾ ਖਾਣਾ, ਵੈਜੀਟੇਰੀਅਨ ਸਾਥ, ਜਿਹੜਾ ਸੀ ਤੁਸੀਂ ਮੇਰਾ ਇੱਕ ਸੈਸ਼ਨ ਹੈ ਪੂਰਾ ਵੈਜੀਟੇਰੀਅਨਿਜ਼ਮ ਦੇ ਉੱਪਰ, ਜੇ ਇਹਨਾਂ ਨੇ ਨਹੀਂ ਦੇਖਿਆ ਪਲੀਜ਼ ਉਹ ਜਾ ਕੇ ਜ਼ਰੂਰ ਦੇਖ ਲੈਣ। ਉਸ 'ਚ ਮੈਂ ਸਾਰਾ ਕੁਝ ਵੈਜੀਟੇਰੀਅਨ ਬਾਰੇ ਗੱਲ ਕੀਤੀ ਕਿ ਸਾਨੂੰ ਕਿਹੜਾ ਕਿਉਂਕਿ ਉਹਨਾਂ 'ਚ ਅਗੇਨ ਹੁਣ ਉਹ ਜੇ ਮੈਂ ਉਸ ਟੌਪਿਕ ਤੇ ਆ ਗਈ ਤਾਂ ਉਹ ਪੂਰਾ ਹੋ ਟਾਈਮ ਲੱਗ ਜਾਣਾ। ਬਟ ਵੈਜੀਟੇਰੀਅਨ ਫੂਡ ਜਿਸ 'ਚ ਪ੍ਰਾਣਾ ਹੈ, ਜਿਸ 'ਚ ਕਾਸਮਿਕ એનર્ਜੀ ਨਾਲ ਭਰਿਆ ਹੋਇਆ ਹੈ, ਸਾਤਵਿਕ, ਉਹ ਜ਼ਰੂਰ ਖਾਣਾ ਚਾਹੀਦਾ ਹੈ। ਅੱਛੀਆਂ ਗਾਣੇ ਸੁਣੋ, ਸਾਊਂਡ ਸੁਣੋ, ਅਗੇਨ ਕਾਈਂਡਨੈਸ ਦੋ, ਗ੍ਰੈਟੀਟਿਊਡ ਦੋ, ਆਪਣਾ ਚੀਜ਼ਾਂ ਨੂੰ ਡੀਕਲਟਰ ਕਰੋ, ਨੇਚਰ ਦੇ ਨਾਲ ਰਹੋ, ਪੋਜ਼ਿਟਿਵ ਨੇਚਰ 'ਚ ਜ਼ਰੂਰ ਜਾ ਕੇ ਥੋੜੀ ਦੇਰ ਜ਼ਰੂਰ ਬੈਠੋ, ਬਿਕੋਜ਼ ਤੁਸੀਂ ਨੇਚਰ ਦੇ ਨਾਲ ਬੈਠਣਾ, ਤੁਸੀਂ ਆਪੇ ਚੀਜ਼ਾਂ ਨਾਲ ਕਨੈਕਟ ਹੋਣਾ ਸ਼ੁਰੂ ਹੋ ਜਾਂਦੇ ਹੋ। ਪੋਜ਼ਿਟਿਵ ਇਮੋਸ਼ਨਸ ਕਰੋ, ਔਰ ਅਗੇਨ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਆਪ ਨਾਲ ਟਾਈਮ ਸਪੈਂਡ ਕਰੋ। ਅਸੀਂ ਕਿੰਨੇ ਟਾਈਮ ਆਪਣੇ ਆਪ ਨਾਲ ਸਪੈਂਡ ਕਰਦੇ ਹਾਂ? ਅਸੀਂ ਹੁਣ ਬੱਚਿਆਂ ਦਾ ਕੰਮ ਕਰ ਲਿਆ, ਉਹਦਾ ਕਰ ਲਿਆ, ਆਪਣੇ ਆਪ ਨੂੰ ਪੈਂਪਰ ਕਰਨਾ ਵੀ ਬਹੁਤ ਜ਼ਰੂਰੀ ਹੈ। ਬਿਕੋਜ਼ ਜੇ ਅਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਾਂਗੇ, ਅਸੀਂ ਆਪਣੇ ਆਪ ਨੂੰ ਇੰਪੋਰਟੈਂਸ ਦੇਵਾਂਗੇ, ਸਾਨੂੰ ਕੋਈ ਹੋਰ ਇੰਪੋਰਟੈਂਸ ਨਹੀਂ ਦੇਗਾ। ਸੋ ਇਸ ਲਈ ਆਪਣੇ ਆਪ ਨੂੰ ਇੰਪੋਰਟੈਂਸ ਦੇਣੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਦੂਸਰੇ ਖਰਾਬ ਹੀ ਹੋ ਗਏ ਬਿਕੋਜ਼ ਮੈਂ ਇੰਪੋਰਟੈਂਟ ਹੈ, ਨਹੀਂ, ਬਿਕੋਜ਼ ਅਸੀਂ ਹਮੇਸ਼ਾ ਆਪਣੇ ਆਪ ਨੂੰ ਲਾਸਟ 'ਚ ਰੱਖਦੇ ਹਾਂ, ਆਪਣੇ ਆਪ ਨੂੰ, ਬਿਕੋਜ਼ ਇਹ ਤੁਹਾਡੇ ਅੰਦਰ ਪਿਆਰ ਹੈ ਤਾਂ ਹੀ ਤੁਸੀਂ ਲੋਕਾਂ ਨੂੰ ਦੋਗੇ ਨਾ। ਜੋ ਤੁਹਾਡੇ ਅੰਦਰ ਹੋਗਾ ਤੁਸੀਂ ਉਹੀ ਦੋਗੇ। ਜੇ ਤੁਸੀਂ ਥੱਕੇ ਹੋਏ ਹੋ, ਸਟ੍ਰੈਸਡ ਆਊਟ ਹੋ, ਆਪਣੇ ਆਪ ਨੂੰ ਸਭ ਤੋਂ ਲਾਸਟ ਤੇ ਰੱਖਿਆ ਹੋਇਆ, ਫਿਰ ਅਗੇਨ ਤੁਸੀਂ ਉਹੀ ਵਿਸ਼ਿਅਸ ਸਰਕਲ, ਤੁਸੀਂ ਵਾਪਸ ਜ਼ੀਰੋ ਤੇ ਆ ਰਹੇ ਹੋ। ਆਪਣੇ ਆਪ ਨੂੰ ਕਹਿੰਦੇ ਨਾ ਮੈਂ ਆਪਣੀ ਫੇਵਰਟ ਹਾਂ, ਤੁਸੀਂ ਆਪਣੇ ਫੇਵਰਟ ਬਣਨੇ ਚਾਹੀਦੇ ਹੋ। ਅਗੇਨ ਅਵੋਇਡ ਟੌਕਸਿਕ ਪੀਪਲ। ਹੁਣ ਟੌਕਸਿਕ ਪੀਪਲ ਦਾ ਮਤਲਬ ਕੀ ਹੈ? ਹੁਣ ਕਈ ਵਾਰ ਕਹਿੰਦੇ ਜਦੋਂ ਅਸੀਂ ਪਹਿਲੇ ਸੀਗੇ, ਅਸੀਂ ਜੋ ਮੈਡੀਟੇਸ਼ਨ ਤੋਂ ਪਹਿਲਾਂ ਅਸੀਂ ਫਰੈਂਡ ਨਾਲ ਜਾ ਕੇ ਬੈਠਦੇ ਸੀ, ਅਸੀਂ ਗੱਲਾਂ ਕਰਦੇ ਸੀ, ਨਹੀਂ ਵੀ ਹੋਏਗਾ ਤੇ ਉਹਨੇ ਵੀ ਆਪਣੇ ਹਸਬੈਂਡ ਬਾਰੇ 4 ਗੱਲਾਂ ਕਿ ਤੁਸੀਂ ਵੀ ਕਹੀਆਂ, ਸੱਸ ਬਾਰੇ, ਆਪਣੇ ਬੱਚਿਆਂ ਬਾਰੇ ਬੈਠ ਕੇ, ਕੋਈ ਗੱਲ ਨਹੀਂ ਵੀ, ਬਟ ਫਿਰ ਵੀ ਅਸੀਂ ਡਿਸਕਸ ਕੀ ਕਰਦੇ ਸੀ, ਬੱਚੇ ਇਹ ਨਹੀਂ ਕਰਦੇ, ਹਸਬੈਂਡ ਉਹ ਨਹੀਂ ਕਰਦਾ। ਹੁਣ ਤੁਸੀਂ ਮੈਡੀਟੇਸ਼ਨ ਚ ਆ ਕੇ ਤੁਹਾਨੂੰ ਪਤਾ ਚੀਜ਼ਾਂ ਨਹੀਂ ਕਰਨੀਆਂ, ਤੁਸੀਂ ਹੁਣ ਫੇਰ ਜਾਂਦੇ ਹੋ, ਤੁਸੀਂ ਨਹੀਂ, ਤੁਹਾਡੇ ਅੰਦਰੋਂ ਨਹੀਂ ਚਾਹ ਰਹੇ ਤੁਸੀਂ ਕਰੋ, ਪਰ ਤੁਹਾਨੂੰ ਲੱਗੇਗਾ ਜੇ ਮੈਂ ਨਹੀਂ ਕਰਾਂਗੀ ਨਾ ਹੋ ਗਈ, ਪਤਾ ਨਹੀਂ ਇਹ ਚੇਂਜ ਹੋ ਗਈ। ਬਿਕੋਜ਼ ਜਦੋਂ ਅਸੀਂ ਜਿੱਦਾਂ ਜੇ ਸਾਡੇ ਲਈ ਉਹ ਬੰਦੇ ਅਜੀਬ ਹੋ ਗਏ ਮੈਡੀਟੇਸ਼ਨ ਤੋਂ ਬਾਅਦ, ਕਿਉਂਕਿ ਉਹ ਕਿੱਦਾਂ ਸੋਚਦੇ, ਤਾਂ ਉਹਨਾਂ ਲਈ ਅਸੀਂ ਵੀ ਅਜੀਬ ਹਾਂ, ਉਹਨਾਂ ਲਈ ਅਸੀਂ ਵੀ ਕ੍ਰੇਜ਼ੀ ਹਾਂ ਕਿ ਪਤਾ ਨਹੀਂ ਇਹ ਕੀ ਕਰਦੇ ਰਹਿੰਦੇ ਸਾਰੇ ਦਿਨ ਅੱਖਾਂ ਬੰਦ ਕਰਕੇ। ਸੋ ਬਹੁਤ ਦੋਨੋਂ ਲਈ ਹੈ। ਸੋ ਇਸ ਲਈ ਉਹਨਾਂ ਨਾਲ ਜਦੋਂ ਜਾ ਰਹੇ, ਸਿਰਫ ਉਹਨਾਂ ਲਈ ਮੈਂ ਜਾਣ ਤੋਂ ਮਨਾ ਨਹੀਂ ਕਰ ਰਹੀ, ਆਫਕੋਰਸ ਜਾਣਾ ਤੁਸੀਂ ਬਿਲਕੁਲ ਸੋਸ਼ਲ ਲਾਈਫ ਨਹੀਂ ਛੱਡ ਸਕਦੇ, ਪਰ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਮਿਲਣ ਦੀ ਜ਼ਰੂਰਤ ਨਹੀਂ ਹੈ। ਤਾਂ ਇਨ ਦ ਸੈਂਸ ਕਿ ਜੇ ਉਹ ਗੌਸਿਪ ਕਰ ਰਹੇ, ਸਾਨੂੰ ਉਹਦੇ ਨਾਲ ਬੈਠ ਕੇ ਉਹਨਾਂ ਗੱਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਇੰਨਾ ਸਟਰੋਂਗ ਆਪਣਾ ਔਰਾ ਬਣਾ ਲਓ ਕਿ ਉਹਨਾਂ ਦੀ ਸਾਨੂੰ ਕੋਈ ਗੱਲ ਵੀ ਸਾਨੂੰ ਅੰਦਰ ਉਹ ਨਾ ਕਰੇ। ਬਿਕੋਜ਼ ਮੈਂ ਕਿੰਨੀ ਵਾਰ ਦੇਖਿਆ ਸਟਾਰਟਿੰਗ ਚ ਮੈਨੂੰ ਵੀ ਹੁੰਦਾ ਸੀ ਮੈਂ ਜਾਵਾਂਗੀ ਅੱਜ ਦੇ, ਕਿਉਂਕਿ ਤੈਨੂੰ ਕੀ ਹੋ ਗਿਆ, ਤੂੰ ਬਿਲਕੁਲ ਹੀ ਚੁੱਪ ਹੋ ਗਈ ਹੈ। ਬਿਕੋਜ਼ ਜਦੋਂ ਉਹ ਹੁਣ ਜਿਹੜੀਆਂ ਗੱਲਾਂ ਕਰਦੇ ਉਹ ਹੁਣ ਸਾਡੇ ਨਾਲ ਮੈਚ ਨਹੀਂ ਕਰਦੀਆਂ, ਕਿਉਂਕਿ ਸਾਨੂੰ ਬਹੁਤ ਚੀਜ਼ਾਂ ਦੀ ਸਮਝ ਆ ਗਈ ਹੈ। ਸੋ ਉਹਨਾਂ ਨੂੰ ਤਾਂ ਹੀ ਇਹ ਜਿਹੜੇ ਗਰੁੱਪ ਸੈਸ਼ਨ ਜਿਹੜੇ ਤੁਸੀਂ ਅੱਜ ਕਰ ਰਹੇ ਹੋ, ਬਿਕੋਜ਼ ਇਹਨਾਂ ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਸੋਲ ਫੈਮਿਲੀ ਕਹਿੰਦੇ, ਜੇ ਤੁਸੀਂ ਅੱਜ ਰੋਜ਼ ਆਪਾਂ ਸਵੇਰੇ 1 ਘੰਟਾ ਕਰਦੇ ਆ, ਇਹ ਕੀ ਹੈ? ਕਿਉਂਕਿ ਅਸੀਂ ਸਾਰੇ ਸੇਮ ਵਾਈਬ੍ਰੇਸ਼ਨ ਤੇ ਆ, ਅਸੀਂ ਸਾਰੇ ਇੱਕੋ ਫ੍ਰੀਕੁਐਂਸੀ ਤੇ ਸੋਚ ਰਹੇ ਹਾਂ। ਸੋ ਸਾਨੂੰ 1 ਘੰਟੇ ਚ ਇੰਨਾ ਕੁ ਜ਼ਿਆਦਾ ਉਹ ਫ੍ਰੀਕੁਐਂਸੀ ਔਰ ਇੰਨੀ ਜ਼ਿਆਦਾ ਭਰਪੂਰਤਾ ਮਿਲ ਜਾਂਦੀ ਕਿ ਅਸੀਂ ਕਹਿੰਦੇ ਕਿ ਠੀਕ ਹੈ। ਸੋ ਇਸ ਲਈ ਇਹੋ ਜਿਹੇ ਸੈਸ਼ਨਸ ਨੂੰ ਨਾ ਛੱਡੋ। ਇਹ ਨਹੀਂ ਕਿ ਵੀ ਮੈਂ ਆਪੇ ਮੈਡੀਟੇਸ਼ਨ ਤਾਂ ਕਰਨੀ ਹੈ, ਪਰ ਤੁਸੀਂ ਗਰੁੱਪ ਸੈਸ਼ਨਸ ਜਾਣੇ, ਉਹਦੀ એનર્ਜੀ, ਉਹਦੀ ਕੌਨਸ਼ੀਅਸਨੈਸ ਬਹੁਤ ਡਿਫਰੈਂਟ ਹੁੰਦੀ ਹੈ, ਉਹ ਸਾਨੂੰ ਅਲੱਗ ਲੈਵਲ ਤੇ ਲੈ ਕੇ ਜਾਂਦੀ ਹੈ। ਸੋ ਜ਼ਰੂਰ ਸੈਸ਼ਨਸ ਆਪਣਾ ਇਹ ਵਾਲਾ ਸੈਸ਼ਨ ਅਟੈਂਡ ਕਰੋ, ਬਿਕੋਜ਼ ਇੱਥੇ ਆ ਕੇ ਤੁਹਾਨੂੰ ਗਿਆਨ ਜੋ ਵੀ ਡਿਫਰੈਂਟ ਹੈ, ਬਟ ਤੁਹਾਡੀ ਆਲਰੇਡੀ ਚੀਜ਼ਾਂ ਬਹੁਤ ਹੁੰਦੀਆਂ। ਤਾਂ ਅਗੇਨ ਆਪਣੇ ਆਪ ਨੂੰ ਬਹੁਤ ਇੰਪੋਰਟੈਂਟ ਕਰੋ, ਆਪਣੇ ਖਾਣੇ ਤੇ ਧਿਆਨ ਰੱਖੋ, ਆਪਣੇ ਪਾਣੀ ਨੂੰ ਪੀਓ, ਅੱਛਾ ਨਾਰਮਲ ਹਾਈਡਰੇਟ ਰਹੋ, ਐਕਸਰਸਾਈਜ਼ ਕਰੋ, ਨੇਚਰ ਚ ਜਾਓ ਸਾਰਾ ਵੀ। ਔਰ ਅਗੇਨ ਗ੍ਰੈਟੀਟਿਊਡ ਜਰਨਲ ਲਿਖੋ, ਗ੍ਰੈਟੀਟਿਊਡ ਲਿਖੋ, ਇਹ ਸਾਰੀ ਤੁਹਾਡੀ ਵਾਈਬ੍ਰੇਸ਼ਨਸ ਨੂੰ ਹਾਈ ਕਰੇਗਾ। ਹੁਣ ਆ ਗਿਆ ਟੂਲਸ ਆਫ ਅਬੰਡੈਂਸ। ਮੈਂ ਕਾਲੀ ਟੂਲਸ ਬਾਰੇ, ਟੂਲਸ ਕੀ ਹੈ? ਟੂਲਸ ਹੈ ਕੋਈ ਵੀ ਚੀਜ਼ ਜਿਹੜੀ ਸਾਨੂੰ ਉਹ ਚੀਜ਼ ਨੂੰ ਆਸਾਨ ਬਣਾ ਦਿੰਦੀ ਹੈ। ਜਿੱਦਾਂ ਹੁਣ ਇੱਕ ਕਾਰ ਹੈ, ਕਾਰ ਇੱਕ ਟੂਲ ਹੈ, ਅਸੀਂ ਜਿੱਥੇ ਵੀ ਜਾਣਾ ਉਹ ਸਾਨੂੰ ਜਲਦੀ ਪਹੁੰਚਾ ਦੇਗੀ। ਫੋਨ ਇੱਕ ਟੂਲ ਹੈ, ਇੱਕ ਪੈਨ ਹੈ, ਇੱਕ ਟੂਲ ਹੈ, ਸਾਨੂੰ ਲਿਖਣ ਚ ਆਸਾਨੀ ਦਿੰਦੀ ਹੈ। ਹੁਣ ਇਸ ਤੋਂ ਸ਼ੁਰੂ ਕਰਨ ਤੋਂ ਪਹਿਲਾਂ, ਟੂਲਸ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗੀ, ਟੂਲਸ ਜਿੰਨੇ ਮਰਜ਼ੀ ਆ ਜਾਣ, ਜੇ ਤੁਸੀਂ ਮੈਡੀਟੇਸ਼ਨ ਆਪਣੀ ਨਹੀਂ ਰੈਗੂਲਰ ਕਰੋਗੇ,
ਟੂਲਸ ਦਾ ਕੋਈ ਫਾਇਦਾ ਨਹੀਂ। ਟੂਲਸ ਸਿਰਫ ਉਸ ਮੈਡੀਟੇਸ਼ਨ ਨੂੰ ਵਧਾਉਣ ਲਈ ਆਏ ਹੈ, ਪਰ ਉਹਦੇ ਲਈ ਵੀ ਟੂਲਸ, ਮੈਡੀਟੇਸ਼ਨ ਸਭ ਤੋਂ ਸਾਡੀ ਨੀਂਵ ਹੈ, ਮੈਡੀਟੇਸ਼ਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਸੋ ਪਹਿਲਾ ਟੂਲ ਜਿਹੜੀ ਅਸੀਂ ਗੱਲ ਕਰਾਂਗੇ ਉਹ ਹੈ ਪਿਰਾਮਿਡ। ਪਿਰਾਮਿਡ, ਕੱਲ ਵੀ ਅਸੀਂ ਜਦੋਂ ਕ੍ਰਿਸਟਲਸ ਬਾਰੇ ਗੱਲ ਕਰ ਰਹੇ ਸੀ ਉਦੋਂ ਮੈਂ ਤੁਹਾਨੂੰ ਕਿਹਾ ਸੀ ਪਿਰਾਮਿਡ ਇੱਕ ਇਹੋ ਜਿਹਾ ਟੂਲ ਹੈ ਜਿਹਦਾ ਕੋਈ ਨੈਗੇਟਿਵ ਜਾਂ ਪੋਜ਼ਿਟਿਵ ਨਹੀਂ ਹੈ। ਉਹ ਤੁਹਾਡੀ ਹਰ ਚੀਜ਼ ਨੂੰ ਵਧਾਉਂਦਾ ਹੈ। ਜਿੱਦਾਂ ਜਦੋਂ ਅਸੀਂ ਮੈਡੀਟੇਸ਼ਨ ਵੀ ਕਰਦੇ ਅਸੀਂ ਪਿਰਾਮਿਡ ਦੇ ਅੰਦਰ ਮੈਡੀਟੇਸ਼ਨ ਕਰੀਏ ਸਾਨੂੰ 3 ਗੁਣਾ ਜ਼ਿਆਦਾ ਕਾਸਮਿਕ એનર્ਜੀ ਮਿਲਦੀ ਹੈ। ਮੇਰਾ ਇੱਕ ਪੂਰਾ ਸੈਸ਼ਨ ਸੀ ਪਿਰਾਮਿਡਸ ਦੇ, ਔਰ ਐਂਡ 'ਚ ਜੱਸੀ ਮੈਮ ਨੇ ਪਿਰਾਮਿਡਸ ਬਾਰੇ ਇੱਕ ਸੀਗਾ ਉਹਦੇ ਬਾਰੇ ਦੱਸਿਆ ਸੀ ਜਿਹੜਾ ਸਾਨੂੰ ਕੁਦਰਤ ਨੇ ਪਿਰਾਮਿਡ ਦਿੱਤਾ ਹੈ, ਜਿਹਨੂੰ ਮੈਮ ਵਿਸ਼ ਬੈਂਕ ਕਰਕੇ ਵੀ ਬੋਲਦੇ ਆ। ਮੈਂ ਦੇਖਾਂ ਜਲਦੀ ਖਤਮ ਕਰ ਦਾਂਗੇ ਤਾਂ ਕਿ ਮੈਮ ਤੁਹਾਨੂੰ ਉਸ ਬਾਰੇ ਇੱਕ ਦੁਬਾਰਾ ਦੱਸ ਸਕਣ। ਜਦੋਂ ਵੀ ਐਫਰਮੇਸ਼ਨਸ ਕਰੋ, ਜੇ ਤੁਸੀਂ ਉਹ ਪਿਰਾਮਿਡ ਬਣਾ ਕੇ, ਜਿੱਦਾਂ ਮੈਮ ਨੇ ਸਮਝਾਇਆ ਸੀ, ਜੇ ਉਹਨਾਂ ਨੂੰ ਨਹੀਂ ਪਤਾ ਮੈਮ ਮੈਂ ਕਹਾਂਗੀ ਮੈਮ ਦੁਬਾਰਾ ਥੋੜਾ ਜਲਦੀ ਨਾਲ ਸਮਝਾ ਦੇਣ, ਔਰ ਬਾਕੀ ਲੋਕ ਮੇਰੇ ਦੁਬਾਰਾ ਜਾ ਕੇ ਉਹ ਪਿਰਾਮਿਡ ਸੈਸ਼ਨ ਨੂੰ ਦੇਖ ਸਕਦੇ ਹੋ। ਉਸ 'ਚ ਜੈਸੇ हमने ਬਿਲਕੁਲ 5 ਮਿੰਟ ਤੇ ਐਗਜ਼ੈਕਟਲੀ ਇੱਕ ਸਾਇੰਸ ਦੱਸੀ ਸੀ ਉਹਦੀ, ਤੇ ਉਹ ਪਿਰਾਮਿਡ ਬਹੁਤ ਕਰੋ। ਜਦੋਂ ਤੁਸੀਂ ਪਾਣੀ ਵੀ ਪੀ ਰਹੇ ਹੋ, ਪਾਣੀ ਨੂੰ ਪਿਰਾਮਿਡ ਦੇ ਅੰਦਰ ਚਾਰਜ ਕਰਕੇ ਪੀਓ, ਬਿਕੋਜ਼ ਅਗੇਨ ਹਰ ਚੀਜ਼ ਨੂੰ ਵਾਈਬ੍ਰੇਸ਼ਨਸ ਵਧਾ ਰਹੀਆਂ ਹੈ। ਸੋ ਪਿਰਾਮਿਡ ਸਭ ਤੋਂ ਬੈਸਟ ਟੂਲ ਹੈ। ਜੇ ਤੁਸੀਂ ਮੈਨੂੰ ਪੁੱਛੋਗੇ ਮੇਰਾ ਇੱਕ ਫੇਵਰੇਟ ਟੂਲ ਦੱਸ ਦਿਓ, ਤਾਂ ਮੈਂ ਸਭ ਤੋਂ ਪਹਿਲਾਂ ਮੈਂ 3-4 ਟੂਲ ਲਿਖੇ ਹੈ, ਬਿਕੋਜ਼ ਆਈ ਜਸਟ ਵਾਂਟਡ ਟੂ ਗਿਵ ਯੂ ਕਿ ਲਿਟਲ ਮੋਰ, ਕਹਿੰਦੇ ਨਾ ਇੱਕ ਟੌਪਿਕ ਨੂੰ ਥੋੜਾ ਜਿਹਾ ਸਿਰਫ ਹੱਥ ਲਗਾਉਣ ਲਈ ਦੱਸਣਾ ਚਾਹ ਰਹੀ ਹੈ, ਬਟ ਪਿਰਾਮਿਡ ਤੋਂ ਉੱਪਰ ਕੋਈ ਟੂਲ ਨਹੀਂ ਹੈ। ਦੈਟਸ ਦ ਬੈਸਟ ਟੂਲ, ਔਰ ਉਹ ਈਜ਼ੀਲੀ ਅਵੇਲੇਬਲ ਹੈ। ਉਹਦੇ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਜੇ ਉਹਦੀ ਫ੍ਰੀਕੁਐਂਸੀ ਟਿਊਨ ਇਨ ਹੋਈ, ਹਾਂ ਉਹਦਾ ਐਂਗਲ ਸਹੀ ਹੋਣਾ ਚਾਹੀਦਾ ਹੈ। ਪਿਰਾਮਿਡ ਦਾ ਸਭ ਤੋਂ ਇੱਕੋ ਹੀ ਹੈ ਕਿ ਉਹਦਾ ਐਂਗਲ ਪਰਫੈਕਟ ਹੋਣਾ ਚਾਹੀਦਾ ਹੈ। ਜੇ ਉਹਦਾ ਐਂਗਲ ਪਰਫੈਕਟ ਹੈ, ਤੁਸੀਂ ਆਪਣੇ ਫੋਨ 'ਚ ਆਪਣੀ ਹਰ ਚੀਜ਼ ਦੇ ਉੱਪਰ ਰੱਖ ਸਕਦੇ ਹੋ। ਔਰ ਪਿਰਾਮਿਡ ਸਾਨੂੰ ਇਲੈਕਟ੍ਰੋਮੈਗਨੈਟਿਕ ਫੀਲਡ ਤੋਂ ਵੀ ਬਚਾਉਂਦਾ, ਜਿਹੜੇ ਸਾਡੀਆਂ ਲੈਪਟਾਪ ਇਹਦੇ ਨਾਲ ਜਿਹੜੀਆਂ ਵੀ ਉਤਰ ਰਹੀਆਂ, ਬਿਕੋਜ਼ ਉਹ ਸਾਡੀ ਵਾਈਬ੍ਰੇਸ਼ਨਸ ਨੂੰ ਬਹੁਤ ਲੋ ਕਰਦੀ ਹੈ, ਉਹਦੇ ਨਾਲ ਉਹ ਵੀ ਵਾਈਬ੍ਰੇਸ਼ਨ ਚੇਂਜ ਕਰਦਾ ਹੈ। ਦੂਜਾ ਹੈ ਕ੍ਰਿਸਟਲਸ। ਕੱਲ ਅਸੀਂ ਕ੍ਰਿਸਟਲਸ ਬਾਰੇ ਗੱਲ ਕੀਤੀ। ਜੇ ਕਿਸੇ ਨੂੰ ਕ੍ਰਿਸਟਲਸ ਬਾਰੇ ਹੋਰ ਦੇਖਣਾ ਤੇ ਪਰੀ ਪਥਰੀ ਦਾ ਚੈਨਲ ਹੈ YouTube ਤੇ, ਉੱਥੇ ਜਾ ਕੇ ਉਹਨੇ ਬਹੁਤ ਸਾਰੇ ਕ੍ਰਿਸਟਲਸ ਬਾਰੇ ਗੱਲ ਕੀਤੀ ਹੈ। ਜੇ ਕਿਸੇ ਨੇ ਉਹਦੇ ਬਾਰੇ ਗੱਲ ਕਰਨੀ ਹੈ ਤੇ ਉਹ ਜਾ ਕੇ ਪਲੀਜ਼ ਉਹਦੀ ਵੀਡੀਓਜ਼ ਦੇਖ ਲੈਣ, ਤੁਹਾਨੂੰ ਕ੍ਰਿਸਟਲਸ ਬਾਰੇ ਬਹੁਤ ਨੌਲੇਜ ਹੋ ਜਾਏਗੀ। ਬਾਕੀ ਜਿਹੜੇ 2 ਅਬੰਡੈਂਸ ਦੇ ਕ੍ਰਿਸਟਲਸ ਹੈ ਉਹ ਹੈ ਸਿਟਰੀਨ ਤੇ ਪਾਇਰਾਈਟ, ਉਹ ਮੋਸਟਲੀ ਅਸੀਂ ਅਬੰਡੈਂਸ ਲਈ ਯੂਜ਼ ਕਰਦੇ ਹਾਂ। ਦੂਜੇ ਐਸੈਂਸ਼ੀਅਲ ਆਇਲਸ। ਐਸੈਂਸ਼ੀਅਲ ਆਇਲਸ ਕੀ ਹੈ? ਜਿਹੜੇ ਵੀ ਤੁਹਾਡੇ ਫਲਾਵਰਸ ਐਸੇ ਨੇ ਤੁਹਾਡੇ, ਔਰ ਉਹ ਇਹਦੇ ਨਾਲ ਕੀ ਹੁੰਦਾ, ਤੁਹਾਡੇ ਆਸ-ਪਾਸ ਦੀ ਵਾਈਬ੍ਰੇਸ਼ਨਸ ਕਹਿੰਦੇ ਨਾ, ਕਿਉਂਕਿ ਕਈ ਵਾਰ ਸਾਨੂੰ ਅਸੀਂ ਹੁਣ ਘਰ 'ਚ ਸਾਰੇ ਮੈਡੀਟੇਟਰਸ ਨਹੀਂ ਹੈ, ਬਹੁਤ ਨੈਗੇਟਿਵ એનર્ਜੀਜ਼ ਵੀ ਆ ਜਾਂਦੀ ਹੈ, ਕੋਈ ਤੁਹਾਡੇ ਬਾਹਰੋਂ ਵੀ ਆਉਂਦਾ ਉਹਨਾਂ ਦੀ એનર્ਜੀਜ਼, ਤਾਂ ਇਹ ਸਾਰੀ ਚੀਜ਼ਾਂ ਨੂੰ ਪਿਓਰ ਕਰ ਦਿੰਦਾ। ਅਸੀਂ ਘਰ ਧੂਪ ਬੱਤੀ ਕਿਉਂ ਕਰਦੇ ਹਾਂ? ਕਿ ਜੇ ਥੋੜੀ ਬਹੁਤੀ ਨੈਗੇਟਿਵ એનર્ਜੀ ਹੈ ਉਹਨੂੰ ਦੂਰ ਕਰੋ। ਨਾਲ ਹਰ ਇੱਕ ਐਸੈਂਸ਼ੀਅਲ ਆਇਲ ਦੀ ਆਪਣੀ ਇੱਕ ਹਾਇਰ ਫ੍ਰੀਕੁਐਂਸੀ ਹੈ। ਜਿੱਦਾਂ ਸਾਡੀ ਬਾਡੀ 62 to 72 ਦੇ ਮੈਗਾਹਰਟਜ਼ ਉਹ ਸਾਡੀ ਬਾਡੀ ਦੀ ਫ੍ਰੀਕੁਐਂਸੀ ਹੈ। ਜਿਹੜਾ ਰੋਜ਼ ਐਸੈਂਸ਼ੀਅਲ ਆਇਲ ਹੈ ਉਹਦੀ ਆਲਮੋਸਟ 438 ਫ੍ਰੀਕੁਐਂਸੀ। ਤੇ ਜਦੋਂ ਜਿਹਨਾਂ ਕੋਲ ਤਾਂ ਐਸੈਂਸ਼ੀਅਲ ਆਇਲਸ ਹੈਗੇ ਹੈ, ਉਹ ਡਿਫਿਊਜ਼ਰ 'ਚ ਪਾ ਕੇ ਜ਼ਰੂਰ ਤੁਸੀਂ ਜਦੋਂ ਮੈਡੀਟੇਸ਼ਨ ਕਰਦੇ ਹੋ ਜਾਂ ਉਦਾਂ ਵੀ ਸਵੇਰੇ ਉੱਠ ਕੇ ਤੁਸੀਂ ਜ਼ਰੂਰ ਲਗਾਓ, ਬਿਕੋਜ਼ ਉਹ ਉਦਾਂ ਹੀ ਕਹਿੰਦੇ ਨਾ, ਤੁਸੀਂ ਤੁਹਾਨੂੰ ਅੱਛੀ ਸਮੈਲ ਆ ਰਹੀ ਹੈ, ਅੱਛੀ ਫ੍ਰੈਗਰੈਂਸ ਹੈ, ਤੁਹਾਡਾ ਉਦਾਂ ਹੀ ਤੁਹਾਡਾ ਮੂਡ ਅਪਲਿਫਟ ਹੋ ਜਾਂਦਾ ਹੈ। ਸੋ ਐਸੈਂਸ਼ੀਅਲ ਆਇਲ, ਜਿਹੜਾ ਕੋਲ ਐਸੈਂਸ਼ੀਅਲ ਆਇਲਸ ਨਹੀਂ ਹੈ, ਔਰ ਇੰਡੀਆ 'ਚ ਵੈਸੇ ਇੰਡੀਆ 'ਚ ਅਵੇਲੇਬਲ ਹੈ, ਬਟ ਸਪੈਸ਼ਲੀ ਜਾ ਕੇ ਖਰੀਦਣ ਦੀ ਲੋੜ ਨਹੀਂ ਕਿ ਅੱਜ ਹੱਲੀ ਨਹੀਂ ਕਿ ਤੁਹਾਨੂੰ ਐਸੈਂਸ਼ੀਅਲ ਆਇਲਸ ਕਰਨੇ ਹੈ। ऐसा कुछ नहीं, ਜਿਹੜਾ ਤੁਸੀਂ ਨਾਰਮਲ ਧੂਪ ਬੱਤੀ ਕਰ ਰਹੇ ਹੋ, ਔਰ ਜੇ ਤੁਸੀਂ ਨਹੀਂ ਵੀ ਕਰੋਗੇ ਟੂਲਸ ਤਾਂ ਵੀ ਪਰਫੈਕਟ ਹੈ। ਜੇ ਤੁਸੀਂ ਇੱਕ ਪਿਰਾਮਿਡ ਨਾਲ ਹੀ ਕੰਮ ਕਰ ਲਿਆ, ਤੁਹਾਡੀ ਹਰ ਚੀਜ਼ ਉਦਾਂ ਹੀ ਬਹੁਤ ਜਲਦੀ ਐਂਪਲੀਫਾਈ ਹੋ ਗਈ ਹੈ। ਚੌਥਾ ਹੈ ਕਲਰਸ। ਹੁਣ ਤੁਸੀਂ ਮੇਰੀ ਪ੍ਰੈਜੈਂਟੇਸ਼ਨ ਦੇਖੋਗੇ ਮੈਂ ਸਾਰੇ ਵਾਇਲਟ ਐਂਡ ਬਲੂ ਔਰ ਪਿੰਕ ਕਲਰ ਯੂਜ਼ ਕੀਤੇ, ਬਿਕੋਜ਼ ਇਹਨਾਂ ਦੀ ਫ੍ਰੀਕੁਐਂਸੀਜ਼ ਬੜੀ ਹਾਇਰ ਹੁੰਦੀ ਹੈ। ਸੋ ਇਹ ਕਲਰਸ, ਕਿਉਂਕਿ ਹਰ ਇੱਕ ਕਲਰ ਦੀ ਆਪਣੀ ਫ੍ਰੀਕੁਐਂਸੀ ਹੈ, ਸੋ ਜਦੋਂ ਅਸੀਂ ਇਹਨਾਂ ਦੇ ਕਲਰਸ ਦੇ ਆਸ-ਪਾਸ ਆਲਰੇਡੀ ਮੂਡ ਅਪਲਿਫਟ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਤੁਸੀਂ ਹੁਣ ਅੱਜ ਆਪਣੇ ਘਰ ਨੂੰ ਪਰਪਲ ਪੇਂਟ ਕਰ ਲਓ, ਏਦਾਂ ਕੁਝ ਵੀ ਨਹੀਂ ਹੈ। ਪਰ ਜਨਰਲੀ ਤੁਸੀਂ ਕੁਝ ਸਪੋਜ਼ ਤੁਸੀਂ ਕੋਈ ਪਿੱਲੋ ਕਵਰ ਲੈਣ ਜਾ ਰਹੇ ਹੋ ਕੁਝ, ਤੇ ਟਰਾਈ ਕਰਨਾ ਕਿ ਜਿਹੜੇ ਤੁਸੀਂ ਹਾਈ ਵਾਈਬ੍ਰੈਂਟ ਕਲਰ, ਜਿਹਨਾਂ ਅਸੀਂ ਪਰਪਲ ਕਹਿੰਦੇ ਆ, ਵਾਇਲਟ ਕਹਿੰਦੇ ਆ, ਇੰਡੀਗੋ, ਬਲੂ ਕਲਰਸ, ਇਹ ਬਹੁਤ ਹਾਈ ਵਾਈਬ੍ਰੈਂਟ ਕਲਰਸ ਹੈ, ਬਿਕੋਜ਼ ਇਹ ਤੁਹਾਡੀ ਸਪਿਰਿਚੁਅਲਿਟੀ ਨਾਲ ਜੁੜਦੇ ਆ। ਸੋ ਇਹ ਹੈ ਸਾਡੇ ਅਬੰਡੈਂਸ ਦੇ ਟੂਲਸ। ਤੇ ਸਭ ਤੋਂ ਇੰਪੋਰਟੈਂਟ ਟੂਲ ਜੇ ਤੁਸੀਂ ਯੂਜ਼ ਕਰਨਾ ਹੈ ਅੱਜ ਤੋਂ, ਉਹ ਹੈ ਪਿਰਾਮਿਡ। ਐਂਡ ਜੱਸੀ ਮੈਮ ਤੁਹਾਨੂੰ ਮੈਂ ਕਹੂੰਗੀ, ਤੁਹਾਨੂੰ ਜਿਹੜਾ ਕੋਈ ਪਿਰਾਮਿਡ ਨਹੀਂ ਹੈ ਕੋਈ ਗੱਲ ਨਹੀਂ, ਸਾਡੇ ਕੋਲ ਇੱਕ ਕੁਦਰਤੀ ਪਿਰਾਮਿਡ ਹੈ ਜਿਹੜਾ ਸਾਨੂੰ ਕੁਦਰਤ ਨੇ ਦਿੱਤਾ ਹੈ, ਅਸੀਂ ਉਹ ਯੂਜ਼ ਕਰਕੇ ਇਹ ਟੂਲਸ ਨੂੰ ਯੂਜ਼ ਕਰ ਸਕਦੇ ਹਾਂ। ਔਰ ਅਗੇਨ ਐਟ ਦਾ ਐਂਡ ਵੀ ਆਰ ਕ੍ਰੀਏਟਰਸ, ਅਸੀਂ ਕ੍ਰੀਏਟਰ ਹਾਂ। ਅਸੀਂ ਇੱਥੇ ਸਿਰਫ ਕ੍ਰੀਏਟ ਕਰਨ ਆਏ ਆ, ਐਕਸਪੀਰੀਅੰਸ ਕਰਨ ਆਏ ਆ। ਜਿਸ ਤਰ੍ਹਾਂ ਹਮੇਸ਼ਾ ਕਹਿੰਦੇ ਅਸੀਂ ਇੱਥੇ ਅਨੁਭਵ ਕਰਨ ਆਏ ਆ। ਅਸੀਂ ਇਸ ਦੁਨੀਆ, ਹੁਣ ਅਸੀਂ ਕੀ ਅਨੁਭਵ ਕਰਨਾ ਹੈ ਇਹ ਹੁਣ ਸਾਡੇ ਹੱਥ ਹੈ। ਅਸੀਂ ਚੰਗਾ ਅਨੁਭਵ ਕਰ ਰਹੇ ਹਾਂ ਕਿ ਖਰਾਬ ਅਨੁਭਵ ਕਰ ਰਹੇ ਹਾਂ। ਅਗੇਨ ਵੀ ਆਰ ਰਿਸਪੋਂਸਿਬਲ ਫॉर एवरीथिंग ਇਨ ਆਰ ਲਾਈਫ। ਅਸੀਂ 100% ਆਪਣੀ ਲਾਈਫ 'ਚ ਰਿਸਪੋਂਸਿਬਲ ਹਾਂ ਹਰ ਚੀਜ਼ ਲਈ, ਕੋਈ ਮਾੜੀ ਹੋਏ ਜਾਂ ਚੰਗੀ ਹੋਏ, ਕੋਈ ਸਕਸੈਸ ਹੋਏ ਫੇਲਿयर हो, वो ਸਾਡੇ ਹੀ ਮਾइंड ਦਾ, ਸਾਡੀ ਹੀ ਸੋਚ ਦਾ ਨਤੀਜਾ ਹੈ। तो इसलिए ਅਸੀਂ ਮੈਡੀਟੇਸ਼ਨ ਕਰੀਏ, ਆਪਣੇ ਮਾइंड ਨੂੰ ਓਪਨ ਰੱਖੀਏ, ਆਪਣੀ ਵਾਈਬ੍ਰੇਸ਼ਨਸ ਨੂੰ ਹਾਈ ਕਰੀਏ, ਐਫਰਮੇਸ਼ਨਸ ਕਰੀਏ, ਸ਼ੁਕਰਾਨਾ ਕਰੀਏ, ਵਿਜ਼ੂਅਲਾਈਜੇਸ਼ਨ ਕਰੀਏ, ਆਪਣੀ ਵੀ ਜ਼ਿੰਦਗੀ ਨੂੰ ਭਰਪੂਰ ਬਣਾਈਏ ਤੇ ਆਪਣੇ ਆਸ-ਪਾਸ ਦੀ ਜ਼ਿੰਦਗੀ ਨੂੰ ਵੀ ਭਰਪੂਰ ਬਣਾਈਏ। थैंक यू सो मच। जस्सी मैम, जे
ਹੈਗੇ ਹੋ ਤਾਂ ਪਲੀਜ਼ ਤੁਸੀਂ ਇੱਕ ਵਾਰ ਆਪਣੇ ਵਿਸ਼ ਬੈਂਕ ਬਾਰੇ ਥੋੜਾ ਜਿਹਾ ਜਲਦੀ ਨਾਲ ਦੱਸ ਸਕਦੇ ਹੋ? ਥੈਂਕ ਯੂ ਹਰਲੀਨ ਜੀ, ਥੈਂਕ ਯੂ। ਬਹੁਤ ਹੀ ਸੋਹਣਾ ਤੁਸੀਂ 5 ਦਿਨ ਅਲੱਗ-ਅਲੱਗ ਟੌਪਿਕਸ ਅਬੰਡੈਂਸ ਦੇ ਨਾਲ ਜੁੜੇ ਹੋਏ ਦੱਸੇ, ਸੋ ਬਹੁਤ ਹੀ ਅੱਛਾ ਲੱਗਾ। ਬਹੁਤ ਹੀ ਇੱਕ ਸੀਕੁਐਂਸ ਵਿੱਚ ਇੱਕ ਬੜੇ ਤਰੀਕੇ ਨਾਲ, ਇੱਕ ਸਲੀਕੇ ਨਾਲ ਤੁਸੀਂ ਸਾਰੀ ਇੱਕ ਪੁਆਇੰਟ ਨੂੰ ਲਿਆ ਔਰ ਸਮਝਾਇਆ। ਔਰ ਮੈਂ ਚਾਹਾਂਗੀ ਪਹਿਲੇ ਕਿ ਅਗਰ ਕਿਸੇ ਦਾ ਕੁਐਸਚਨ ਹੈ ਤੇ ਤੁਸੀਂ ਕੁਐਸਚਨ ਕਰਕੇ ਇਹਨੂੰ ਕਲੈਰਿਟੀ ਕਰ ਲਓ, ਫਿਰ ਜਾਂਦੇ ਜਾਂਦੇ ਅਸੀਂ ਪਿਰਾਮਿਡ ਵਿਸ਼ ਬੈਂਕ ਦੇ ਬਾਰੇ ਵਿੱਚ ਇੱਕ ਵਾਰੀ ਐਕਸਪੈਰੀਮੈਂਟ ਕਰਾਂਗੇ, ਤਾਂ ਕਿ ਜਿਹੜੀ ਵੀ ਤੁਸੀਂ ਵਿਸ਼ ਕਰ ਰਹੇ ਹੋ, ਜੋ ਵੀ ਤੁਸੀਂ ਅਫਰਮੇਸ਼ਨ ਕਰ ਰਹੇ ਹੋ, ਉਹ ਐਂਪਲੀਫਾਈ, ਉਹ ਵੱਧ ਜਾਏ, ਹੋਰ ਵੱਧ ਜਾਏ, ਜਲਦੀ ਪੂਰੀ ਹੋ ਜਾਏ। ਉਹ ਫਿਰ ਅਸੀਂ ਜਾਣ ਲੱਗਿਆ ਗੱਲ ਕਰਾਂਗੇ। ਪਹਿਲੇ ਜਿਨ੍ਹਾਂ ਦੇ ਪ੍ਰਸ਼ਨ ਹੈ ਤੁਸੀਂ ਪ੍ਰਸ਼ਨ ਕਰ ਲਓ ਆਪਣੇ। ਓਕੇ ਮੈਮ। हाँ जी मीनू मैम। प्रणाम मैम, सभी को मेरी प्रणाम। मैम मैं ना ये पूछना चाहती थी कि जैसे क्रिस्टल्स हैं वो ना रखे हुए हैं मेरी सिस्टर के घर में, उनको दिए थे, मैंने तो कहा भी नहीं था, तो वो उन्होंने जैसे अलमीरा में रख रखे हैं। अब वो नेगेटिव एनर्जी वगैरह ले रहे होंगे, तो कहाँ रखे? मंदिर में रख दें वो लोग? मैडम आप अपने बारे में बात करो। मैम वो मुझे कोई खुद का है? मैम वो मुझे देना चाहते हैं, क्योंकि वो लेके मेरे लिए आए थे। अब वो उनके घर में पड़े, मैं डरती मारी ले नहीं रही हूँ। मैम आप YouTube में जाओगे ना, आप वहां पे आप परिपत्री के चैनल पे जाओ, उन्होंने पूरी कितनी सारी वीडियो सिर्फ क्रिस्टल्स पे करी है, आपको बहुत नॉलेज हो जाएगी। आपको मेरे से नहीं, आपको उसमें इतनी नॉलेज मिल जाएगी। आप परिपत्री के चैनल पे जाके उन्होंने ऑलमोस्ट 10 के 15 सिर्फ क्रिस्टल्स के ऊपर वीडियोस करी, आप उनको देखो, आपको सारे आंसर्स मिल जाएंगे। मैम एक विजुअलाइजेशन जैसे करते हैं, एक ना मेरे जो विजुअलाइजेशन में ऐसे है कि अपने आप भी ख्याल जो आ जाता है ना, वो जो भी मतलब आता है, जैसे कुछ भी आ गया, नेगेटिव भी आ जाते हैं, तो वो हो जाते हैं साथ के साथ ही। मतलब जैसे एक मतलब मैंने सोचा है साथ के साथ ही शाम तक वो पूरा हो जाएगा। तो नेगेटिव आ रहा है तो हम कोशिश तो यही कर रहे हैं कि हम पॉजिटिव लाने की कोशिश करें, तो अपने आप जो आ रहे हैं हमें अपने आप भी चेंज कर सकते हैं। आपको कोई भी नेगेटिव आ रहा है, 5 सेकंड रूल देखो कि 5 सेकंड में आपने उसको कट कर देना है एक पॉजिटिव थॉट डाल के, क्योंकि आप अपने वो थॉट्स आ रहे हैं, बट अगर आपको कोई भी नेगेटिव आ रहा है उसको उसी टाइम पे कट करके उसमें पॉजिटिव डाल, कट कर देती हूँ मैं कट करके फिर दोबारा से सही मतलब अपने दिमाग में लाने की कोशिश जैसे आपकी मेडिटेशन प्रैक्टिस बढ़ती जाएगी, आपका माइंड वैसे क्लैरिटी में होता जाएगा, आपके थॉट्स वैसे ही कम होने शुरू हो जाएंगे, नेगेटिव थॉट्स। सो मेडिटेशन करते रहो और अपने इस चीज को करते रहो, प्रैक्टिस करोगे, धीरे धीरे आपके अपने आप थॉट्स कम होते जाएंगे। बिकॉज एक दिन में कुछ नहीं होगा, मैंने कहा हम 70,000 थॉट्स ले रहे हैं, उसमें से 70% नेगेटिव ले रहे हैं। तो जैसे आप मेडिटेशन आपकी बढ़ती जाएगी, आपका मेडिटेशन पावर बढ़ती जाएगी, तो आपके थॉट्स वैसे धीरे 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 कम होने शुरू हो जाएंगे। और उसके बाद अगर हम उसको दोबारा कट करके पॉजिटिव से करें, तो धीरे धीरे आपका जो सबकॉन्शियस माइंड है फिर वो पॉजिटिव को लेना शुरू कर देगा, क्योंकि आज तक हमारे सबकॉन्शियस मैंने सिर्फ नेगेटिव को लिया है। तो अगर हम पॉजिटिव डाल रहे हैं उसको, उसके लिए भी थोड़ा मुश्किल है ना एकदम में उसको कोई भी चीज चेंज करना, तो आप कट करके डालते रहो, अपनी मेडिटेशन को नहीं छोड़ना। मैं ये 5 लाइन्स डेली रात को लिख रही हूँ, जो धन्यवाद आपने मतलब मैंने महसूस किया कल कि सुबह सुबह जैसे जैसे भी मतलब धन्यवाद के भाव में आ रहे हैं, मतलब उस खुशी में, और जो हम नॉर्मल रहते थे हमें पता नहीं था, उसमें जमीन आसमान का फर्क है। मतलब वो जो है इतनी खुशी है कि आप उसको संभाल नहीं पाते। 21 दिन के बाद यू विल बी अ न्यू यू, आप एक नए उसमें आओगे। सो बस इसको करते रहो, एफर्मेशंस करते रहो। और मैं फिर बोल रही हूँ, मेडिटेशन से ऊपर कोई चीज नहीं है, उसको मत छोड़ना। ये ना कहना है कि मैं एफर्मेशंस लगी आज मेडिटेशन को आज मैं छोड़ देती हूँ। मैंने तो अगर वो बस नहीं है तो जो भी है ना, मैंने तो मैम वैसे मेरे हस्बैंड नहीं करते हैं, बच्चे मेरे करने लग गए। मैंने विजुलाइज बस वही किया कि मेरी पूरी फैमिली कर रही है, और भी लोग कर रहे हैं हमारे आसपास जो है, जिनको भी मैं बताती जा रही हूँ। मतलब मैं विजुलाइजेशन अपने आप ही कर लेती हूँ कि वो करते जा रहे हैं तो वो करना स्टार्ट कर रहे हैं। हस्बैंड सबसे लास्ट में करेंगे, पर करेंगे जरूर, वो सबसे लास्ट में, सबके वो हस्बैंड लास्ट करेंगे लास्ट में करते हैं। हाँ जी हाँ जी, वो मतलब पता चल रहा है। थैंक यू मीनू जी, थैंक लगे यू रहो, मीनू जी, आपने भी अपनी विजुलाइजेशन पे हटाना नहीं है, वो जरूर करेंगे। थैंक यू जी, थैंक यू मैम। दिव्या भारती जी ने अनम्यूट किया हुआ अपने आप को। नमस्कार मैम, सबको मेरी नमस्कार। मैम मुझे बस ये पूछना था लिन जी के जो हम एफर्मेशंस करते हैं वो हम मतलब डेली नए करें या हम कोई रिपीट में करें, या हमको कितने एफर्मेशंस एक टाइम में करने चाहिए?
मैम 3 to 5 इज इनफ। जो भी आपका गोल है, जो भी आपको चाहिए, आपको अपने आप में जो चेंजेस लेके आने हैं, या जो भी आपने अपना गोल सोचा है, वो आप तब तक करो जब तक आपका गोल मैनिफेस्ट नहीं होता। उसको अब ये देखो अगेन, अब आपकी पावर है, इंटेंशन पावर कितनी स्ट्रांग है। वो महीने में होता है, 2 महीने में होता है, हफ्ते में हो रहा है। सो एफर्मेशंस आपको वही रिपीट करनी है, बिकॉज आपको अपने सबकॉन्शियस माइंड को प्रोग्राम करना है। सो यू हैव टू अंटिल रिपीट अंटिल वो उसको बिलीफ सिस्टम ना बना ले कि यस दिस इज माय न्यू बिलीफ सिस्टम। सो एफर्मेशंस आप वही रिपीट करोगे। ग्रेटिट्यूड आप रोज डिफरेंट करोगे, जो आपने ग्रेटिट्यूड जर्नल लिखना है, दैट विल बी डिफरेंट। अगर अगर मेरी एफर्मेशंस में मेरे बिजनेस को लेके है, मेरी हेल्थ को लेके है, मेरे हाउस को लेके है, या जैसे आपने कहा कि कार को लेके है, मतलब जो भी हमारी डिजायर्स हैं, मनी को लेके है, तो हम सारी चीजों में से जैसे हमने 5 सिलेक्ट कर लिया और डेली हम उसको रिपीट करते रहे। मैम आप 10 भी कर सकते हो। मैंने 5 इसलिए बोला था बिकॉज दे आर इजी। आप उठते एकदम में कर सकते हो। अगर आपको उठ के 15-20 मिनट आपको बैठना, आपको अगर मैंने लेट हो गया, मुझे ऑफिस जाना है ना, देन सारा कुछ वो हो जाता है। 3 to 5 मैंने कहा था जो आपको बहुत इंपॉर्टेंट है, दैट आई एम रेडी, आई एम अ मनी मैग्नेट, माय बिजनेस इज फ्लरिशिंग। सो आई थिंक वो करके आप 3 to 5 कर लो, ताकि वो आप कभी भी बोल सको, बिकॉज ये हमने बहुत बार रिपीट करनी है, हमने विजुअलाइज भी करना। आप जितनी उनको, अगर आप 25 लेके बैठोगे, 25 में कोई प्रॉब्लम नहीं, आप कर सकते हो। दूसरा, एक तो आपका सबकॉन्शियस माइंड बड़ा वो कंफ्यूज हो जाएगा, इतना सारा कुछ एकदम आ रहा है, और दूसरा आपको टाइम लगेगा। तो आप 3-4 दिन या हफ्ता तो रेगुलर करोगे, बट कई बार आप उसपे वो फिर कहते हैं ना, हम उसको प्रॉपर लाइफस्टाइल नहीं बना सकते। और हम वो चीज करें जो कि हम इजीली हमेशा कर सकते हैं, फुल लाइफ। ठीक है, मतलब जैसे मैं सुबह उठती हूँ तो मैं अपने हाथ देखती हूँ दोनों, और उसके बाद थैंक्स बोलती हूँ ईश्वर को, तो उस टाइम में मैं ये भी कर सकती हूँ साथ में। हाँ जी, वो थैंक्स बोल के अपनी एफर्मेशन शुरू कर दो, एंड उसके बाद अपनी करो। और जब मेडिटेशन फिनिश करते हो, आपने अपनी मेडिटेशन फिनिश की, उसके बाद भी थैंक यू करके अपनी एफर्मेशंस बोलो। और मैंने कल ही बोला था कि अपनी एफर्मेशंस अपने बाथरूम में लगा सकते हो, जहां पे भी आप खाना बना रहे हो। ये तो 3 टाइम बहुत इंपॉर्टेंट है, बिकॉज ये बेस्ट टाइम है। बट आप गाड़ी चलाते हो, बिकॉज वो अगर 3-4 होंगे आपको याद भी हो जाएंगे, तो यू कैन जस्ट कीप रिपीटिंग, विजुअलाइज करके 2 मिनट के लिए, क्योंकि हमने कोई बहुत बड़ी पिक्चर तो बनाई नहीं। आप विजुअलाइज करते रहो कि हाँ मेरा बिजनेस बढ़ रहा है, जो भी आपके पास कार मैनिफेस्ट हो रही है, आप वो उसी कार को चला रहे हो, उसमें बैठ के अपनी कार एंजॉय करो। थैंक यू मैम। थैंक यू सो मच। अनुपमा मैम अनम्यूट कीजिए। हेलो मैम, नमस्कार टू ऑल। नमस्कार। नमस्कार मैम। मैडम बहुत अच्छा लग रहा है, आप इतना एनर्जी से भर के बोल रहे हो, सुनने में मजा आ जाता है। थैंक यू सो मच मैम। हाँ, तो मैडम मेरे ना 2 क्वेश्चन है। पहला क्वेश्चन तो ये है कि जैसे हम कहते हैं पिरामिड टूल है, वो हमारी एनर्जी को बढ़ा देता है, जो भी एनर्जी हम क्रिएट कर रहे हैं। तो जैसे हम ध्यान में बैठते हैं, तो मैं अपना बताती हूँ कि अगर 1 घंटा ध्यान में बैठती हूँ तो मुश्किल से कभी 1 मिनट, कभी 2, मुश्किल से 10 मिनट ध्यान लगता है, बाकी तो सब थॉट्स ही चलते हैं। और ज्यादातर थॉट्स वो नेगेटिव होते हैं, हमारे डर से होते हैं। जिन चीजों से हम डरे होते हैं, उसने ऐसा बोल दिया, उसने ऐसा किया, वही चलते रहते हैं। तो जब पिरामिड के नीचे बैठते हैं, क्या वो हमारी नेगेटिव एनर्जी को भी बढ़ाता है? नहीं नहीं, अगर आप जस्सी मैम का आपने सुना होगा, जैसे हम कहते हैं ये जो थॉट्स आ रहे हैं, ये आपको ये निकल रहे हैं, बिकॉज आपके दिमाग में इतना भरा हुआ है। तो जब मेडिटेशन करते हैं तो ये धीरे धीरे थॉट्स को, हम ये नहीं बोल रहे वो आ रहे हैं, आप सोचो वो निकल रहे हैं आपके दिमाग से। सो आप थॉट्स पे डरो मत। और हमेशा होता है, अभी भी मैं भी करती हूँ, तो कई बार अगर आपका बहुत ज्यादा आप बाहर में आपका दिमाग, अगर कुछ काम है आपके भी बिजी, तो आपको अभी भी थॉट्स आएंगे। मुझे भी कई बार टाइम लगता है, कई बार मुझे 15-20 मिनट लग जाते हैं कि वो थॉटलेस स्टेट में। और थॉटलेस स्टेट की टेंशन मत लो, आप ये देखो कि आपको आपने बैठना है, आपकी प्रैक्टिस है। और जो पिरामिड में क्या होता है, आपका फोकस बहुत जल्दी लगता है, ये एक वो है, तो आपको नेगेटिव को बढ़ाएगा नहीं, वो आपको और जल्दी आपको फोकस उसमें कहते हैं ना कि उसमें जाने में हेल्प करेगा। क्योंकि कहते हैं पिरामिड से कई लोग जिनके बहुत थॉट्स आते हैं, उन्होंने देखा था कि वो पिरामिड के आगे उनको थॉटलेस, उनके थॉट्स कम हो गए, क्योंकि उनका फोकस बहुत है। अभी तो हम ये ना बैठे हैं तो आपके ध्यान में कि अच्छा मैं खाने में क्या बनाऊं, अब मैं खाने में, क्योंकि कई बार होता है आपको बैठ के आप खाने के बारे में सोचने लग जाते हो कि मैं खाने में क्या। तो पिरामिड आपके थॉट्स को बढ़ाएगा, जैसे हमने क्या थॉट जा रहे हैं, तो आप थॉट्स की टेंशन मत लो, और पिरामिड आपको हेल्प करेगा और फोकस करने के लिए। आप ज्यादा थॉटलेस स्टेट में जाओगे, वो आपकी नेगेटिविटी को नहीं बढ़ाएगा। जी जी, थैंक यू मैम। थैंक यू। मैम आप म्यूट हो गए हो। हेलो। हाँ जी मैम। हाँ हाँ मैम, दूसरा क्वेश्चन ये है कि सारा ज्ञान आपके अंदर ये कैसे उतरा? आपने मतलब अर्जित किया या अपने आप उतरा ध्यान से? अगर आप शेयर करना चाहो। मैंने सिर्फ जैसी, मैं कह रही हूँ, मैं जब ध्यान में आई थी, बिकॉज मैं एक सिख परिवार से हूँ, तो मेरे लिए बहुत ज्यादा प्रॉब्लम थी, अगेन सबकी तरह, कि ये क्यों हो रहा है। और मैं कह रही हूँ जिस दिन मैंने, और समहाउ जस्सी मैम का पहला मैंने सुना था, और मुझे लगा कि जस्सी मैम सरदार ने होकर इतना कुछ कर सकती है, तो मैं गलत नहीं कर रही हूँ।
मैं सब मास्टर्स भी, आप यूपीएम से जाके सब को सुनते जाओ और फिर उसको अपनी लाइफ में उतारो। और ये मेरा जो है मेरा एक्सपीरियंस है, मैं हाँ सुनती हूँ, पढ़ती हूँ, रिसर्च करती हूँ, बट मैंने एक्सपीरियंस किया हुआ है। तो आई थिंक इसलिए मैं बहुत कॉन्फिडेंस से बोल रही हूँ, क्योंकि मैंने कहते हैं ना इसको मैंने खुद जिया हुआ है। तो हम सब में ये पावर है, हम सब में ये ज्ञान है। आप इस बार अगर आप एक बार एफर्मेशंस कर लोगे, आपकी बेनिफिट्स होंगे, तो आप खुद आपके मुझे भी हम सबको सेम सेशन दे सकते हो। और बाकी जस्सी मैम जिनके कहते हैं ना वो टीपी सर बोलते हैं कप्तान है हमारे उसके, तो हम तो सब वैसे ही पा रहे हैं। और जस्सी मैडम तो सच्ची पंजाब के लिए खास वरदान है, पंजाबियों के लिए। मैं खुद सोचती हूँ, हम लोग पटियाला में रहते हैं, मैं जितना भी मेरा सर्कल है ज्यादातर सरदार है, क्योंकि बचपन से पढ़े लिखे, हमें तो कोई फर्क नहीं लगता है ना। तो वही बात है, कहीं ना कहीं मुझे लगता था कि हमारा पूरा सिख समाज कहीं अटक गया है, वो ध्यान में नहीं जाना। तो इसके लिए मेरे को बड़ा अच्छा लगता है। तो थैंक यू जस्सी मैम। बाबा जी ने जस्सी मैम को इसलिए भेजा था कि हम सबको सीधे रास्ते में डाल सके। और जो उन्होंने वीडियो भेजी थी उससे पहले ही मेरे अंदर आता था कि गुरबानी में है कि पौन गुरु पानी पीता, है ना। ठीक है मैम, पत्री जी ने दूसरों को बात करने का मौका दीजिए। ठीक है जी। हरविंदर मैम। हाँ जी, सत श्री अकाल जी, सत श्री अकाल जस्सी मैडम। सत श्री अकाल जस्सी। मेरा क्वेश्चन ਇਹ ਸੀ ਗੋਲ ਇੱਕ ਟਾਈਮ ਇੱਕੋ ਹੀ ਹੋਣਾ ਚਾਹੀਦਾ ਜਾਂ ਕਿ ਆਪਾਂ ਦੋ ਰੱਖ ਸਕਦੇ ਦੋ ਤਿੰਨ ਵੀ ਕਰ ਸਕਦੇ ਹੋ। ਹੁਣ ਇੰਨੇ ਨਾ ਕਰੋ ਕਿ ਵੀ ਸਾਨੂੰ ਹੀ ਪ੍ਰੋ ਹੋ ਜਾਏ। ਜਿੱਦਾਂ ਐਫਰਮੇਸ਼ਨਸ ਹੈ 3 ਜਾਂ 4 ਤੁਸੀਂ ਕਰ ਸਕਦੇ ਹੋ, ਬਟ ਉਹ ਕਰੋ ਜਿਹੜੇ ਤੁਹਾਡਾ ਮਤਲਬ ਹੁਣ ਜੇ ਸਪੋਜ਼ ਤੁਸੀਂ 20,000 ਕਮਾ ਰਹੇ ਹੋ, ਤੁਸੀਂ ਇੱਕਦਮ 10 ਲੱਖ ਦੀ ਨੌਕਰੀ ਮੰਗੋਗੇ ਤਾਂ ਲੌਜੀਕਲ ਮਾਈਂਡ ਉਹਨੂੰ ਲਏਗਾ ਹੀ ਨਹੀਂ। ਸੋ ਜਿਹੜਾ ਤੁਹਾਨੂੰ ਲੱਗੇ ਕਿ ਅਟੇਨੇਬਲ ਵੀ ਹੈਗਾ। अगेन 10 ਲੱਖ ਲੈਣਾ ਗਲਤ ਨਹੀਂ, ਮਿਰਾਕੁਲਸ ਥਿੰਕਿੰਗ ਅਸੀਂ 10 ਲੱਖ ਕਰ ਸਕਦੇ ਹਾਂ, ਬਟ ਕਿਉਂਕਿ ਅਸੀਂ ਹੁਣ ਸਟਾਰਟ ਕਰ ਰਹੇ ਹਾਂ, ਅਸੀਂ ਆਪਣੇ ਆਪ ਤੇ ਡਾਊਟ ਕਰਨਾ ਸ਼ੁਰੂ ਕਰ ਦਾਂਗੇ ਕਿ ਜੇ 20,000 ਹੈ ਸੋ ਇਸ ਲਈ 70 ਸਪੋਜ਼ 70 ਤੋਂ ਜਿਹੜਾ ਅਟੇਨੇਬਲ ਗੋਲ ਹੈ ਤੁਸੀਂ 3-4 ਰੱਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਬਟ ਅਗੇਨ ਤੁਹਾਡੀ ਇੰਟੈਂਸ਼ਨ ਕਿੰਨੀ ਸਟਰੋਂਗ ਹੈ, ਤੁਹਾਡੀ ਮੈਡੀਟੇਸ਼ਨ ਤੁਸੀਂ ਕਿੰਨੀ ਜ਼ਿਆਦਾ ਕਰ ਰਹੇ ਹੋ। ਜਿੰਨੀ ਮੈਡੀਟੇਸ਼ਨ ਕਰੋਗੇ ਤੁਸੀਂ ਉਨਾ ਤੁਹਾਡੀ એનર્जीਜ਼ ਹੋਣਗੀਆਂ, ਉਨੀ ਤੁਹਾਡੀ ਇੰਟੈਂਸ਼ਨ ਹੋਏਗੀ। ਜਿੰਨਾ ਗੋਲ ਕਰਨੇ ਉਨੀ ਮੈਡੀਟੇਸ਼ਨ ਵਧਾ ਦਿਓ, ਹਰ ਗੋਲ ਦੀ 1 ਘੰਟਾ ਮੈਡੀਟੇਸ਼ਨ ਵਧਾ ਦਿਓ। ओके, हाँ ठीक है, ठीक। थैंक यू। थैंक यू। हाँ जी कैलाश आंटी जी। सत श्री अकाल आंटी। सत श्री अकाल आंटी। आंटी आप म्यूट करो। मैं बस आज सत श्री अकाल करना है। मैंने कहा लास्ट डे है आपका, फिर तो कब होगी कब होगी। मैं ये बताना चाहती थी, मैं ये यूज करती हूँ, सिर पे रख के और पानी पीती हूँ, इसी से नहाती भी हूँ, दवाइयाँ भी इसी के नीचे रख के सारा दिन रखी रहती है, खाती हूँ। जब ये मन नहीं करता, जैसे मैम ने ये बताया था, ये हाथ थे, वो मैं गोदी में हाथ रख के ये बना लेती। बहुत अच्छा आंटी, आप हम सबके लिए बहुत बड़ी इंस्पिरेशन हो। थैंक यू जस्सी मैम को, थैंक यू जिन्होंने ये बताया। बहुत 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 थैंक यू। देखो कितने थैंक यू वापस आ रहे हैं, इसीलिए मैं कहती हूँ बांटो बांटो बांटो। सारा दिन थैंक यू बोलती हूँ, सारा दिन आप लोग को थैंक यू बोलती हूँ, पूरे घर परिवार को। बस यही कहना चाहती थी, और कुछ नहीं। बहुत कुछ सुन लिया, बहुत पा लिया, बहुत कर रहे हैं। एक बात पूछती हूँ बेटा, मैं ऑक्सीजन लगाती हूँ, पहले मैं लगाती थी मुझे पता नहीं चलता था, अब उसकी मुझे स्मेल ज्यादा आती है। कम भी कर दी है मैंने, कम भी कर दिया उसका नंबर, फिर भी मेरे ना गले में धचका लगता है। बंद करो तो घर वाले नहीं छोड़ेंगे, अपना सांस भी फूलता है। ठीक है, क्या करूँगा मैं? ठीक है, थोड़ा थोड़ा आप ध्यान करते रहो। थैंक यू बेटा, बस आपको थैंक यू करने आई। हाँ जी जीत सिंह जी, अनम्यूट करो। हेलो, हाँ जी, सत श्री अकाल जी। सत श्री अकाल, सत श्री अकाल। लीन जी अज 5 दिन हो गए ने पूरे, ते बहुत खुशी वाली गल है जी, सानू चंगा लग्या, बहुत ही वधिया। ते
बाकी सारे ने क्वेश्चन पूछ ले, मैं लास्ट करके लास्ट तक लोड़ नहीं है पूछने की, कुछ और मिल जाता है, इदा ही सीखते रहने है। एंड बहुत ही वधिया जी। बाकी ਜਿਹੜਾ ਤੁਸੀਂ ਦੱਸਿਆ ਸੀਗਾ ਆਪਣੇ ਜਸਵਿੰਦਰ ਮੈਮ ਜੀ ਨੇ ਕਿ ਅਸੀਂ ਕੀ मैं निकल गया दिमाग ਦੇ ਵਿੱਚੋਂ, ਹੁਣ ਆ ਨਹੀਂ ਰਿਹਾ। ਚਲੋ ਕੋਈ ਗੱਲ ਨਹੀਂ, ਜਦੋਂ ਯਾਦ ਆਏਗਾ ਤਾਂ ਦੱਸ ਦੇਣਾ, ਜਦੋਂ ਯਾਦ ਆਏਗਾ ਉਹ ਦੱਸ ਦਾਂਗੇ। ਤੇ ਬਾਕੀ ਜਿਹੜੇ ਅਸੀਂ ਤੁਸੀਂ ਦੱਸਿਆ ਸੀਗਾ ਇੰਟਰੋਡਕਸ਼ਨ ਲਿਖਣੀ ਹੈਗੀ ਜਿਹੜੀ ਹੈਗੀ ਉਹ 3 ਜਾਂ 4 ਵਾਰੀ ਅਸੀਂ ਲਿਖਣੀ ਸੁਣਿਆ ਸੀ ਮੈਂ, ਕਾਫੀ ਕੁਝ ਆਪਣੇ ਜਿਹਨੇ ਮਾਰਕਸ ਨੇ ਸਭ ਨੇ ਦੱਸਿਆ ਹੈਗਾ। ਔਰ ਉਹਨੂੰ ਬਾਰ-ਬਾਰ ਲਿਖਣ ਨਾਲ ਕੋਈ ਜ਼ਰੂਰੀ ਹੈ ਜਾਂ ਕਿ ਇੱਕ ਵਾਰ ਲਿਖਣਾ ਜਾਂ ਕੋਈ ਐਫਰਮੇਸ਼ਨ ਤੁਸੀਂ ਇੱਕ ਵਾਰ ਲਿਖ ਲਿਆ, ਉਸ ਤੋਂ ਬਾਅਦ ਤੁਸੀਂ ਬਾਰ-ਬਾਰ ਆਪਣੇ ਬੋਲਦੇ ਰਹੋ। शुक्राना ਅਸੀਂ ਲਿਖਣਾ ਹੈ, शुक्राना लिखना डेली। हाँ, शुक्राना लिखिया पीछे लिखिया जब तक एक काम पूरा नहीं हो जाता मैं चेंज नहीं करती। वेरी गुड, ओके ओके ओके, ठीक है। शुक्राना रोज लिखना है क्योंकि वो लिखा शुक्राना रोज लिखना है। हां, शुक्राना रोज लिखना और रोज डिफरेंट लिखना है। जे आज जेडे 5 शुक्राने लिखे कल डिफरेंट होने चाहिए, डिफरेंट होने चाहिए। ठीक है, थैंक यू जी, थैंक यू थैंक यू थैंक यू। हां जी, सुखबीर कौर जी। हाँ जी, सत श्री अकाल मैम जी। मैम हाँ जी मैम जी, मैं तुहाडा बहुत बहुत धन्यवाद करदी हां कि तुसीं सैशन विच आए, तुसीं सानू इन्नी वधिया डीप नॉलेज दित्ती ते बहुत वधिया लगा। पर ये मैम जी कल तुसीं जो टॉपिक दस रहे सीगे ना, मैनू बहुत मैं इंप्रैस होई उस चीज़ तो कि जिवें तुसीं दस्सिया कि मतलब कि वो बेबी जिन्हां दे मतलब अपना प्री मैच्योर हुंदे सी, डैथ हो जाती सी उन्हां बेबी दी, ते ओह चर्च विच जाके ते ओह करदे सी अपना उन्हां वास्ते प्रे करदे सीगे। तो ਉਹਦੇ ਵਿੱਚ ਮੈਨੂੰ ਇੰਨਾ ਚੰਗਾ ਲੱਗਿਆ ਕਿ ਉਹ ਗੱਲ ਸੁਣ ਕੇ ਮੇਰੇ ਮਨ ਨੂੰ ਮਤਲਬ ਕਿ ਸ਼ਾਂਤੀ ਮਿਲੀ ਇਸ ਚੀਜ਼ ਬਾਰੇ ਕਿ ਜਿਹੜਾ ਤੁਸੀਂ ਦੱਸਿਆ ਕਿ ਵੀ ਮੈਂ ਵੀ ਇੰਨੀ ਪਰੇਸ਼ਾਨ ਸੀਗੀ, ਮੇਰਾ ਬੇਬੀ ਇਸ ਤਰ੍ਹਾਂ ਹੋ ਗਿਆ ਤੇ ਮੈਂ ਉੱਥੇ ਜਾ ਕੇ ਸੋਚਦੀ ਸੀ ਕਿ ਮੇਰੇ ਤੋਂ ਮਤਲਬ ਕਿ ਇੱਥੇ ਕੋਈ ਵੱਧ ਦੁਖੀ ਨਹੀਂ ਗਾ, ਵੀ ਸਭ ਤੋਂ ਦੁੱਖ ਵੱਡਾ ਮੇਰਾ ਆ। ਤੇ ਬਾਕੀ ਤੁਸੀਂ ਜਦੋਂ ਉਹਨਾਂ ਨੂੰ ਪੁੱਛਿਆ, ਕਿਸੇ ਨਾਲ ਗੱਲਬਾਤ ਕੀਤੀ ਤੇ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਕਿਸੇ ਦੇ 7 ਬੇਬੀ ਹੋਏ ਤੇ ਉਹ ਇਸ ਤਰ੍ਹਾਂ ਹੀ ਪ੍ਰੀ ਮੈਚੁਰ ਚਲੇ ਗਏ ਤੇ ਉਹਨਾਂ ਤੁਹਾਨੂੰ ਇਹ ਕਿਹਾ ਕਿ ਵੀ ਮਤਲਬ ਇਹ ਮੇਰਾ ਜੋ 4-5 ਮਹੀਨੇ ਦਾ ਜੋ ਮਤਲਬ ਬੇਬੀ ਮੇਰੀ ਗਰਭ ਚ ਰਿਹਾ ਤੇ ਮੈਨੂੰ ਉਹਦੇ ਬਾਰੇ ਮੇਰਾ ਬਹੁਤ ਧੰਨਵਾਦ ਮੈਂ ਕਰਦੀ ਪਰਮਾਤਮਾ ਦਾ ਕਿ ਮੈਂ ਇੰਨਾ ਚਿਰ ਮਾਂ ਬਣ ਸਕੀ ਨਾ। ਤੇ ਉਹ ਮਤਲਬ ਕਿ ਕਿੰਨੀ ਉੱਚੀ ਸੋਚ ਆ, ਵੀ ਕਿੰਨਾ ਮਤਲਬ ਉਹ ਆਪਣਾ ਮਨ ਨੂੰ ਕਿਹੜਾ ਲੈਵਲ ਆ ਉਹਨਾਂ ਦਾ, ਵੀ ਜਿੱਥੇ ਅਸੀਂ ਕਦੀ ਵੀ ਨਹੀਂ ਜਾ ਸਕਦੇ ਤੇ ਦੂਜੇ ਦੇ ਮਨ ਨੂੰ ਕਿੰਨੀ ਉਸ ਚੀਜ਼ ਤੋਂ ਮਿਲਦਾ ਆ ਕਿ ਚਲੋ ਜੇ ਮਤਲਬ ਕਿ ਤੁਹਾਡੇ ਬੇਬੀ ਇਸ ਤਰ੍ਹਾਂ ਹੋਇਆ ਜਾਂ ਮੇਰਾ ਬੇਟਾ ਇਸ ਤਰ੍ਹਾਂ ਹੋਇਆ ਤੇ ਪਰ ਮੈਨੂੰ ਇਸ ਚੀਜ਼ ਤੋਂ ਕੱਲ ਦਾ ਬੜਾ ਹੀ ਮੇਰੇ ਮਨ ਚ ਆਉਂਦਾ ਕਿ ਚਲੋ ਫਿਰ ਵੀ ਗ੍ਰੈਟੀਚਿਊਡ ਪਰਮਾਤਮਾ ਦਾ ਕਿ ਇਸ ਤਰ੍ਹਾਂ ਵੀ ਲੋਕ ਗ੍ਰੈਟੀਚਿਊਡ ਕਰਦੇ ਨੇ ਜਿਨ੍ਹਾਂ ਕੋਲੋਂ ਬੇਬੀ ਪੂਰਾ ਵੀ ਨਹੀਂ ਆਉਂਦਾ, ਦੁਨੀਆ ਤੇ ਵੀ ਨਹੀਂ ਆਉਂਦਾ ਤੇ ਗਰਭ ਚ ਚਲੇ ਜਾਂਦਾ ਤੇ ਫਿਰ ਵੀ ਉਹ ਧੰਨਵਾਦ ਕਰਦੇ ਆ। ਤੇ ਇੰਨੀ ਉੱਚੀ ਉਹਨਾਂ ਦਾ ਮਨ ਦਾ ਮਤਲਬ ਲੈਵਲ ਆ ਤੇ ਵੇਖੋ ਤੇ ਮੈਨੂੰ ਬਹੁਤ ਮਤਲਬ ਇਸ ਚੀਜ਼ ਤੋਂ ਇੰਸਪੀਰੇਸ਼ਨ ਮਿਲੀ ਵੀ ਚਲੋ ਪਰਮਾਤਮਾ ਸ਼ੁਕਰ ਆ ਤੇਰਾ, ਹੋਰ ਵੀ ਬਹੁਤ ਕੁਛ ਹੈਗਾ ਜੋ ਤੂੰ ਦਿੱਤਾ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਤੁਹਾਡਾ ਮੈਮ ਜੀ ਬਹੁਤ ਬਹੁਤ ਗ੍ਰੈਟੀਚਿਊਡ, ਜਸਵਿੰਦਰ ਮੈਮ ਬਹੁਤ ਗ੍ਰੈਟੀਚਿਊਡ ਜਿਨ੍ਹਾਂ ਕਰਕੇ ਅੱਜ ਅਸੀਂ ਇੱਥੇ ਬੈਠੇ ਹਾਂ, ਜਿਨ੍ਹਾਂ ਸਾਡੀ ਉਂਗਲੀ ਫੜ ਕੇ ਸਾਨੂੰ ਧੋ ਰਹੇ ਨੇ ਅੱਗੇ ਅੱਗੇ ਯਾਤਰਾ ਤੇ ਲੈ ਕੇ ਰਹੇ ਆ ਨਾ, ਕਿੰਨੇ ਵਧੀਆ ਪੰਥ ਤੇ। ਥੈਂਕ ਯੂ ਹਰਲੀਨ ਮੈਮ ਜੀ, ਥੈਂਕ ਯੂ ਥੈਂਕ ਯੂ। ਹਾਂਜੀ ਗਗਨਦੀਪ ਜੀ, बस 2 हैंड रेज हो रह गए ने, ਇਹਨਾਂ ਨੂੰ ਲੈ ਕੇ ਫਿਰ ਅਸੀਂ ਅੱਗੇ ਚੱਲਾਂਗੇ। ਕੁਝ ਅਨਾਉਂਸਮੈਂਟ ਵੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤੁਹਾਨੂੰ ਆਪਣੇ ਮੰਮਾ ਨਾਲ ਮਿਲਾਉਣਾ ਸੀ, ਮੇਰੇ ਮੰਮੀ ਹੈ, ਮੈਂ ਆਪਣੇ ਪੇਰੈਂਟਸ ਕੋਲ ਆਈ ਹਾਂ। ਸਤਿ ਸ਼੍ਰੀ ਅਕਾਲ ਜੀ। ਇਹ ਹੈਗੇ ਆ 72 ਇਅਰਸ ਦੇ। ਹਾਂਜੀ ਤੇ ਮਤਲਬ ਪਹਿਲੀ ਵਾਰੀ ਜਿਵੇਂ ਮੈਂ ਯੋਗਾ ਕੀਤਾ ਤੇ ਮੰਮੀ ਨੂੰ ਕੀਤਾ, ਮੰਮੀ ਉਸ ਵੇਲੇ ਮਗਰ ਲੱਗ ਗਏ ਵੀ 2006 ਤੋਂ ਮੰਮੀ ਵੀ ਯੋਗਾ ਕਰ ਰਹੇ ਸੀਗੇ। ਤੇ ਜਿਵੇਂ ਹੁਣ 1.5 ਮਹੀਨੇ ਤੋਂ ਮੰਮੀ ਨੂੰ ਮੈਂ ਮੈਡੀਟੇਸ਼ਨ ਦੱਸੀ, ਕੋਲ ਲੈ ਕੇ ਗਈ, 20-22 ਦਿਨ ਕੋਲ ਰੱਖਿਆ ਤੇ ਮੰਮੀ ਦੀ ਸਿਟਿੰਗ ਵੀ ਕੋਈ 3 ਤੋਂ 4 ਆਵਰ ਹੈਗੀ ਆ। ਤੇ ਮੰਮਾ ਦੀ ਹਾਂਜੀ ਤੇ ਬੀਪੀ ਦੀ ਗੋਲੀ ਸੀਗੀ ਮੰਮੀ ਖਾ ਰਹੇ ਸੀ, ਨੀਂਦ ਦੀ ਗੋਲੀ ਖਾ ਰਹੇ ਸੀ ਤੇ ਸਭ ਠੀਕ ਆ। ਹਾਂਜੀ ਹਾਂਜੀ ਮੈਂ ਬਿਲਕੁਲ ਠੀਕ ਆ। ਹਾਂ ਬੀਪੀ ਦੀ ਇੱਕ ਅੰਦਰੂਨੀ ਮੇਰੀ ਬਿਮਾਰੀ ਸੀ ਉਹ ਵੀ ਮੇਰੀ ਕਿਉਰ ਹੋ ਗਈ ਆ, ਕੋਈ ਮੈਨੂੰ ਹੁਣ ਬਿਮਾਰੀ ਨੀ ਗੀ। ਵਾਹ ਦੇਖੋ ਹੁਣ 3-4 ਘੰਟੇ ਧਿਆਨ ਕਰਕੇ ਤੁਸੀਂ ਆਪਣੇ ਆਪ ਨੂੰ ਹੀਲ ਕਰ ਲਿਆ, ਖੁਦ ਹੀ ਹੀਲ ਕਰ ਲਿਆ।
ਤੇ ਚਾਬੀ ਤੇ ਸਾਡੇ ਸਾਰਿਆਂ ਕੋਲ ਉਹ ਚਾਬੀ ਤਾਲੇ 'ਚ ਲਗਾਣੀ ਘੁਮਾਣੀ ਹੈ ਬਸ। ਹਾਂਜੀ ਹਾਂਜੀ। ਸੈਕਿੰਡ ਇਹ ਸੀ ਕਿ ਜਿੱਦਾਂ ਆਪਣਾ ਪੰਜਾਬ 'ਚ ਨਸ਼ਿਆਂ ਦਾ ਦਰਿਆ ਵਗ ਰਿਹਾ ਹਨਾ, ਤੇ ਮੇਰਾ ਇਕਲੌਤਾ ਭਰਾ ਸੀ, 3 ਭੈਣਾਂ ਤੇ 1 ਭਰਾ ਉਹ ਹਨਾ, ਤੇ ਕਾਫੀ ਦੇਰ ਤੋਂ ਇਸ ਸਾਈਡ ਤੇ ਸੀ ਉਹ। 1 ਹਫ਼ਤਾ ਪਹਿਲਾਂ ਮੈਨੂੰ ਜਿਵੇਂ ਰੋਜ਼ ਮੈਂ ਮੈਡੀਟੇਸ਼ਨ 'ਚ ਬਹਿੰਦੀ ਸੀ, ਜਿਵੇਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਮੈਡੀਟੇਸ਼ਨ 'ਚ ਮੈਨੂੰ ਥੋਟ ਕੋਈ ਨਹੀਂ ਆਉਂਦਾ, ਮੈਨੂੰ ਇਹ ਆਉਂਦਾ ਮੈਂ ਉਹਨੂੰ ਵੀ ਦੱਸਣਾ ਮੈਡੀਟੇਸ਼ਨ, ਮੈਂ ਉਹਨੂੰ ਵੀ ਸਿਖਾਉਣਾ, ਮੈਂ ਉਹਨੂੰ ਸਿਖਾਉਣਾ, ਮੈਨੂੰ ਇਹੋ ਹੀ ਥੋਟ ਆਉਂਦਾ, ਔਰ ਕੋਈ ਨਹੀਂ ਆਉਂਦਾ। ਤੇ ਕਾਹਲੀ ਪੈਂਦੀ ਮੈਨੂੰ ਵੀ ਛੇਤੀ ਛੇਤੀ ਫੋਨ ਕਰ ਲਾਂ ਜਾਂ ਮੈਂ ਇੰਝ ਕਰ ਲਾਂ ਹਨਾ। ਤੇ ਜਿੱਦਾਂ ਮੈਂ 1 ਹਫ਼ਤਾ ਪਹਿਲਾਂ ਨਾ ਆਪਣੇ ਬ੍ਰਦਰ ਨੂੰ ਆਪਣੇ ਬ੍ਰੇਨ 'ਚ ਲਿਆ ਰਹੀ ਸੀ, ਵੀ ਜਿੱਦਾਂ ਮੈਂ ਮੈਡੀਟੇਸ਼ਨ 'ਚ ਬਹਿੰਦੀ ਸੀ, ਮੈਨੂੰ ਲੱਗਦਾ ਮੈਂ ਉਹਨੂੰ ਸਿਖਾ ਰਹੀ ਹਾਂ, ਸਨੀ ਨੂੰ ਮੈਂ ਸਿਖਾ ਰਹੀ ਹਾਂ। ਫਿਰ ਕੱਲ ਜਿਵੇਂ ਮੈਂ 2 ਵਜੇ ਘਰ ਆਈ ਹਾਂ, ਬਸ ਅਜੇ ਮੈਂ ਮਤਲਬ ਗੱਡੀ ਲਾਈ ਅੰਦਰ, ਤੇ ਉਸੇ ਵੇਲੇ ਮੇਰੇ ਦਿਮਾਗ 'ਚ ਆਇਆ ਫੋਨ ਕਰਦੀ ਹਾਂ। ਤੇ ਮੰਮੀ ਨੂੰ ਮੈਂ ਫੋਨ ਕੀਤਾ ਕਿ ਮੰਮੀ ਮੈਂ ਆ ਰਹੀ ਹਾਂ, ਤੇ ਮੰਮੀ ਕਹਿੰਦੇ ਠੀਕ ਆ, ਸਰਪ੍ਰਾਈਜ਼ ਆ? ਮੈਂ ਕਿਹਾ ਹਾਂਜੀ ਸਰਪ੍ਰਾਈਜ਼ ਹੀ ਆ। ਫਿਰ ਮੈਂ ਕਿਚਨ 'ਚ ਗਈ, ਮੈਂ ਸੋਚਿਆ, ਮੈਂ ਕਿਹਾ ਕਿਉਂਕਿ ਮਿਲਦਾ ਨਹੀਂ ਸੀ ਘਰੋਂ ਕਦੀ ਵੀ, ਜਦੋਂ ਮੈਂ ਆਉਂਦੀ ਸੀ ਉਦੋਂ ਵੀ ਉਹ ਘਰੋਂ ਭੱਜ ਜਾਂਦਾ ਸੀ, ਸ਼ਾਮ ਨੂੰ ਕਦੀ ਮਤਲਬ ਦਰਸ਼ਨ ਹੀ ਨਹੀਂ ਸੀ ਉਹਦੇ, ਕਿਸੇ ਵੇਲੇ ਬਿਨਾਂ ਮਿਲੇ ਵੀ ਜਾਂਦੇ ਸੀ ਅਸੀਂ। ਤੇ ਬਾਅਦ 'ਚ ਨਾ ਮੈਂ ਕਿਚਨ 'ਚ ਜਾ ਕੇ ਤੇ ਜਿਵੇਂ ਉਹ ਪਿਰਾਮਿਡ ਬਣਾਇਆ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ, ਮੈਂ ਸੰਕਲਪ ਲਿਆ ਪਰਮਾਤਮਾ ਮੈਂ ਜਿਹੜੇ ਕੰਮ ਚੱਲੀ ਆ ਮੈਂ ਕਾਮਯਾਬ ਹੋ ਕੇ ਆਵਾਂ ਹਨਾ, ਮੇਰਾ ਸਿਰਫ ਉਹੀ ਮਿਸ਼ਨ ਆ। ਤੇ ਮੈਂ ਫਿਰ ਆਈ ਤੇ ਮੈਂ ਡੋਰ ਮਤਲਬ ਹੌਰਨ ਮਾਰਿਆ ਤੇ ਬ੍ਰਦਰ ਨੇ ਗੇਟ ਖੋਲਿਆ, ਤੇ ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਇੰਨੀ ਖੁਸ਼ੀ ਤੁਸੀਂ ਸੋਚ ਨਹੀਂ ਸਕਦੇ। ਮੈਂ ਨਾ ਬਾਅਦ 'ਚ ਫਿਰ ਆਈ, ਮੈਂ ਮੰਮੀ ਨੇ ਪਾਣੀ ਦਿੱਤਾ, ਮੈਂ ਫਟਾਫਟ ਮੈਂ ਪਾਣੀ 2 ਘੋਟੀ ਪੀਤੇ, ਮੈਂ ਰੱਖ ਕੇ ਤੇ ਮੈਂ ਸਨੀ ਬਹਿ ਜਾ, ਮੈਂ ਪੁੱਤ ਤੈਨੂੰ ਮਿਲਣ ਆਈ ਸੀ, ਮੈਂ ਕਾਫੀ ਛੋਟਾ ਮੇਰੇ ਤੋਂ। ਤੇ ਆਂਦਾ ਹਾਂਜੀ ਦੀਦੀ, ਤੇ ਮੈਂ ਕਿਹਾ ਕੀ ਹਿਸਾਬ ਆ ਤੇਰਾ? ਆਂਦਾ ਨਹੀਂ 20 ਦਿਨ ਹੋ ਗਏ ਮੈਂ ਕੋਈ ਸ਼ਰਾਬ ਸ਼ਰੂਬ ਨਹੀਂ ਪੀਤੀ, ਮੈਂ ਘਰੇ ਰਹਿਣਾ ਵਾ, ਵੀ ਵਾਈਫ ਨਹੀਂ ਠੀਕ ਹੈ ਤੇ ਉਹਦੇ ਕੋਲ ਆ। ਤੇ ਬਾਅਦ 'ਚ ਮੈਂ ਕਿਹਾ ਤੂੰ ਬਹਿ ਜਾ, ਮੈਂ ਤੇਰੇ ਲਈ ਕੁਛ ਲੈ ਕੇ ਆਈ, ਤੈਨੂੰ ਮੰਮੀ 'ਚ ਫਰਕ ਲੱਗਾ ਕੋਈ? ਕਿਉਂਕਿ ਮੰਮੀ ਨੂੰ ਮੈਂ 20-22 ਦਿਨ ਰੱਖ ਕੇ ਕੋਲ ਫੇਰ ਛੱਡ ਕੇ ਗਈ ਸੀ, ਹੋ ਗਏ 15 ਕੁ ਦਿਨ। ਤੇ ਆਂਦਾ ਹਾਂ ਮੰਮੀ ਦਾ ਬਹੁਤ ਫਰਕ ਆ। ਮੈਂ ਕਿਹਾ ਫਿਰ ਬਹਿ ਜਾ, ਹੁਣ ਮੈਂ ਤੈਨੂੰ ਇੱਕ ਮੈਡੀਸਨ ਦਵਾਂ। ਫਿਰ ਮੈਨੂੰ 20 ਮਿੰਟ ਬਿਠਾਇਆ, ਜਿਵੇਂ ਤੁਸੀਂ ਬੋਲਦੇ ਜੇ, ਪਰ ਮੇਰੇ ਕੋਲ ਬੋਲਿਆ ਤਾਂ ਨਹੀਂ ਹੋਵੇ ਗਿਆ, ਮੈਂ ਉਹ ਹੈ ਜੋ ਵੇਖ ਹੈ, ਕੌਨਫੀਡੈਂਸ ਨਹੀਂ ਮੇਰਾ ਇੰਨਾ, ਪਰ ਜਿੱਥੋਂ ਜੋ ਮੈਨੂੰ ਲੱਭਾ, ਜੋ ਮੈਨੂੰ ਲੱਗਾ ਕਿ ਇਹਨੂੰ ਜਿਹੜਾ ਬੈਨੀਫਿਟ ਆ ਉਹਦੇ ਮੁਤਾਬਕ ਵੀ ਤੂੰ ਬਾਹਰ ਭੱਜਾ ਫਿਰਦਾ, ਤੂੰ ਐ ਨਾ ਜਾ, ਤੂੰ ਐ ਨਾ ਕਰ। ਤੇ ਕਹਿੰਦਾ ਬਾਅਦ 'ਚ ਮੈਂ ਕਿਹਾ ਵੀ ਹੁਣ ਤੂੰ ਆ ਜਾ ਬਾਹਰ ਧਿਆਨ 'ਚੋਂ, ਫਿਰ ਮੈਨੂੰ ਐਵੇਂ ਕਰਾਇਆ ਤੇ ਬੜਾ ਖੁਸ਼ ਹੋਇਆ। ਫਿਰ ਆਂਦਾ ਦੀਦੀ ਹੁਣ ਆਪਾਂ ਕਦੋਂ ਬਵਾਂਗੇ? ਫਿਰ ਮੈਂ ਰਾਤੀ ਉਹਨੂੰ ਭਾਬੀ ਨੂੰ ਵੀ ਲੈ ਕੇ ਆਈ, ਫਿਰ ਮੈਂ ਇੱਥੇ ਬਿਠਾ ਕੇ ਤੇ ਇਹਨਾਂ ਨੂੰ 40 ਮਿੰਟ ਬਿਠਾਇਆ ਦੋਵਾਂ ਨੂੰ। ਤੇ ਹੁਣ ਅੱਜ ਸਵੇਰੇ ਫਿਰ ਮੈਨੂੰ ਮਿਲਣ ਆਇਆ, ਆਂਦਾ ਨਹੀਂ ਦੀਦੀ ਹੁਣ ਤੂੰ ਚੱਲੀ ਆ, ਪਰ ਨਹੀਂ ਮੈਂ ਜ਼ਰੂਰ ਕਰੂੰਗਾ। ਮੈਮ ਜੀ ਬਹੁਤ ਬਹੁਤ ਧੰਨਵਾਦ। ਇੱਕ ਮੈਂ ਲਾਸਟ ਗੱਲ ਸੀ, ਜਿਵੇਂ ਹਰਲੀਨ ਮੈਮ ਨੇ ਕਿਹਾ ਸੀ ਨਾ, ਮੈਂ ਉਹ ਜਿੱਦਾਂ ਵਰਕਿੰਗ ਡੇਜ਼ 'ਚ ਮੈਂ ਨਹੀਂ ਗੱਲ ਕਰ ਪਾਈ, ਮੈਂ ਇੱਕ ਸਟੋਨ ਰੱਖਿਆ, ਉਹ ਜਾਦੂ ਵਾਲੀ ਬੁੱਕ ਮੈਂ ਪੜ੍ਹ ਰਹੀ ਹਾਂ, ਮਤਲਬ ਪੂਰੀ ਨਹੀਂ ਪੜ੍ਹੀ ਗਈ ਹੈ ਜੇ ਮੇਰੇ ਕੋਲ। ਉਹ 'ਚ ਜਿੱਦਾਂ ਉਹ ਦੱਸਿਆ ਵੀ ਸਟੋਨ ਇੱਕ ਲਓ, ਉਹ 'ਚ ਇਨਫੋਰਮੇਸ਼ਨ ਪਾਓ, ਮੈਂ ਰਾਤ ਨੂੰ ਵੀ ਸੌਣ ਲੱਗਿਆ ਪਾਉਂਦੀ ਹਾਂ ਤੇ ਸਵੇਰੇ ਵੀ ਮੈਂ ਪਾਉਂਦੀ ਹਾਂ। ਤੇ ਜਿਵੇਂ ਤੁਸੀਂ ਮੈਨੂੰ ਦੱਸਿਆ ਆਈ ਐਮ ਪੀਸਫੁਲ, ਆਪਣਾ ਜੋ ਵੀ ਆ ਮੈਂ, ਤੇ ਆਈ ਐਮ ਪੀਸਫੁਲ, ਆਈ ਐਮ ਹੈਪੀ, ਬਸ ਮੈਂ ਉਹ ਇਨਫੋਰਮੇਸ਼ਨ ਜਦੋਂ ਮੈਂ ਵਿਹਲੀ ਹਾਂ ਉਦੋਂ। ਤੇ ਮੇਰੀ ਇੱਕ ਲਾਸਟ ਐਕਸਪੀਰੀਅੰਸ ਕਿ ਮੇਰੀ ਸਾਸੂ ਮਾਂ ਨਾਲ ਨਾ ਮੈਨੂੰ ਥੋੜੇ ਗਿਲੇ ਰਹਿੰਦੇ ਸੀ, ਉਹ ਬਹੁਤ ਜ਼ਿਆਦਾ ਸਿਆਣੇ ਆ, ਹੈਗੇ 92 ਈਅਰਸ ਦੇ ਆ, ਮੈਂ ਤੁਹਾਨੂੰ ਬੁਲਾਊਂ ਉਹਨਾਂ ਨੂੰ, ਉਹ ਵੀ ਲੱਗ ਪਏ ਕਰਨ 3-4 ਦਿਨ ਹੋਏ, ਇੱਕ ਕਵਰ ਆਂਦੇ ਮੈਂ ਗਗਨ ਬਹਿਨੀ ਹੁਣ। ਮੈਨੂੰ ਥੋੜਾ ਨਾ ਜਿਵੇਂ ਉਹ ਮੈਨੂੰ ਟੋਕਦੇ ਸੀਗੇ, ਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਹਨਾ ਮੈਂ ਠੀਕ ਆ, ਮੈਂ ਆਪਣੀ ਜਗ੍ਹਾ ਠੀਕ ਸੀ, ਉਹ ਆਪਣੀ ਜਗ੍ਹਾ ਠੀਕ ਸੀਗੇ। ਤੇ ਬਾਅਦ 'ਚ ਫਿਰ ਮੈਂ ਹੁਣ ਫਿਰ ਮੈਨੂੰ ਲੱਗਾ ਉਹ ਦੁਪਹਿਰ ਦੀ ਚਾਹ ਤੋਂ ਥੋੜੇ ਨਾਰਾਜ਼ ਸੀ ਮੇਰੇ ਨਾਲ, ਮੈਂ 2 ਵਜੇ ਆਉਂਦੀ ਸੀ ਤੇ ਉਹ ਮੰਮੀ ਕਹਿੰਦੇ, ਬੀਬੀ ਨੇ ਕਹਿਣਾ ਕਿ ਗਗਨ ਚਾਹ, ਮੈਂ ਕਹਿਣਾ ਨਹੀਂ ਬੀਬੀ 3 ਵਜੇ ਪੀਵਾਂਗੇ ਹਨਾ, ਮੈਂ ਸੌਣ ਲਈ। ਉਹ ਫਿਰ ਨੈਗੇਟਿਵ એનર્ਜੀ ਮੈਨੂੰ ਭੇਜਦੇ ਹੁੰਦੇ ਸੀ ਸਾਰੇ ਰਿਸ਼ਤੇਦਾਰਾਂ ਕੋਲ, ਚਾਹ ਵੀ ਨਹੀਂ ਮਿਲਦੀ ਇੱਥੇ, ਤੇ ਚਾਹ ਵੀ ਨਹੀਂ ਮਿਲਦੀ। ਫਿਰ ਇਹ ਸਿਸਟਰ ਇਨ ਲਾਅ ਜਿਹੜੇ ਮੇਰੇ ਗੁਰੂ ਆ ਨਾ, ਤੇ ਇਹਨਾਂ ਨੂੰ ਫਿਰ ਮੈਂ ਕਿਹਾ, ਤੇ ਆਂਦੇ ਗਗਨ ਕਿੱਡੀ ਕੁ ਗੱਲ ਆ, ਜਿੰਨੀ ਤੇਰੀ ਸਪੀਡ ਆ ਤੂੰ ਚੇਂਜ ਹੁੰਦੀ ਤਾਂ ਕਿ ਪਤੀਲੇ 'ਚ ਪਾ ਕੇ ਫਟਾਫਟ ਦੇ ਦੇ ਬੀਬੀ ਨੂੰ। ਮੈਂ ਐਵੇਂ ਕੀਤਾ ਤੇ ਬੀਬੀ ਨੇ ਮੇਰੇ ਸੂਟਾਂ ਦੀਆਂ ਸਭ ਤਰਪਾਈਆਂ ਵੀ ਕਰਤੀਆਂ, ਤੇ ਬੀਬੀ ਬਹੁਤ ਸਵੇਰੇ ਜਦੋਂ ਮੈਂ ਤੁਹਾਡੇ ਨਾਲ ਸੈਸ਼ਨ ਕਰਕੇ ਉੱਪਰੋਂ ਆਉਣੀ ਅਪਸਟੇਅਰਸ, ਤੇ ਮੈਂ ਆ ਕੇ ਏਦਾਂ ਹੀ ਕਰਨੀ, ਬੀਬੀ ਗੁੱਡ ਮਾਰਨਿੰਗ, ਤੇ ਬੀਬੀ ਬੜੀ ਖੁਸ਼। ਤੇ ਮੈਮ ਜੀ ਤੁਸੀਂ ਤਾਂ ਮੈਨੂੰ ਬੰਦਾ ਹੀ ਬਣਾਤਾ। थैंक यू जी, थैंक यू बहुत अच्छा लगा। ਹਾਂਜੀ ਨਾ ਤੇ ਬਹੁਤ ਸ਼ੈਤਾਨ ਸੀ, ਤੁਸੀਂ ਸੱਚੀ ਮੈਨੂੰ ਇਨਸਾਨ ਬਣਾਤਾ। थैंक यू जी, थैंक यू बहुत बहुत ਧੰਨਵਾਦ ਜੀ ਤੁਹਾਡਾ ਨਵੇਂ ਸ਼ੇਅਰਿੰਗ ਕਰਨ ਦਾ। ਹਰਪਾਲ ਜੀ ਹਾਂਜੀ ਅਨਮਿਊਟ ਕਰੋ। ਹੈਲੋ ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੱਸੀ ਮੈਮ। ਸਤਿ ਸ਼੍ਰੀ ਅਕਾਲ ਹਰਲੀਨ। ਮੈਂ ਇਹ ਪੁੱਛਣਾ ਸੀ ਹਰਲੀਨ, ਆਪਾਂ ਮੈਨੂੰ ਆਹ ਚਾਹੀਦੇ ਆ ਪਿਰਾਮਿਡ, ਕਿੱਥੋਂ ਮਿਲਣਗੇ? ਮੈਂ ਤੁਹਾਨੂੰ ਨੰਬਰ ਦੇ ਦਿੰਦੀ ਹਾਂ, ਜਿਹੜਾ ਤੁਸੀਂ ਯੂਐਸ ਚੋਂ ਨਾ ਕਿ ਕੈਨੇਡਾ ਚੋਂ? ਹਾਂ ਯੂਐਸ, ਕੈਲੀਫੋਰਨੀਆ ਚ ਅਸੀਂ। ਕੈਲੀਫੋਰਨੀਆ ਮੈਂ ਤੁਹਾਨੂੰ ਹੁਣੇ ਨੰਬਰ ਪਾ ਰਹੀ ਹਾਂ, ਤੁਸੀਂ ਉਸ ਨੰਬਰ ਤੇ ਕਰ ਲਓ। ਉਹ ਪੀਐਮਸੀ ਗਲੋਬਲ ਦਾ ਹੀ ਉਹਨਾਂ ਨੇ ਆਪਣੇ ਪਿਰਾਮਿਡਸ ਰੱਖੇ, ਉਹ ਤੁਹਾਨੂੰ ਡਾਇਰੈਕਟਲੀ ਸ਼ਿਪ ਕਰ ਦੇਣਗੇ। ਤੁਸੀਂ ਮੈਂ ਤੁਹਾਨੂੰ ਨੰਬਰ ਹੁਣੇ ਚੈਟ ਚ ਪਾ ਰਹੀ ਹਾਂ। ਤੁਸੀਂ ਉਹ ਕੁੜੀ ਦਾ ਨਾਮ ਹੈ ਸੌਮਿਆ, ਉਹਦੇ ਕੋਲ ਉਹਦੀ ਵੈਬਸਾਈਟ ਵੀ ਹੈਗੀ, ਤੁਸੀਂ ਜਾ ਕੇ ਜਿਹੜੇ ਵੀ ਟਾਈਪ ਦੇ ਪਿਰਾਮਿਡਸ ਆਰਡਰ ਕਰਨੇ ਮੈਂ ਪਾ ਦੇਣੀ, ਸੌਮਿਆ ਦਾ ਨੰਬਰ ਪਾ ਦੇਣੀ ਆ।
ਸੌਮਿਆ ਦਾ ਨੰਬਰ ਜੱਸੀ ਮੈਮ ਪਾ ਦਿੰਦੇ ਆ, ਤੁਸੀਂ ਉਹਨੂੰ ਮੈਸੇਜ ਕਰਕੇ ਉਹਦੇ ਨਾਲ ਗੱਲ ਕਰ ਲਓ, ਐਂਡ ਦੈਨ ਸ਼ੀ ਵਿਲ ਸੈਂਡ ਯੂ ਦ ਪਿਰਾਮਿਡਸ। ਉਹਦੇ ਕੋਲ ਕਾਪਰ ਪਲਾਸਟਿਕ ਹਰ ਪਿਰਾਮਿਡ ਹੈ, ਤੁਸੀਂ ਜਿਹੜਾ ਵੀ ਲੈਣਾ ਤੁਸੀਂ ਲੈ ਸਕਦੇ ਹੋ। ਹਾਂਜੀ ਨੈਕਸਟ ਇੱਥੇ ਆਪਾਂ ਨੂੰ ਭੇਜ ਦੇਣਗੇ, ਭੇਜ ਦੇਣਗੇ? ਹਾਂਜੀ ਹਾਂਜੀ ਸ਼ਿਪ ਕਰ ਦੇਣਗੇ, ਕਿਉਂਕਿ ਉਹ ਅਮਰੀਕਾ ਚ ਹੈਗੀ ਹੈ, ਸੋ ਸ਼ਿਪ ਕਰ ਦੇਣਗੇ। ਅੱਛਾ ਅਮਰੀਕਾ ਚ, ਅੱਛਾ ਅੱਛਾ ਫੇਰ ਤਾਂ ਠੀਕ ਆ। ਥੈਂਕ ਯੂ ਬਹੁਤ ਬਹੁਤ ਥੈਂਕ ਯੂ। ਹਾਂਜੀ ਸੁਰਜੀਤ ਜੀ ਬਸ ਲਾਸਟ ਮੈਮ ਇੰਦਰਜੀਤ ਮੈਮ ਵੀ ਹੈਗੇ, ਉਹਨਾਂ ਨੇ ਕਾਫੀ ਦੇਰ ਦਾ ਹੈਂਡ ਰੇਜ਼ ਕੀਤਾ। ਠੀਕ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਜੱਸੀ ਮੈਮ ਸਤਿ ਸ਼੍ਰੀ ਅਕਾਲ, ਹਰਲੀਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਅੱਛਾ ਲੱਗਾ ਕਿ ਤੁਹਾਡੇ 5 ਦਿਨਾਂ ਦਾ ਟੌਪਿਕ ਵਾਸ ਬਹੁਤ ਸੌਰੀ, ਮੈਂ ਕੋਸ਼ਿਸ਼ ਕਰਾਂਗਾ ਪੂਰਾ ਪੰਜਾਬੀ ਚ ਹੀ ਬੋਲਾਂ, ਪਰ ਉਹ ਨਿਕਲ ਜਾਂਦਾ, ਉਹ ਨਾ ਆਦਤ ਪਈ ਹੋਈ ਹੈ ਤਾਂ ਉਸ ਕਰਕੇ ਨਿਕਲ ਹੀ ਜਾਂਦਾ ਹੈ। ਤੇ ਆਈ ਥਿੰਕ 5 ਦਿਨਾਂ ਤੁਸੀਂ ਸੈਸ਼ਨ ਰੱਖਿਆ ਸੀ ਮਾਈਂਡ ਸੈਟ ਦੇ ਉੱਤੇ ਨਾ, ਅਬੰਡੈਂਸ ਐਂਡ ਜਿਹੜਾ ਤੁਸੀਂ ਡਿਟੇਲ ਦੇ ਵਿੱਚ ਰੱਖਿਆ ਸੀ, ਤੇ ਮੈਨੂੰ ਲੱਗਦਾ ਕਿ ਪੂਰੇ ਗਰੁੱਪ 'ਚ ਹਰ ਬੰਦੇ ਨੂੰ ਬਹੁਤ ਫਾਇਦਾ ਹੋਇਆ। ਇਹ ਮੇਰੀ ਪਰਸਨਲ ਸੋਚ ਹੈ, ਜਿਹੜੀ ਤੁਸੀਂ ਦੇਖਦੇ ਪਿਓ ਕਿ ਆਈ ਥਿੰਕ ਕੁਝ ਹਰ ਬੰਦੇ ਨੇ ਆਪਣੀ ਉਹ ਕੀ ਕਹਿੰਦੇ ਆ ਆਪਣੀ ਸ਼ੇਅਰਿੰਗ ਕੀਤੀ ਹੈ, ਔਰ ਮੈਕਸਿਮਮ ਹੈਂਡ ਰੇਜ਼ ਹੋਇਆ ਹੈ 5 ਦਿਨਾਂ ਦੇ ਵਿੱਚ। ਮੈਂ ਜਿਹੜਾ ਨੋਟਿਸ ਕਰਦਾ ਪਿਆ, ਠੀਕ ਹੈ, ਉਹ ਉਹੀ ਕਹਾਣੀ ਹੁੰਦੀ ਹੈ। ਮਤਲਬ ਤੁਹਾਡੇ ਧਿਆਨ ਦੇ ਵਿੱਚ ਵੀ ਮੈਨੂੰ ਇਹੀ ਆ ਰਿਹਾ ਸੀ ਕਿ ਇਹ ਤੁਸੀਂ ਹੁਣ 5 ਦਿਨ ਦਾ ਸੈਸ਼ਨ ਲਿਆ, ਅਗਰ ਤੁਸੀਂ ਇੱਕ ਦਿਨ ਚ ਆਉਂਦੇ ਨਾ ਤੇ ਆਈ ਥਿੰਕ ਭੁੱਲ ਹੀ ਜਾਣਾ ਸੀ। ਉਹ ਹੀ ਹੁੰਦਾ ਨਾ, ਮੈਂ ਕਿਸੇ ਦੀ ਮੂਵੀ ਦੇਖਾ ਪਹਿਲੀ ਵਾਰ, ਤੇ ਉਹ ਪਹਿਲੀ ਵਾਰ ਚ, ਜਾਂ ਮੈਂ ਕੋਈ ਗਾਣਾ ਸੁਣਾ ਪਹਿਲੀ ਵਾਰ, ਪਰ ਜੋ ਮੈਂ ਬਾਰ-ਬਾਰ ਸੁਣਦਾ ਪਿਆ ਤੇ ਉਹ ਗਾਣਾ ਮੇਰਾ ਫੇਵਰੇਟ ਬਣ ਗਿਆ। ਕੰਟੀਨਿਊਟੀ ਸੀਗੀ। ਹਾਂਜੀ ਹਾਂ, ਉਹ ਕੰਟੀਨਿਊਟੀ ਦੇ ਨਾਲ, ਬਟ ਉਹ ਕੰਟੀਨਿਊਟੀ ਦੇ ਨਾਲ ਤੁਸੀਂ ਤੁਹਾਡੇ ਐਫਰਟਸ ਵੀ ਜਿਹੜੇ ਕਾਫੀ ਤੁਸੀਂ ਮਿਹਨਤ ਕਰਕੇ ਹਰ ਚੀਜ਼ ਨੂੰ ਮਾਈਕਰੋ ਲੈਵਲ ਤੇ ਐਕਸਪਲੋਰ ਕਰਕੇ ਐਕਸਪਲੇਨ ਕੀਤਾ, ਜਿਹੜਾ ਸਾਨੂੰ ਐਂਡ ਇਟਸ ਨਾਟ ਈਜ਼ੀ, ਜਿਹੜਾ ਈਜ਼ੀ ਨਹੀਂ ਸੀ। ਐਂਡ ਤੁਸੀਂ ਉਹ ਬੜੀ ਸਹਾਇਤਾ ਦੇ ਨਾਲ, ਬੜੀ ਉਹਦੇ ਨਾਲ ਉਹ ਕੀ ਕਹਿੰਦੇ ਆ ਆਪਣੀ ਨੌਲੇਜ ਪੂਰੀ ਸ਼ੇਅਰ ਕੀਤੀ ਆ ਪੂਰੇ ਗਰੁੱਪ ਦੇ ਨਾਲ। ਔਰ ਇਸ ਹੋਰ ਮੇਰਾ ਐਕਸਪੀਰੀਅੰਸ ਇੱਦਾਂ ਸ਼ੇਅਰ ਕਰਾਂ, ਮੇਰੇ ਕੱਲ 3 ਮੀਟਿੰਗ ਸੀ, ਈਵਨ ਦੋ ਕਿ ਕੱਲ ਮੇਰੀ ਵਰਕਿੰਗ ਨਹੀਂ ਹੁੰਦੀ, ਤੇ ਬਟ ਬਿਜ਼ਨਸ ਦੇ ਵਿੱਚ ਇਸ ਤਰ੍ਹਾਂ ਦਾ ਹੋ ਗਿਆ। ਮੈਂ 3 ਮੀਟਿੰਗਸ ਦੇ ਵਿੱਚ ਹੀ ਮੇਰੀ ਟਾਕ ਜਿਹੜੀ ਸੀ, ਮੈਨੂੰ ਸਮਝ ਨਹੀਂ ਸੀ ਆਉਂਦਾ ਕਿਵੇਂ ਹਟਾਂ ਆਪਣੇ ਸਟਾਕ ਤੋਂ, ਉਹ ਮੇਰੀ ਟਾਕ ਹੀ ਮਾਈਂਡ ਸੈਟ ਤੇ ਚਲੀ ਗਈ। ਮਤਲਬ ਮੈਂ ਫਿਰ ਰਿਅਲਾਈਜ਼ ਕਰਦਾ ਸੀ ਕਿ ਕੰਮ ਤੇ ਟੌਪਿਕ ਕੁਝ ਹੋਰ ਹੈ ਜਾਂ ਕੰਮ ਕੁਝ ਹੋਰ ਹੈ, ਬਟ ਉਹ ਤੁਹਾਡੇ ਜਿਹੜੀ ਜਿਤਨੇ ਸਾਰੇ ਤੁਹਾਡਾ ਸੁਣਿਆ ਹੋਇਆ ਸਵੇਰ ਦਾ ਨਾ, ਉਹ ਮਨ 'ਚ ਚੱਲ ਜਾਂਦਾ ਸੀ। ਬਟ believe me it was ਬਹੁਤ beneficial ਸੀ, ਕਿਉਂਕਿ ਜੋ ਤੁਹਾਡੇ ਮਨ ਦੇ ਅੰਦਰ ਮਤਲਬ ਮਾਈਂਡ ਸੈਟ 'ਚ ਜਿਹੜੀ ਚੀਜ਼ਾਂ ਬੈਠ ਜਾਂਦੀਆਂ ਨੇ ਉਹ ਪੋਜ਼ਿਟਿਵ ਸਨ, ਤੇ ਉਹਦੇ ਬੇਸ ਦੇ ਉੱਪਰ ਜਦੋਂ ਤੁਸੀਂ ਜਾ ਕੇ ਕੋਈ ਬਿਜ਼ਨਸ ਡੀਲ ਕਰਦੇ ਹੋ ਜਾਂ ਕੋਈ ਵੀ ਕੰਮ ਕਰਦੇ ਹੋ, ਤੇ ਤੁਸੀਂ ਉਹ ਸਾਰੀ ਕਨੈਕਟੀਵਿਟੀ ਇਹਨਾਂ ਚੀਜ਼ਾਂ ਦੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਹੋ, ਤੇ ਜਿਹੜੀ ਤੁਹਾਨੂੰ ਐਟ ਦ ਐਂਡ ਆਫ ਦ ਡੇ ਡੈਫੀਨੇਟਲੀ ਪੋਜ਼ਿਟਿਵਿਟੀ 'ਚ ਤੇ ਤੁਹਾਨੂੰ ਰਾਈਟ ਡੀਲ ਦੇ ਉੱਤੇ ਲੈ ਕੇ ਜਾਂਦੀ ਹੈ। ਤੇ ਥੈਂਕ ਯੂ ਸੋ ਮਚ ਵਾਸਟ ਨੌਲੇਜ ਦੇ ਵਾਸਤੇ। ਐਂਡ ਮੈਂ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਇਸ ਮਾਧਿਅਮ ਦੇ ਥਰੂ ਬਹੁਤ ਸਾਰੀ ਨੌਲੇਜ ਮਿਲਦੀ ਹੈ। ਥੈਂਕ ਯੂ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਟਾਫ ਨੂੰ, ਆਪਣੇ ਸਾਰੇ ਮੈਂਬਰਾਂ ਨੂੰ। ਬਹੁਤ ਖੁਸ਼ ਹੋਈ ਹੈ, ਮੈਡਮ ਹਰਲੀਨ ਨੇ ਦੱਸਿਆ, ਆਪਾਂ ਨੂੰ ਬਹੁਤ ਗਿਆਨ ਪ੍ਰਾਪਤ ਹੋਇਆ। ਤੇ ਰਾਤ ਮੈਂ ਸੁਣ ਨਹੀਂ ਸਕੀ ਸੀ ਇਹਨਾਂ ਦੀ, ਮੈਂ ਠੀਕ ਨਹੀਂ ਸੀ, ਪਰ ਮੈਂ ਅੱਜ ਦਿਨੇ ਬਹੁਤ ਬੈਠ ਕੇ ਆਰਾਮ ਨਾਲ ਸੁਣਿਆ। ਕਈ ਵਾਰੀ ਇਸ ਵੇਲੇ ਨੀਂਦ ਆਉਣ ਲੱਗ ਜਾਂਦੀ ਨਾ ਤੇ ਪੈ ਜਾਈਦਾ, ਫਿਰ ਅਗਲੇ ਦਿਨ ਮੈਂ ਜ਼ਰੂਰ ਸੁਣਦੀ ਹਾਂ। ਤੇ ਹਰਲੀਨ ਜੀ ਥੋੜਾ ਜਿਹਾ ਹੌਲੀ ਬੋਲਿਆ ਕਰ, ਤੂੰ ਬਹੁਤ ਤੇਜ਼ ਚੱਲਦੀ ਧਿਆਨ ਰੱਖਾਂਗੀ। ਔਰ ਬਹੁਤ ਸੋਹਣਾ ਵਧੀਆ ਗਿਆਨ ਪ੍ਰਾਪਤ ਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਜੱਸੀ ਮੈਡਮ ਦਾ, ਜਿਹਨੇ ਸਾਡੀ ਬਾਂਹ ਫੜੀ ਆ। ਤੇ ਬਹੁਤ ਹੈ, ਮੈਂ ਤਾਂ ਆਪ ਥੋਟ ਕਰਦੀ ਹੁੰਦੀ ਆ ਮੇਰੀ ਪੋਤੀ ਵੀ ਇਹਨਾਂ ਵਰਗੀ ਬਣੇ। ਥੈਂਕ ਯੂ ਜੀ, ਥੈਂਕ ਯੂ। ਹਾਂ ਜੀ, ਉਹ ਮੇਰੇ ਸਵੇਰ ਦੇ ਥੋਟਸ ਆਈ ਜਾਂਦੇ ਸੀ, ਮੈਂ ਕਿਹਾ ਮੈਂ ਜ਼ਰੂਰ ਕਰੂੰਗੀ ਮੇਰੀ ਪੋਤੀ। ਇੱਕ ਗੱਲ ਜਦੋਂ ਨਾ ਕਰ ਰਹੇ ਸੀਗੇ ਹਨਾ ਮੈਡੀਟੇਸ਼ਨ, ਮੈਨੂੰ ਐਂ ਲੱਗਿਆ ਜਿਵੇਂ ਮੇਰਾ ਕੋਈ 2 ਹੱਥ ਨਾਲ ਬੱਚਾ ਮੇਰੇ ਝੋਲੀ 'ਚ ਪਾ ਰਿਹਾ ਹਨਾ, ਤੇ 2 ਮਿੰਟਾਂ ਬਾਅਦ ਫੇਰ ਉਹ ਚੱਕ ਕੇ ਫੇਰ ਪਾ ਰਿਹਾ। ਮੈਨੂੰ ਪਤਾ ਨਹੀਂ ਲੱਗਿਆ, ਸਮਝ ਨਹੀਂ ਕਿਉਂ ਹੋਇਆ ਇਹ। ਨਵੀਂ ਜ਼ਿੰਮੇਵਾਰੀ ਚੁੱਕਣ ਵਾਸਤੇ ਤਿਆਰ ਹੋ ਜਾਓ।
ਅੱਛਾ ਤੁਹਾਡਾ ਨਾਮ ਲਿਸਟ ਵਿੱਚ ਲਿਖਿਆ ਹੋਇਆ ਧਿਆਨ ਕਰਾਉਣ ਵਾਸਤੇ, ਐਸੇ ਵਾਸਤੇ ਬੱਚਾ ਤੁਹਾਨੂੰ ਦੇ ਕੇ ਆ ਕੇ। ਅੱਛਾ ਥੈਂਕ ਯੂ ਮੈਡਮ। ਬੱਚੇ ਦਾ ਮਤਲਬ ਇਹ ਨਵੀਂ ਜ਼ਿੰਮੇਵਾਰੀ ਆ ਰਹੀ ਹੈ ਹੁਣ। ਅੱਛਾ ਤੇ ਉਹਨੂੰ ਸੰਭਾਲਣ ਵਾਸਤੇ ਤਿਆਰ ਹੋ ਜਾਓ। ਤੇ ਇਸ ਵਾਸਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 2-3 ਜ਼ਰੂਰੀ ਅਨਾਉਂਸਮੈਂਟ ਕਰਨੀਆਂ ਨੇ। 5 ਦਿਨ ਸਾਡੇ ਸੈਸ਼ਨ ਦੇ ਹੋ ਗਏ। ਹੁਣ ਜਿਸ ਤਰ੍ਹਾਂ ਅਸੀਂ ਰੋਟੀ ਖਾਂਦੇ ਆ ਤੇ ਫਿਰ ਅਸੀਂ 2-3 ਘੰਟੇ ਕੁਝ ਨਹੀਂ ਖਾਂਦੇ ਤਾਂ ਕਿ ਉਹ ਰੋਟੀ ਪਚ ਜਾਏ। ਅਗਰ ਅਸੀਂ ਖਾਈ ਜਾਈਏ ਬਦਹਜ਼ਮੀ ਹੋ ਜਾਏਗੀ। ਤੇ ਅਸੀਂ ਕੁਝ ਖਾਂਦੇ ਆ, ਨਾਸ਼ਤਾ ਕਰਨੇ ਆ, ਫਿਰ ਅਸੀਂ 4-5 ਘੰਟੇ ਬਾਅਦ ਦੁਪਹਿਰ ਦੀ ਰੋਟੀ ਖਾਂਦੇ ਆ, ਫਿਰ 3-4-5 ਘੰਟੇ ਬਾਅਦ ਰਾਤ ਦੀ ਰੋਟੀ ਖਾਂਦੇ ਆ ਤਾਂ ਕਿ ਉਹ ਸਿਸਟਮ ਚੱਲਦਾ ਰਹੇ। ਹੁਣ ਅਸੀਂ ਬਹੁਤ ਸਾਰੇ ਸੈਸ਼ਨ ਕਰ ਲਏ ਔਰ 40 ਦਿਨ ਮਾਸਟਰ ਬਣਨੇ ਦਾ ਵੀ ਸੈਸ਼ਨ ਹੋ ਗਿਆ ਸਾਡਾ। ਬਣ ਵੀ ਗਏ ਅਸੀਂ ਸਾਰੇ ਮਾਸਟਰ। ਫਿਰ ਹੁਣ ਅਸੀਂ ਅਬੰਡੈਂਸ ਵੀ ਕਰ ਲਿਆ ਕਿਉਂਕਿ ਉਹਦੇ ਨਾਲ ਹੀ ਜੁੜਿਆ ਹੋਇਆ ਸੀ। ਹੁਣ ਅਸੀਂ ਜੋ ਵੀ ਕੀਤਾ ਹੈ ਉਹਨੂੰ ਪ੍ਰੈਕਟੀਕਲ ਕਰਨਾ, ਉਹਨੂੰ ਪਛਾਣਨਾ, ਥੋੜਾ ਜਿਹਾ ਟਾਈਮ ਦੇਣਾ ਆਪਣੇ ਆਪ ਨੂੰ ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਉਹਨਾਂ ਚੀਜ਼ਾਂ ਨੂੰ ਅਬਜ਼ਰਵ ਕਰ ਲੇ ਔਰ ਉਹ ਸਾਡੇ ਸਿਸਟਮ ਦਾ ਪਾਰਟ ਬਣ ਜਾਏ। ਔਰ ਉਹ ਕਿਸ ਤਰ੍ਹਾਂ ਹੋਏਗਾ? ਉਹ ਧਿਆਨ ਨਾਲ ਹੋਏਗਾ। ਜੋ ਅੰਦਰ ਸਾਡਾ ਸਾਫ਼ ਹੋਏਗਾ ਕਿਉਂ ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਆਪਣੇ ਆਪ ਘਰ ਬਣਾਉਂਦੀਆਂ ਰਹਿਣਗੀਆਂ ਔਰ ਸਾਡਾ ਸੁਭਾਅ ਬਣ ਜਾਏਗਾ। ਸੋ ਕੱਲ ਤੋਂ ਅਸੀਂ ਅੰਤਰ ਯਾਤਰਾ ਸ਼ੁਰੂ ਕਰ ਰਹੇ ਹਾਂ ਤੇ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਹਿੱਸਾ ਲੈਣਾ। ਮੈਂ 2-2 ਦਿਨ ਸਾਰਿਆਂ ਨੇ ਧਿਆਨ ਕਰਾਣਾ ਔਰ ਸੰਡੇ ਨੂੰ ਸੈਸ਼ਨ ਹੋਏਗਾ ਬੁੱਕ ਰੀਡਿੰਗ ਦਾ। ਬੁੱਕ ਰੀਡਿੰਗ ਮਤਲਬ ਜਿਹੜੇ ਵੀ ਤੁਸੀਂ ਜੋ ਵੀ ਕਿਤਾਬ ਪੜ੍ਹ ਰਹੇ ਹੋ ਉਹਦਾ ਤੁਸੀਂ ਜੋ ਵੀ ਤੁਹਾਨੂੰ ਉਹਦੇ ਚੋਂ ਸਮਝ ਆਇਆ ਜਾਂ ਤੁਸੀਂ ਉਹਨੂੰ ਆਪਣੀ ਲਾਈਫ ਵਿੱਚ ਪ੍ਰੈਕਟੀਕਲ ਕਰਕੇ ਦੇਖਿਆ ਔਰ ਤੁਹਾਨੂੰ ਉਹਦਾ ਫਾਇਦਾ ਹੋਇਆ ਉਹ ਤੁਸੀਂ ਸ਼ੇਅਰ ਕਰਨਾ। ਔਰ ਇਹਦੇ ਵਿੱਚ ਸਾਰੇ ਇਸ ਗਰੁੱਪ ਦੇ ਜਿਹੜੇ ਮੈਂਬਰ ਨੇ ਉਹ ਸਾਰੇ ਇਹਦੇ ਵਿੱਚ ਪਾਰਟਿਸਿਪੇਟ ਕਰਨ। ਔਰ ਮੈਂ ਜੋ 3 ਨਾਮ ਇਸ ਹਫਤੇ ਵਾਸਤੇ ਲਿਖੇ ਸੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਦਿੰਦੀ ਹਾਂ। ਅਗਰ ਕਿਸੇ ਨੂੰ ਕੋਈ ਕੰਮ ਹੈ ਜਾਂ ਕੁਝ ਤੇ ਉਹ ਦੱਸ ਦੇਣ। ਗਗਨਦੀਪ ਜੀ ਅੰਮ੍ਰਿਤਸਰ ਤੋਂ ਜਿਹੜਾ ਹੁਣੇ ਸ਼ੇਅਰ ਕੀਤਾ, ਗਗਨਦੀਪ ਜੀ ਤੁਹਾਡਾ ਨਾਮ ਲਿਖਿਆ। ਦੂਸਰਾ ਅਜੀਤ ਸਿੰਘ ਜੀ ਤੁਹਾਡਾ ਨਾਮ ਲਿਖਿਆ। ਔਰ ਤੀਸਰਾ ਇੱਕ ਮੈਡਮ ਨੇ ਸੁਰਜੀਤ ਕੌਰ ਮੈਡਮ ਨੇ ਸ਼ਾਇਦ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਮੈਂ ਕਰਾਉਣਾ ਚਾਹਨੀ ਹਾਂ। ਅਗਰ ਉਹ ਹੈ ਨਾ ਇੱਥੇ ਤੇ ਸੁਰਜੀਤ ਕੌਰ ਜੀ, ਨਹੀਂ ਤੇ ਫਿਰ ਇੰਦਰਜੀਤ ਮੈਡਮ। ਤੇ 2 ਦਿਨ ਤੁਸੀਂ ਧਿਆਨ ਕਰਾਓਗੇ ਔਰ ਸੰਡੇ ਨੂੰ ਸ਼ੇਅਰਿੰਗ ਹੋਏਗੀ, ਬੁੱਕ ਸ਼ੇਅਰਿੰਗ। ਔਰ ਇਸ ਵਾਰੀ ਦੀ ਬੁੱਕ ਸ਼ੇਅਰਿੰਗ ਅਸੀਂ ਰੱਖੀ ਹੈ ਜਿਹੜੇ ਡਾਕਟਰ ਕਮਲਦੀਪ ਕੌਰ ਨੇ ਉਹਨਾਂ ਨੇ ਪਹਿਲੇ ਵੀ ਇੱਕ ਸ਼ੇਅਰਿੰਗ ਕੀਤੀ ਸੀ। ਸੋ ਉਹ ਯੂ ਆਰ ਦਾ ਪਲੈਸੀਬੋ ਜਿਹੜੀ ਬੁੱਕ ਹੈ ਡਾਕਟਰ ਜ਼ੋਏ ਡਿਸਪੈਂਜਾ ਦੀ, ਬਹੁਤ ਸਾਇੰਟਿਫਿਕ ਰਿਸਰਚ ਹੈ ਔਰ ਕਿਸ ਤਰ੍ਹਾਂ ਉਹਨਾਂ ਨੇ ਬ੍ਰੈਥ ਨਾਲ ਆਪਣੇ ਆਪ ਨੂੰ ਠੀਕ ਕੀਤਾ। ਸੋ ਉਹ ਤੁਹਾਡੇ ਨਾਲ ਸ਼ੇਅਰ ਕਰਨਗੇ। ਹਾਂਜੀ ਸਰਬਜੀਤ ਜੀ ਜਰਾ ਤੁਸੀਂ ਆਪਣਾ ਵੀਡੀਓ ਆਨ ਕਰੋ। तो सरबजीत जी, जीत सिंह जी और गगनदीप कौर जी। गगनदीप मैडम शायद अगे पीछे हो गए वीडियो ऑन नहीं कर रहे। हाँ जी गगनदीप मैडम जी तुसी ओके हो कल 6 ਤੋਂ 7 ध्यान कराने विच? मैं करा लूंगी। मेरी हरलीन मैम वांगू स्पीड बड़ी, मैं 5 मिनटां च ना मुका दा। कोई गल नहीं। मैं जेड़े भी अज असी शाम ਨੂੰ मीटिंग रख रहे हैं 7 ਤੋਂ 7:30 वो मीटिंग ਦਾ लिंक ग्रुप ਵਿੱਚ शेयर कर दिता जाएगा। ਜਿਹੜੇ ਵੀ ਤੁਸੀਂ ਧਿਆਨ ਸਿਖਾਣੇ ਦੇ ਇੱਛੁਕ ਹੋ ਔਰ ਤੁਸੀਂ ਸਾਰੇ ਉਸ ਮੀਟਿੰਗ ਨੂੰ ਜੁਆਇਨ ਕਰੋ। ਉਹਦੇ ਵਿੱਚ ਤੁਹਾਨੂੰ ਗਾਈਡਲਾਈਨ ਦੱਸਾਂਗੇ ਕਿ ਕਿਸ ਤਰ੍ਹਾਂ ਧਿਆਨ ਕਰਾਣਾ ਹੈ। ਉਹ ਗਾਈਡਲਾਈਨ ਦਿੱਤੀ ਜਾਏਗੀ ਔਰ ਫਿਰ ਤੁਸੀਂ ਜਿਹੜੇ ਜਿਨ੍ਹਾਂ ਦਾ ਇਸ ਹਫਤੇ ਨੰਬਰ ਹੈ ਉਹਨਾਂ ਵਾਸਤੇ ਤੇ ਜ਼ਰੂਰੀ ਹੈ ਹੀ ਹੈ ਉਹ ਮੀਟਿੰਗ ਅਟੈਂਡ ਕਰਨਾ। ਔਰ ਜਿਨ੍ਹਾਂ ਦਾ ਅਗਲੇ ਹਫਤੇ ਨੰਬਰ ਆਏਗਾ ਉਹ ਅਸੀਂ ਲਿਸਟ ਤੁਹਾਡੇ ਨਾਲ ਸ਼ੇਅਰ ਹੁਣੇ ਕਰ ਦਾਂਗੇ 2 ਘੰਟੇ ਤੱਕ। ਤੇ ਜਿਨ੍ਹਾਂ ਨੇ ਬਾਅਦ ਚੋਂ ਵੀ ਕਰਾਣਾ ਹੈ तो तुसी वो मीटिंग ज्वाइन करो और तुसी अपने आप नो जिस तरह हरलीन ने क्या असी प्रोग्रामिंग करते रहिए, विजुअलाइज करते रहिए कि मैं ध्यान करा रही हूं सारे बंदियां नु मैं बैठ के ध्यान करा रही हूं तो ਤੁਹਾਡੀ परफेक्शन अपने आप पहले ही आने लग जाएगी। तो तुसी सारे जिन्हां दा भी इंटरेस्ट है वो मीटिंग अटेंड करो क्योंकि देखो ऐ ते बहुत जरूरी है कि जो असी पाया है ना इत्थे असी वो वंड के ही जाना है। ते अगर YouTube पे भी पाओगे? हां जी YouTube पे पाओगे? 2 दिन फिर अगो ਵਧਾਵਾਂਗੇ पहले 2 दिन। नहीं मैं YouTube ਤੇ ਪਾਉਂਗੀ ਮੀਟਿੰਗ ਕੱਲ ਜਿਹੜੀ ਕਰਨੀ ਤੁਸੀਂ? नहीं कल अजे YouTube ਤੇ नहीं होएगी। इस हफ्ते YouTube ਤੇ नहीं होएगी, अगले हफ्ते तो शुरू होएगी। कुछ टेक्निकल ਉਹਦੇ ਚ ਫਾਲਟ ਆ ਗਿਆ तो YouTube ਤੇ ਲਾਈਵ नहीं हो पा रहा। ਬਾਅਦ ਚ ਅਪਡੇਟ ਉਹਨੂੰ ਅਪਲੋਡ ਕਰ ਦਿੱਤਾ ਜਾਏਗਾ। ਨਹੀਂ ਜਿਹੜੇ ਤਾਂ ਤੁਸੀਂ ਸਿਖਾਓਗੇ ਮੈਂ ਤਾਂ ਕਰਨ ਵਾਸਤੇ ਉਹ ਸਵੇਰ ਤੁਹਾਡੇ ਸ਼ਾਮ ਨੂੰ ਤੁਹਾਡੇ ਸਾਡੇ ਸਵੇਰ ਸ਼ਾਮ ਨੂੰ ਅੱਜ ਸ਼ਾਮ ਨੂੰ
हाँ, वो YouTube ਤੇ नहीं आएगा, वो YouTube ਤੇ नहीं आएगा। ਇਹ ਇਸੇ ਲਿੰਕ ਤੇ ਹੀ ਸੁਣਨਾ ਪਊਗਾ? हाँ, ऐसे लिंक ਠੀਕ ਹੈ। ਸਾਡੇ ਤਾਂ ਹੁਣ ਰਾਤ ਹੈ ਨਾ, ਜਿਵੇਂ ਸਾਡੇ ਦੀ ਇੱਥੋਂ ਰਾਤ ਹੈ। ਤੁਹਾਡਾ ਕੀ ਟਾਈਮ ਹੋਏਗਾ? ਸਾਡੇ ਤਾਂ ਹੁਣ 11 ਵਜੇ ਵਾਲੇ ਰਾਤ ਦੇ ਕੈਨੇਡਾ ਚ। ਨਹੀਂ, ਅੱਜ ਸ਼ਾਮ ਦੀ ਗੱਲ ਕਰ ਰਹੀ ਹਾਂ ਮੈਂ। ਹਾਂ, ਸਾਡੇ ਕੱਲ ਨੂੰ ਸਵੇਰ ਹੋਊਗਾ ਫਿਰ। ਹਾਂ, ਕੱਲ ਸਵੇਰੇ ਹੋਏਗੀ। ਮੈਮ ਜੀ ਸ਼ਾਮ ਦਾ ਕੀ ਟਾਈਮਿੰਗ ਹੋ ਮੀਟਿੰਗ ਦਾ? 6:30 ਤੋਂ 7 ਸਾਰਿਆਂ ਨੂੰ ਸੂਟ ਕਰਦਾ ਟਾਈਮ? ਇੰਡੀਆ ਟਾਈਮ 6:30 ਤੋਂ 7। ਹਾਂਜੀ, ਠੀਕ ਹੈ ਜੀ। ਤੇ ਉਹ 10-15 ਮਿੰਟ ਅਸੀਂ ਗੱਲਬਾਤ ਕਰਾਂਗੇ, ਔਰ ਜਿਨ੍ਹਾਂ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਉਹ ਸਾਰੇ ਮੀਟਿੰਗ ਜੁਆਇਨ ਕਰ ਸਕਦੇ ਨੇ, ਕੋਈ ਪਰਸਨਲ ਨਹੀਂ ਹੈ, ਸਾਰੇ ਜੁਆਇਨ ਕਰ ਸਕਦੇ ਨੇ, ताकि ਤੁਸੀਂ ਪਹਿਲੇ ਤੋਂ ਹੀ ਆਪਣੇ ਮਾਈਂਡ ਦੀ ਪ੍ਰੋਗਰਾਮਿੰਗ ਕਰਨੀ ਸ਼ੁਰੂ ਕਰ ਦਿਓ ਕਿ ਮੈਂ ਧਿਆਨ ਕਰਾ ਰਿਹਾ, ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰ ਦਿਓ, तो अपने आप ਤੁਹਾਨੂੰ ਅੰਦਰੋਂ गाइडेंस मिलनी शुरू हो जाएगी। और जैसे मैम एक जिन्होंने भी ध्यान कराना अपना नाम और फोटो भेज दें, व्हाट्सएप कर दें, मेरे नंबर हाँ, गगनदीप जी और गगनदीप जी, जीत सिंह जी और सरबजीत मैडम। सरबजीत मैडम तुसी अपना वीडियो ऑन करके सामने ते आओ जरा। कितना है मैडम वीडियो? टीपी सिंह जी जरा इन्हां नू स्क्रीन ते लेके आओ। कितने ने? सरबजीत जी। हाँ जी, ठीक है जी। अच्छा, कल भी तुहाडे नाल गल, ठीक है जी। हाँ जी। सो सारिਆਂ ਦਾ बहुत बहुत धन्यवाद। ते इस तरह ही ਅਸੀਂ जी मैडम एक मिनट दे दियो। हाँ जी, हाँ जी। हाँ, एक तो पहला गुस्साखी दी माफी, मैनू कल दा टेंपरेचर सी, अज मैं तैयार नहीं होया तो मैं बिहाइंड कैमरे ही हां। कोई नहीं, ठीक है जी। ते थैंक यू हरलीन मैम, बहुत सोहना सैशन तुसी 5 दिन दिता। थैंक यू सो मच सर। ਸਾਡੇ ਜਿਹੜੇ ਕਪਤਾਨ ਨੇ ਜਹਾਜ਼ ਦੇ, ਉਹਨਾਂ ਵੱਲੋਂ ਤੇ ਸਾਰੇ ਪਾਰਟਿਸਪੈਂਟਸ ਵੱਲੋਂ ਤੁਹਾਡਾ ਬਹੁਤ ਬਹੁਤ ਗ੍ਰੈਟੀਟਿਊਡ। ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪਿਰਾਮਿਡ ਵੱਲੋਂ ਇੱਕ ਛੋਟਾ ਜਿਹਾ ਟੋਕਨ ਆਫ ਗ੍ਰੈਟੀਟਿਊਡ ਫॉर ਯੂ। ਵਾਓ, थैंक यू सो मच सर। थैंक यू, थैंक यू, थैंक यू। ਇਹ ਸਾਡੀ ਪਿਰਾਮਿਡ ਦੀ ਫੋਟੋ ਹੈ, ਜਿਹੜਾ ਲੁਧਿਆਣੇ ਸਾਡਾ ਪਿਰਾਮਿਡ ਬਣਿਆ। थैंक यू सो मच सर। थैंक यू जी। थैंक यू जी, थैंक यू। अपने सरबजीत जी और गगनदीप जी और जीत सिंह जी तुसी अपनी फोटो टीपी सिंह जी ਨੂੰ ਭੇਜ ਦਿਓ, और नेक्स्ट ਜਿਹੜੀ लिस्ट है वो भी नाम ਅਸੀਂ ਲਿਖ ਦਾਂਗੇ। सुखबीर जी ਦਾ है नेक्स्ट, है ना टीपी सिंह जी? सुखबीर जी ਦਾ ना, और सुखबीर जी, बलजीत सिंह जी और एक लवली मैडम ने भी मैसेज किया ਸੀ कि वो भी कराना चाहते ਨੇ। सो तुसी अपनी पिक्चर्स टीपी सिंह जी ਨੂੰ ਭੇਜ ਦਿਓ, और ਜਿਹੜੇ ਹੁਣ ਧਿਆਨ ਹੈ ਸਭ ਤੇ ਕਰਾ ਲੈਣਗੇ, ਉਹ ਫਿਰ ਅੱਗੋਂ ਬੁੱਕ ਸ਼ੇਅਰਿੰਗ ਵਾਸਤੇ ਤਿਆਰ ਰਹਿਣ। ਤੁਹਾਡੇ ਕੋਲ ਅਜੇ 15 ਦਿਨ ਦਾ ਟਾਈਮ ਹੈ, ਬੁੱਕ ਪੜੋ, ਉਹਨੂੰ ਪ੍ਰੈਕਟੀਕਲ ਕਰੋ, ਉਹਨੂੰ ਅਪਲਾਈ ਕਰੋ, ਫਿਰ ਉਹ ਸਪਲਾਈ ਕਰੋ ਅੱਗੇ। ਫਸਟ ਅਪਲਾਈ ਦੈਨ ਸਪਲਾਈ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਇਸ ਤਰ੍ਹਾਂ ਹੀ ਸਾਡਾ ਸਾਰਿਆਂ ਨੇ ਹੀ ਕਪਤਾਨ ਬਣਨਾ ਹੁਣ, ਤੇ ਸਾਰਿਆਂ ਨੇ ਇੱਕ ਜਹਾਜ਼ ਅੱਗੇ ਲੈ ਕੇ ਜਾਣਾ। ਸੋ ਤਾਂ ਹੀ ਇਹ ਕੰਮ ਅੱਗੇ ਵਧੇਗਾ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਤੇ ਜਿਸ ਤਰ੍ਹਾਂ ਹਰਲੀਨ ਜੀ ਨੇ ਕਿਹਾ, ਜਾਂਦੇ ਜਾਂਦੇ ਅਸੀਂ 30 ਸਕਿੰਟ ਵਾਸਤੇ ਐਫਰਮੇਸ਼ਨ ਕਰ ਲੈਂਦੇ ਆ, ਔਰ ਅਸੀਂ ਇਹੀਓ ਵਿਜ਼ੂਅਲਾਈਜ਼ ਕਰਨੇ ਆ ਕਿ ਮੈਂ ਕੈਪਟਨ ਬਣ ਕੇ ਧਿਆਨ ਚਲਾ ਰਿਹਾ ਤੇ ਮੇਰੇ ਪਿੱਛੇ ਬਹੁਤ ਕਾਰਵਾਂ ਆ ਰਹੇ ਆ। ਇਹੀ ਵਿਜ਼ੂਅਲਾਈਜ਼ ਕਰਾਂਗੇ ਅਸੀਂ ਕਿ ਯੈਸ ਆਈ ਡਿਜ਼ਰਵ, ਆਈ ਐਮ ਪਾਵਰਫੁਲ, ਮੈਂ ਜੋ ਚਾਹਾਂ, ਮੈਂ ਜੋ ਸੋਚਾਂ, ਮੈਂ ਉਹ ਪੂਰਾ ਕਰ ਸਕਦੀ ਹਾਂ। ਸੋ ਅਸੀਂ ਇਸ ਤਰ੍ਹਾਂ ਪਿਰਾਮਿਡ ਬਣਾਣਾ ਆਪਣਾ, ਮੈਂ ਪਹਿਲੇ ਵੀ ਸਿਖਾਇਆ। ਸਿਰਫ ਅਸੀਂ ਆਪਣੀਆਂ ਉਂਗਲੀਆਂ ਜੁਆਇਨ ਕਰਨੀਆਂ ਨੇ, ਇਹਨੂੰ ਥੱਲੇ ਨਹੀਂ ਕਰਨਾ, ਇਹਨੂੰ ਉੱਪਰ ਨਹੀਂ ਕਰਨਾ, ਖਾਲੀ ਇਸ ਤਰ੍ਹਾਂ ਕਰਕੇ ਇਹਨੂੰ ਤੁਸੀਂ ਜੋੜ ਲੈਣਾ, ਔਰ ਇਹ ਤੁਹਾਡਾ ਪਰਸਨਲ ਪਿਰਾਮਿਡ ਹੋ ਗਿਆ। ਤੁਸੀਂ ਜਦੋਂ ਵੀ ਐਫਰਮੇਸ਼ਨ ਕਰ ਰਹੇ ਹੋ, ਤੁਸੀਂ ਇਹ ਪਿਰਾਮਿਡ ਬਣਾਓ, ਔਰ ਆਪਣੀ ਐਫਰਮੇਸ਼ਨ ਨੂੰ 9 ਟਾਈਮ ਰਿਪੀਟ ਕਰੋ। 9 ਟਾਈਮ ਰਿਪੀਟ ਕਰੋ। 9 ਇਜ਼ ਦਾ ਹਾਈਐਸਟ ਨੰਬਰ ਫॉर ਮੈਨੀਫੈਸਟੇਸ਼ਨ। ਤੇ ਤੁਸੀਂ ਉਹਨੂੰ ਆਪਣੇ ਮਨ ਵਿੱਚ 9 ਵਾਰ ਰਿਪੀਟ ਕਰੋ। ਔਰ ਅਗਰ ਤੁਸੀਂ ਇਕੱਲੇ ਬੈਠੇ ਹੋ, ਤੁਹਾਡੇ ਕੋਲ ਹੈ ਤੇ ਤੁਸੀਂ ਉਹਨੂੰ ਉੱਚਾ ਬੋਲ ਸਕੋ ਤੇ ਹੋਰ ਵੀ ਅੱਛਾ। लेकिन अगर तुसी वैसे ही अपने मन विच करना चाहते हो तो दोनों ठीक है। 9 बारी तुसी एफर्मेशन अपनी रिपीट करनी है, और ओदे बाद तुसी फिर डाउट नहीं करना कि ये किस तरह होएगा। वो फिर तुसी वो यूनिवर्स नु सौंप देना है, अपने पिरामिड नु सौंप देना है, वो आपे पूरी करने दा रास्ता बनाएगा। फिर ओदे ते डाउट नहीं करना। ते अगर तुसी एक एफर्मेशन ते काम करदे हो पहले ਤਾਂ ਉਹ ਪੂਰੀ ਹੋਗੀ, ਫਿਰ ਦੂਸਰੀ ਪਕੜੋਗੇ ਤੇ ਉਹ ਤੁਹਾਨੂੰ ਪ੍ਰੋਗਰਾਮਿੰਗ ਕਰਨੀ ਜ਼ਿਆਦਾ ਈਜ਼ੀ ਹੋਏਗੀ। ਸੋ ਇਸ ਵਾਸਤੇ ਅਸੀਂ ਇਹਨੂੰ ਕਰਨੇ ਆ।
ਤੇ ਇਹਦੇ ਵਿੱਚ ਦੇਖੋ ਕਿ ਬਹੁਤ ਸਾਰੀ એનર્ਜੀ ਕੰਮ ਕਰਦੀ ਹੈ। ਮੈਂ ਤੁਹਾਨੂੰ ਅੱਜ ਕਲੀਅਰ ਕਰਦਾ ਕਿ ਸਾਡੀਆਂ ਇਹ 5 ਫਿੰਗਰਸ ਜਿਹੜੀਆਂ ਨੇ ਇਹ 5 ਐਲੀਮੈਂਟਸ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਸਾਡੇ ਜਿਹੜੀ ਇਹ ਫਿੰਗਰ ਅੰਗੂਠਾ ਜਿਹੜਾ ਇਹ ਫਾਇਰ ਐਲੀਮੈਂਟ ਹੈ ਔਰ ਇਹ ਜਿਹੜੀ ਇੰਡੈਕਸ ਫਿੰਗਰ ਹੈ ਇਹ ਜਿਹੜੀ ਹੈ 에ਅਰ ਐਲੀਮੈਂਟ ਹੈ। ਹੁਣ ਜਿਸ ਵੇਲੇ ਅਸੀਂ ਇਹ ਜੁਆਇਨ ਕਰ ਲੈਂਦੇ ਆ ਤੇ ਸਾਡਾ ਫਾਇਰ ਐਲੀਮੈਂਟ ਔਰ 에ਅਰ ਐਲੀਮੈਂਟ ਬਿਲਕੁਲ ਜੁੜ ਜਾਂਦੇ ਨੇ। ਬਾਕੀ ਸਾਰੇ ਥੋੜੇ ਅਲੱਗ-ਅਲੱਗ ਰਹਿੰਦੇ ਨੇ, ਬਾਕੀ ਇਹ ਦੋਨੋਂ ਜੁੜ ਜਾਂਦੇ ਨੇ। ਹੁਣ ਅਗਨੀ ਦਾ ਕੀ ਕੰਮ ਹੈ? ਅਸ਼ੁੱਧੀ ਨੂੰ ਬਾਹਰ ਕੱਢ ਦੇਣਾ, ਸ਼ੁੱਧ ਕਰ ਦੇਣਾ। ਸੋਨਾ ਵੀ ਅਗਨੀ ਚ ਪਾ ਕੇ ਸ਼ੁੱਧ ਅੱਗ ਚ ਹੁੰਦਾ ਨਾ। ਅੱਗ ਦਾ ਕੰਮ ਹੈ ਸ਼ੁੱਧ ਕਰ ਦੇਣਾ ਹਰ ਚੀਜ਼ ਨੂੰ, ਔਰ ਹਵਾ ਦਾ ਕੰਮ ਹੈ ਕਿ ਉਹਨੂੰ ਹੋਰ ਉੱਤੇ ਉਠਾ ਦੇਣਾ। ਤੇ ਜਿਸ ਵੇਲੇ ਅਸੀਂ ਆਪਣਾ ਸੰਕਲਪ ਇਸ ਪਿਰਾਮਿਡ ਨੂੰ ਇਹ 5 ਐਲੀਮੈਂਟਸ ਨੂੰ ਸੌਂਪ ਦਿੰਦੇ ਆ ਤੇ ਸਾਡੇ ਸੰਕਲਪ ਜਿਹੜਾ ਹੈ ਉਹ ਸ਼ੁੱਧ ਹੋ ਜਾਂਦਾ ਹੈ ਔਰ ਉਹ ਹੋਰ ਤੇਜ਼ੀ ਨਾਲ ਯੂਨੀਵਰਸ ਵਿੱਚ ਚਲਾ ਜਾਂਦਾ ਪੂਰਾ ਹੋਣ ਵਾਸਤੇ। ਔਰ ਇਹਦੇ ਵਿੱਚ ਫਿਰ ਐਲੀਮੈਂਟਸ ਦੀ એનર્ਜੀ ਹੋ ਗਈ, ਤੁਹਾਡੀ ਪਿਰਾਮਿਡ ਦੀ એનર્ਜੀ ਹੋ ਗਈ, ਤੁਹਾਡੀ ਵਰਡ ਪਾਵਰ ਹੋ ਗਈ, ਤੁਸੀਂ ਆਪਣਾ ਸੰਕਲਪ ਸ਼ਕਤੀ ਹੋ ਗਈ ਤੁਹਾਡੀ। ਇਹ ਸਾਰੀਆਂ એનર્ਜੀਜ਼ ਮਿਲ ਕੇ ਕੰਮ ਕਰਦੀਆਂ ਨੇ ਤੇ ਤੁਹਾਡਾ ਉਹ ਜਿਹੜਾ ਵਿਸ਼ ਹੈ, ਇਹਨੂੰ ਪਿਰਾਮਿਡ ਵਿਸ਼ ਬੈਂਕ ਮੈਂ ਇਹਦਾ ਨਾਮ ਰੱਖਿਆ, ਉਹ ਬਹੁਤ ਜਲਦੀ ਪੂਰਾ ਹੋਣ ਲੱਗ ਜਾਂਦਾ। ਤੇ ਡਾਊਟ ਨਹੀਂ ਕਰਨਾ ਨਾ ਆਪਣੇ ਆਪ ਤੇ, ਨਾ ਯੂਨੀਵਰਸ ਤੇ, ਨਾ ਆਪਣੀ ਵਿਸ਼ ਤੇ ਕਿ ਕਿਸ ਤਰ੍ਹਾਂ ਹੋਏਗੀ। ਬਸ ਹੋ ਗਈ ਹੈ ਉਹੀ ਸੋਚਣਾ। ਸੋ ਅਸੀਂ 10 ਸੈਕਿੰਡ ਲਈ ਆਪਣਾ ਪਿਰਾਮਿਡ ਬਣਾਵਾਂਗੇ, ਅੱਖਾਂ ਬੰਦ ਕਰਾਂਗੇ ਕਿ ਮੈਂ ਧਿਆਨ ਕਰਾ ਰਹੀ ਹਾਂ ਔਰ ਮੇਰੇ ਨਾਲ ਹਜ਼ਾरों ਬੰਦੇ, ਲੱਖੋਂ ਬੰਦੇ ਬੈਠ ਕੇ ਧਿਆਨ ਕਰ ਰਹੇ ਨੇ ਔਰ ਬਹੁਤ ਧਿਆਨ ਨਾਲ ਧਿਆਨ ਵਿੱਚ ਸਭ ਗਹਿਰੇ ਜਾ ਰਹੇ ਨੇ। मेरे जीवन विच चारों तरफ भरपूरता ही भरपूरता है। मैं इस धरती ते ध्यान दा प्रचार करन लई आई हाँ, ज्ञान दा प्रचार करन लई आई हाँ और मैं अपना काम बहुत चंगे तरीके नाल, बहुत ऊर्जा नाल, जनून नाल, मस्त होके मैं अपना काम करती जा रही हूँ। हर दिन, हर पल मेरे जीवन में खुशियां लेके आ रहा है, आत्मा दा आनंद लेके आ रहा है और मेरे नाल ए आनंद सारे आस पास दे लोकां विच, वातावरण विच फैल रहा है। लास्ट 10 सेकेंड्स, आखिरी 10 सेकेंड। अपनी ऊर्जा नू चारों तरफ फैलते हुए महसूस करो और वो ऊर्जा एक ऐसा प्रभाव चारों तरफ फैला रही है कि जो भी तुहाडे आस पास आ रहा है वो ध्यान करता जा रहा है, वो ध्यान विच गहरा उतरता जा रहा है। तुसी इस यूनीवर्स लई, इस धरती लई एक माध्यम बन गए हो। इस धरती ते प्रकाश लियान लई, ज्ञान फैलान दा एक माध्यम बन गए हो। I am a medium of light, love and energy. I am medium of light, love and energy. I am a medium of light, love and energy. I am a medium of light, love and energy. I am a medium of light, love and energy. I am a medium of light, love and energy. I am a medium of light, love and energy. I am a medium of light, love and energy. Last 5 seconds. 5, 4, 3, 2, 1, 0. धीरे धीरे अपने हत्थां नूं खोल के अपनी अखां ते रखो 5 सेकंड वास्ते। 5, 4, 3, 2, 1, 0। अखां खोल के ध्यान तो बाहर आ जाओ। So give a big clap। सारिਆਂ ਦਾ बहुत बहुत धन्यवाद। किस तरह लगा हलीन जी? बहुत अच्छा मैम, बहुत अच्छा।
आप ਤੁਹਾਡੇ ਤੋਂ ਬਾਅਦ ਮੈਂ ਰੋਜ਼ ਇਹਨੂੰ ਟਰਾਈ ਕਰਦੀ ਹੂੰ, ਬਟ ਤੁਹਾਡਾ ਐਕਸਪੀਰੀਅੰਸ ਇੰਨਾ ਜ਼ਿਆਦਾ ਹੈ, ਇਸ ਲਈ ਆਈ ਵਾਂਟਡ ਯੂ ਟੂ ਟੈਲ ਅਬਾਊਟ ਇਟ। ਬਟ ਉਸ ਤੋਂ ਬਾਅਦ ਜਦ ਤੋਂ ਮੈਂ ਤੁਹਾਡੇ ਤੋਂ ਸਿੱਖਿਆ, ਦਿਸ ਇਜ਼ ਹਾਊ ਆਈ ਡੂ ਮਾਈ ਫਾਰਮੇਸ਼ਨਸ ਨਾउ ਵਿਦ ਪਿਰਾमिड। मैं अपने बच्चों ने भी सिखाता है। उस मेरी बच्ची ने आईपैड देखना सी, वो पिरामिड रख के बोल रही थी कैन आई सी माय आई, कैन आई सी आईपैड। पिरामिड कह रही थी कि शायद मम्मा मैंने आईपैड देखने देन। हाँ। So, मेरी 3 साल की बच्ची ने बताया कि जब ऐदा करेगी तो ਉਹਦੀ ਉਹ ਵਿਸ਼ ਪੂਰੀ ਹੋ ਜਾਏਗੀ। यस, और जो ਉਹਨਾਂ ਦੀ ਵਿਸ਼ ਪੂਰੀ ਹੋਏਗੀ ਉਹਨਾਂ ਨੂੰ ਹੋਰ ਕੌਨਫੀਡੈਂਸ ਆਂਦਾ ਜਾਏਗਾ, ਹੋਰ ਕੌਨਫੀਡੈਂਸ, ਹੋਰ ਕਨੈਕਟ ਹੁੰਦੇ ਜਾਣਗੇ। ਸੋ ਅਸੀਂ ਕਿਸੇ ਨੂੰ ਹੋਰ ਤੇ ਕੁਝ ਨਹੀਂ ਦੇ ਸਕਦੇ, ਕਿਉਂਕਿ ਦੇਣ ਦਾ ਕੋਈ એનર્ਜੀ ਦੇਣ ਦਾ ਸਿਸਟਮ PSSM ਵਿੱਚ ਹੈ ਹੀ ਨਹੀਂ। ਅਸੀਂ ਟੈਕਨੀਕ ਸਾਰਿਆਂ ਨੂੰ ਜ਼ਰੂਰ ਸਿਖਾ ਸਕਦੇ ਹਾਂ, ਇਹ ਵਿਸ਼ ਬੈਂਕ ਪੂਰਾ ਕਰਨ ਦੀ, ਧਿਆਨ ਕਰਨ ਦੀ, ਇਹ ਟੈਕਨੀਕ ਅਸੀਂ ਜ਼ਰੂਰ ਸਿਖਾ ਸਕਦੇ ਹਾਂ। ਤੁਸੀਂ ਜਿੰਨਿਆਂ ਨੂੰ ਵੀ ਚਾਹੋ ਟੈਕਨੀਕ ਸਿਖਾ ਸਕਦੇ ਹੋ। ਤੇ ਕੱਲ ਹੁਣ ਨਵੀਂ ਊਰਜਾ ਨਾਲ, ਨਵੇਂ ਵਿਚਾਰਾਂ ਨਾਲ ਫਿਰ ਮਿਲਾਂਗੇ। और मैं हरलीन जी ਨੂੰ रिक्वेस्ट करांगी कि तैयारी करन, फिर कोई नवा सब्जेक्ट लेके आन और फिर इसे तरह साडा ज्ञान बतान। हाँ जी कैलाश आंटी जी। कैलाश आंटी जी कल ध्यान दी शुरुआत तुसी करोगे? अरे आप देखते पे मैं किस तरह बोल रही हूं। बस तुसी आके सत श्री अकाल बुला देना, बाकी गगनदीप जी आपने संभाल लेंगे। वो तो मेरा रोज का काम है। नहीं कल सवेरे शुरुआत ਵਿੱਚ ਹੀ ਤੁਸੀਂ ਆ ਕੇ ਸਤਿ ਸ੍ਰੀ ਅਕਾਲ ਬੁਲਾ ਦੇਣਾ, ਕਹਿਣਾ ਹੁਣ ਅਸੀਂ ਧਿਆਨ ਕਰਾਂਗੇ, ਬਸ ਇੰਨਾ ਬਹੁਤ ਹੈ। ਬਿਲਕੁਲ ਜੀ ਬਿਲकुल। ਔਰ ਇਹ ਜਿਹੜਾ ਤੁਸੀਂ ਸਿਖਾਇਆ ਹੈ, ਇਹ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਂ ਕਈਆਂ ਨੂੰ ਸਿਖਾ ਚੁੱਕੀ ਹਾਂ, ਜੇ ਨਹੀਂ ਕੁਝ ਮਿਲਿਆ ਇਹ ਕੰਮ ਕਰੋ। ਯੈਸ ਯੈਸ ਯੈਸ, ਥੈਂਕ ਯੂ ਤੁਹਾਡਾ। ਉਹ ਜਿਹੜੇ ਤੁਸੀਂ ਹੁਣ ਬੋਲਿਆ ਨਾ 5 ਵਾਰੀ, ਉਹ ਮੇਰੇ ਵਿੱਚ ਲਿਖ ਕੇ ਭੇਜ ਦੇਣਾ, ਮੈਂ ਭੁੱਲ ਜਾਂਦੀ ਹਾਂ। ਮੈਂ ਲਿਖ ਲੈਂਦੀ और मैं उसे लिखा नहीं, काफी पेंसिल मैंने लिख के भेज देना। ठीक है जी, थैंक यू जी। शाम दी मीटिंग दा याद रखना, 6:30 ਤੋਂ 7 ਵਜੇ इंडियन टाइम। सारे जो भी ज्वाइन करना चाहें ज्वाइन कर सकते हैं, ओपन है। 6:30 ਤੋਂ 7:30 तक, 6:30 ਤੋਂ 7 आधा घंटा इससे से। हाँ ऐसे लिंक पे। थैंक यू बेटा। सो कल तो नवी शुरुआत अंतर यात्रा दी कि जो ਅਸੀਂ ਖਾਤਾ ਹੈ ਹੁਣ ਤੱਕ ਉਹਨੂੰ ਥੋੜਾ ਪਹੁੰਚਾਉਣ ਵਾਸਤੇ ਟਾਈਮ ਦਈਏ, ਤਾਂ ਕਿ ਸਾਡਾ ਮਨ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਅਬਜ਼ਰਵ ਕਰ ਲੇ, ਉਹਨਾਂ ਨੂੰ ਆਪਣੇ ਅੰਦਰ ਪੱਕਾ ਕਰ ਲੇ। ਸੋ ਅਸੀਂ ਇਸ ਯਾਤਰਾ ਤੇ ਹੁਣ ਚੱਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, TP ਸਿੰਘ ਜੀ ਦਾ ਔਰ ਸਾਰੇ ਪਾਰਟਿਸਿਪੈਂਟਸ ਦਾ, ਕਿਉਂਕਿ ਹਰ ਇੱਕ ਦਾ ਐਕਸਪੀਰੀਅੰਸ ਬਹੁਤ ਵੈਲਿਊਏਬਲ ਹੈ। ਹਰ ਇੱਕ ਇਹ ਪਲੇਟਫਾਰਮ ਪਤਰੀ ਜੀ ਨੇ ਐਸਾ ਬਣਾਇਆ ਹੈ ਕਿ ਇਹ ਨਹੀਂ ਕਿ सिर्फ उन्होंने ही बोलना है या जो मास्टर है उन्हें ही बोलना है, सारे मास्टर ने, सारे दे अंदर उन्नी पोटेंशियल है। और ओपन प्लेटफॉर्म है, हर कोई अपना एक्सपीरियंस शेयर कर सकता है, अपनी विजडम शेयर कर सकता है। अगर तुहाडे चों किसी नूं लगता है कि मैं इस सब्जेक्ट पे 2 दिन में सैशन लेना चाहना वा, या मैं 1 दिन सैशन लेना चाहना, मैं इस सब्जेक्ट के बारे दसना चाहना, तुसीं जरूर मैनूं मैसेज करो। ਤੇ ਇਹ ਪਲੇਟਫਾਰਮ ਤੁਹਾਡਾ ਹੀ ਹੈ ਔਰ ਅਸੀਂ ਸਾਰਿਆਂ ਦੇ ਗਿਆਨ ਦਾ ਲਾਭ ਲਾਂਗੇ, ਕਿਉਂਕਿ ਉਸ ਦਿਨ ਵੀ ਪਤਨੀ ਜੀ ਨੇ ਕਿਹਾ ਸੁਣਨਾ 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 ਸੁਣਨਾ, ਸੁਣਨੇ ਨਾਲ ਹੀ ਅਸੀਂ ਸੋਨਾ ਬਣਦੇ ਆ। ਸੋ ਸਾਰਿਆਂ